हाँ जी दोस्तों, मैं राणा परमजोत टोरंटो कनाडा ਤੋਂ ਅੱਜ ਤਰੀਕ ਹੋ ਗਈ ਆ 7 ਸਤੰਬਰ ਸਾਲ 2020 ਤੇ ਆਪਾਂ ਵਿਸਥਾਰ 'ਚ ਗੱਲਬਾਤ ਕਰਾਂਗੇ। ਇਹ ਜਿਹੜੇ ਬਾਬਾ ਬੰਤਾ ਸਿੰਘ ਜੀ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਵਿਖੇ 1 ਸਤੰਬਰ ਤੋਂ ਕਥਾ ਕਰਦੇ ਆ ਰਹੇ ਨੇ ਲਗਾਤਾਰ। ਲਗਭਗ 1 ਘੰਟੇ ਦੀ ਇਹਨਾਂ ਦੀ ਕਥਾ ਹੈਗੀ ਆ ਦਸਮ ਗ੍ਰੰਥ ਦੇ ਬਾਰੇ। ਤੇ ਉਹ ਅੱਜ ਮਤਲਬ ਕਿ 7ਵਾਂ ਦਿਨ ਉਹਨਾਂ ਦਾ ਕੰਪਲੀਟ ਹੋ ਗਿਆ। ਲਗਾਤਾਰ 8 ਦਿਨ ਕਰਨੀ ਹੈ ਜੀ ਉਹਨਾਂ ਨੇ, ਤੇ 7 ਦਿਨ ਪੂਰੇ ਹੋ ਗਏ ਨੇ ਤੇ ਅੱਜ 8ਵਾਂ ਦਿਨ ਆ। ਤੇ ਉਹਦੇ ਵਿੱਚੋਂ ਜਿਹੜੀ ਇਹਨਾਂ ਨੇ ਕਥਾ ਕੀਤੀ ਆ, ਕੁਝ ਉਹਨਾਂ ਦੇ ਜਿਹੜੇ ਕਥਨ ਨੇ ਉਹਦੇ ਵਿੱਚੋਂ, ਜਾਂ ਉਹਨਾਂ ਨੇ ਜੋ ਵੀ ਉਹਦਾ ਮਤਲਬ ਕਿ ਕਥਾ ਕੀਤੀ ਹੈਗੀ ਆ ਦਸਮ ਗ੍ਰੰਥ ਦੀ, ਜੋ ਵਿਆਖਿਆ ਕੀਤੀ ਆ, ਤੇ ਉਹਨੂੰ ਨਾਲ ਦੀ ਨਾਲ ਇੱਕ ਕਿਸਮ ਦੀ ਕੰਪੈਰੇਟਿਵ ਸਟੱਡੀ ਬਣਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕਿਹਾ ਆ ਉਹੀ ਦਸਮ ਗ੍ਰੰਥ ਵੀ ਉਸੇ ਗੱਲ ਦੀ ਤਸਦੀਕ ਕਰ ਰਹੀ ਆ, ਵਕਾਲਤ ਕਰ ਰਿਹਾ ਦਸਮ ਗ੍ਰੰਥ। ਤੇ ਪਰ ਉਹਦੇ 'ਚ ਕੁਝ ਕੁ ਟਿੱਪਣੀਆਂ ਲੱਗੀਆਂ ਜਿਹੜੀਆਂ ਕਿ ਮੈਂ ਡਿਸਕਸ ਕੀਤੀਆਂ ਸਰਦਾਰ ਗੁਰਚਰਨ ਸਿੰਘ ਜੂਨਵਾਲਾ ਜੀ, ਜੋ ਕਿ ਬਰੈਂਪਟਨ ਟੋਰੰਟੋ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਨੇ, ਤੇ ਦਸਮ ਗ੍ਰੰਥ ਦੇ ਉੱਤੇ ਉਹਨਾਂ ਨੇ ਬੜੀ ਦੇਰ ਤੋਂ ਸਟੱਡੀ ਕਰ ਰਹੇ ਨੇ, ਤੇ ਸਟੱਡੀ ਕਰਕੇ ਉਹ ਇਹ ਬੜੀ ਵਾਰੀ ਸਾਬਤ ਕਰ ਚੁੱਕੇ ਨੇ ਵੀ ਇਹ ਗੁਰੂ ਦਸਮ ਪਾਤਸ਼ਾਹ ਦੀ ਇਹ ਲਿਖਤ ਨਹੀਂ ਹੈਗੀ। ਤੇ ਉਹ ਆਪਣੇ ਨਾਲ ਇਹ ਜੁੜੇ ਹੋਏ ਨੇ ਤੇ ਇਸ ਵੇਲੇ, ਤੇ ਆਪਾਂ ਉਹਨਾਂ ਦੇ ਨਾਲ ਇਹ ਬੰਤਾ ਸਿੰਘ ਉਹਨਾਂ ਨੇ ਜੋ ਕਥਨ ਕੀਤੇ ਨੇ, ਜੋ ਟਿੱਪਣੀਆਂ ਕੀਤੀਆਂ ਨੇ, ਕੁਝ ਇੱਕ ਟਿੱਪਣੀਆਂ ਉਹ ਆਪਾਂ ਟਿੱਪਣੀਆਂ ਚਲਾ ਕੇ ਉਹਨਾਂ ਦੀਆਂ, ਤੇ ਫਿਰ ਉਹਨਾਂ ਦਾ ਜਿਹੜਾ ਕਾਊਂਟਰ ਕਰਨਗੇ, ਜਿਹੜਾ ਇਹਨਾਂ ਦਾ ਖੰਡਨ ਕਰਨਗੇ ਉਹਨਾਂ ਦੀਆਂ ਟਿੱਪਣੀਆਂ ਦਾ ਸਰਦਾਰ ਗੁਰਚਰਨ ਸਿੰਘ ਜੀ। ਹਾਂਜੀ ਗੁਰਚਰਨ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਰਾਣਾ ਜੀ, ਤੁਹਾਡਾ ਤੇ ਤੁਹਾਡੇ ਸਰੋਤਾਜਨ ਦਾ ਸਭ ਤਹਿ ਦਿਲੋਂ ਧੰਨਵਾਦ। ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦਾ ਜਵਾਬ ਫਤਿਹ 'ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹ ਟਿੱਪਣੀਆਂ ਦਾ ਆਪਾਂ ਸਿਲਸਿਲਾ ਫਿਰ ਸ਼ੁਰੂ ਕਰਦੇ ਹਾਂ ਜੀ। ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਆਪਣਾ ਲੱਗੂਗਾ ਇਹਦੇ ਵਿੱਚ ਜੀ। ਕੋਈ ਨਹੀਂ, ਜਿੰਨਾ ਚਿਰ ਮਰਜ਼ੀ ਲਾਓ। ਠੀਕ ਹੈ ਜੀ, ਬਹੁਤ ਧੰਨਵਾਦ ਜੀ। ਵੈਸੇ ਮੈਂ ਤੁਹਾਨੂੰ ਪਿਛਲੇ ਲਗਭਗ 8 ਸਾਲਾਂ ਤੋਂ ਲਗਾਤਾਰ ਫੋਲੋ ਕਰਦਾ ਆ ਰਿਹਾ ਦਸਮ ਗ੍ਰੰਥ ਦਾ। ਜਦੋਂ ਦਾ ਮੇਰਾ ਇੰਟਰਸਟ ਬਣਿਆ ਨਾ ਵੀ ਇਹਨੂੰ ਸਟੱਡੀ ਕਰੀਏ, ਤੇ ਜਿਹੜਾ ਇਹਦਾ ਮਤਲਬ ਕਿ ਜਿਹੜਾ ਐਜ਼ ਏ ਕ੍ਰਿਟਿਕ ਮੈਂ ਜਿੰਨੇ ਵੀ ਵੇਖੇ ਨੇ, ਉਹ ਤੁਹਾਡਾ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਉਹ ਸਹੀ ਲੱਗੇ ਜੀ, ਕਿਉਂਕਿ ਬੜਾ ਤੱਥਾਂ ਦੇ ਆਧਾਰ ਤੇ ਤੁਸੀਂ ਇਹਨੂੰ ਮਿਲ ਕੇ ਇਹ ਸਾਬਤ ਕਰਦੇ ਹੋ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈਗੀ। ਧੰਨਵਾਦ ਤੁਹਾਡਾ ਜੀ, ਤੁਹਾਨੂੰ ਪਸੰਦ ਆਇਆ ਕੁਛ? ਹਾਂਜੀ, ਚਲੋ ਮੈਂ ਇਹਨਾਂ ਦੀ ਇਹ ਚਲਾ ਰਿਹਾ ਜੀ ਕਮੈਂਟਸ, ਤੇ ਆਪਾਂ ਫਿਰ ਜਿੱਥੇ ਤੁਸੀਂ ਕਹੋਗੇ ਰੋਕ ਦਿਓ, ਮੈਂ ਉੱਥੇ ਰੋਕ ਲੂੰਗਾ ਜੀ। ਠੀਕ ਹੈ ਜੀ, ਕੋਈ ਨਹੀਂ। ਹਾਂਜੀ, ਇਹ ਮੈਂ ਕਰ ਰਿਹਾ ਹੈਗਾ ਜੀ। ਬਾਬਾ ਬੰਤਾ ਸਿੰਘ ਜੀ ਨੇ 30 ਅਗਸਤ 2020 ਨੂੰ ਮੀਨਸ ਕਥਾ ਸ਼ੁਰੂ ਕਰਨ ਤੋਂ 2 ਦਿਨ ਪਹਿਲਾਂ, ਇਹ ਵਾਲੀ ਇਹਨਾਂ ਦੇ ਪੇਜ ਦੇ ਉੱਤੇ ਹੀ ਹੈਗੀ, ਬਾਬਾ ਬੰਤਾ ਸਿੰਘ ਜੀ ਦਾ ਫੇਸਬੁੱਕ ਪੇਜ ਹੈ ਇਹਨਾਂ ਦਾ, ਇਹਦੇ ਉੱਤੇ ਵੀਡੀਓ ਪਈ ਹੈ, ਤੇ ਮੈਂ ਸਿਰਫ ਆਡੀਓ ਕਲਿੱਪ ਚਲਾਉਂਗਾ ਜੀ। ਕਾਰ ਕਰੀਏ, ਕਿਸੇ ਧਰਮ ਤੇ ਟੀਕਾ ਟਿੱਪਣੀ ਆਪਾਂ ਨਾ ਕਰੀਏ, ਆਪੋ ਆਪਣੇ ਧਰਮ ਵਿੱਚ ਪਰਪੱਕ ਰਹੀਏ। ਸੋ ਸਿੱਖ ਜਗਤ ਨੂੰ ਇਹ ਸਨਿਮਰ ਬੇਨਤੀ ਹੈ ਵੀ ਸਾਡੇ ਇੱਥੇ ਆਪਾਂ ਟਿੱਪਣੀ ਕਰ ਦਈਏ। ਹਾਂਜੀ, ਬੰਤਾ ਸਿੰਘ ਕਹਿੰਦੇ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਤੇ ਸਾਨੂੰ ਕਿਸੇ ਧਰਮ ਤੇ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਮੈਂ ਇੱਕ ਮਿੰਟ, ਤੁਸੀਂ ਰੋਕ ਹੀ ਲੈਣਾ ਜੀ, ਮੇਰੀ ਰਿਕਾਰਡਿੰਗ ਵੀ ਰੋਕੋ ਜੀ 1 ਮਿੰਟ। ਹਾਂਜੀ, ਮੈਂ ਆਡਿਟ ਕਰਨਾ ਬਾਅਦ ਚ। ਹਾਂ, ਰੋਕੋ 1 ਮਿੰਟ, ਮੈਂ ਉਹ ਪੇਜ ਹੀ ਕੱਢ ਲਵਾਂ ਜੀ ਹੁਣ। ਕੋਈ ਗੱਲ ਨਹੀਂ, ਤੁਸੀਂ ਕੱਢੋ ਜੀ ਪੇਜ। ਹਾਂਜੀ, ਚਲੋ ਜੀ। ਹਾਂਜੀ, ਇਹ ਕਹਿੰਦੇ ਜੀ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਤੇ ਮੈਂ 662 ਪੰਨੇ ਤੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਕੋਟ ਕਰਨ ਲੱਗਾ ਜੀ। ਹਾਂਜੀ, ਸਰੋਤਾਜਨ ਨੋਟ ਕਰ ਲੈਣ, 662 ਪੇਜ ਤੇ ਹੈ, ਗੁਰੂ ਨਾਨਕ ਸਾਹਿਬ ਦਾ ਹੀ ਹੈ। ਰਹਾਉ ਤੋਂ ਬਾਅਦ ਕਹਿੰਦੇ ਆ, ਜਾਂ ਮੈਂ ਸ਼ੁਰੂ ਕਰ ਲੈਣਾ, ਧਨਾਸਰੀ ਮਹਿਲਾ ਪਹਿਲਾ, ਕਾਇਆ ਕਾਗਦ ਮਨ ਪ੍ਰਵਾਣਾ, ਸਿਰਕੇ ਲੇਖ ਨ ਪੜ੍ਹ ਆਣਾ, ਦਰਗਾਹ ਘੜੀਆ ਤੀਨੇ ਲੇਖ, ਖੋਟਾ ਕਾਮ ਨ ਆਵਾ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖਾ ਸਭ ਕੋਏ ਰਹਾਓ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣਾ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਜਿਹੜੇ ਤਿੰਨੋਂ ਰਸਤੇ ਉਸ ਵੇਲੇ ਸਿੱਖ ਧਰਮ ਦੇ ਰਸਤੇ ਸੀਗੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕੰਡੈਮ ਕੀਤਾ ਹੋਇਆ ਹੈ। ਉਜਾੜੇ ਦਾ ਬੰਦ ਦੱਸਿਆ ਵੀ ਤੁਸੀਂ ਇਹਨਾਂ ਆਪਣੀਆਂ ਰੋਹ ਰੀਤਾਂ ਦੇ ਰਾਹੀਂ ਲੋਕਾਂ ਨੂੰ ਲੁੱਟ ਰਹੇ ਹੋ। ਤੇ ਬੰਤਾ ਸਿੰਘ ਨੂੰ ਸਵਾਲ ਹੈ ਜੀ ਵੀ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਿੱਖ ਧਰਮ ਦਾ ਸੰਚਾਲਕ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ, ਫਿਰ ਤੇਰੀ ਮੰਨੀਏ ਜਾਂ ਫਿਰ ਗੁਰੂ ਨਾਨਕ ਸਾਹਿਬ ਦੀ ਮੰਨੀਏ? ਗੁਰੂ ਗ੍ਰੰਥ ਸਾਹਿਬ ਦੀ ਮੰਨੀਏ ਜਾਂ ਦਸਮ ਗ੍ਰੰਥ ਦੀ ਮੰਨੀਏ ਜਾਂ ਬੰਤਾ ਸਿੰਘ ਦੀ ਮੰਨੀਏ? ਕਿਹਦੀ ਮੰਨੀਏ? ਗੁਰੂ ਨਾਨਕ ਸਾਹਿਬ ਨੇ ਜੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਣਾ ਹੁੰਦਾ ਤੇ ਆਪਣਾ ਧਰਮ ਚਲਾਉਣ ਦੀ ਲੋੜ ਨਹੀਂ ਹੈ। ਆਪਣਾ ਇੱਕ ਅੱਡ ਗ੍ਰੰਥ ਹੋਰ ਲਿਖ ਕੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਭਾਈ ਗੁਰਦਾਸ ਵਾਰ ਪਹਿਲੀ ਦੀ 24ਵੀਂ ਪੌੜੀ ਦੇ ਵਿੱਚ ਹੈ। ਇਹ ਹਾਂਜੀ, ਕਰਨ ਦੀ ਲੋੜ ਨਹੀਂ ਸੀਗੀ।
ਜੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਫਿਰ ਆਪਣਾ ਆਪਣਾ ਅੱਡ ਜਿਹੜਾ ਹੈਗਾ ਹੈ ਸਿਧਾਂਤ ਪੇਸ਼ ਕਰਨ ਦੀ ਲੋੜ ਕੀ ਪੈ ਗਈ? ਲੋੜ ਕੀ ਪੈ ਗਈ? ਬੰਤਾ ਸਿੰਘ ਜੀ ਕਦੀ ਹਾਂਜੀ ਬੰਤਾ ਸਿੰਘ ਜੀ ਕਦੀ ਜਵਾਬ ਲਿਖਣਾ ਹੈ, ਫਿਰ ਤੁਹਾਨੂੰ ਹੋਰ ਅੱਗੇ ਚਲੋ ਜੀ। ਠੀਕ ਹੈ ਜੀ, ਇਹ ਤਾਂ ਪੁਆਇੰਟ ਮੈਂ ਸੋਚਿਆ ਹੀ ਨਹੀਂ ਸੀ ਵੀ ਇਹਦੀ ਵੀ ਆਪਾਂ ਡਿਸਕਸ ਕਰਨਾ, ਤੇ ਤੁਸੀਂ ਤਾਂ ਪਹਿਲੇ ਸਟੈਪ ਤੇ ਮੀਨਸ ਨੋ ਬਾਲ ਕਰਤੀ ਜੀ। ਹਾਂਜੀ ਨਹੀਂ ਕਰਨਾ ਪੈਣਾ ਨਾ, ਹਾਂਜੀ ਲਾਈਨ ਬਾਈ ਚੱਲਣਾ ਪੈਣਾ। ਨਹੀਂ ਹਾਂ ਬਿਲਕੁਲ ਜੀ, ਮੈਂ ਜਾਨੀ ਇਹ ਪੁਆਇੰਟ ਆਪ ਨਹੀਂ ਸੀ ਮੈਂ ਸੋਚਿਆ ਵੀ ਇਹ ਬਿਲਕੁਲ ਵੀ ਕ੍ਰਿਟਿਸਿਜ਼ਮ ਤੁਸੀਂ ਕਰ ਸਕਦੇ ਹੋ ਅਗਰ ਦੂਸਰੇ ਧਰਮ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਗਲਤ ਲੱਗਦਾ ਹੈਗਾ, ਐਸੇ ਕਰਕੇ ਮੀਨਸ ਉਹ ਇੱਕ ਧਰਮ ਦੇ ਵਿੱਚੋਂ ਤਾਂ ਨਿਕਲੇ ਨੇ, ਜਾਨੀ ਤੁਹਾਡੇ ਕਹਿਣ ਦਾ ਤੁਸੀਂ ਸਪਸ਼ਟ ਕਰਤਾ। ਅਗਰ ਉਹਨਾਂ ਨੂੰ ਸਾਰਾ ਕੁਝ ਠੀਕ ਲੱਗਦਾ ਆਪਣੇ ਹਿੰਦੂ ਮਤ ਦੇ ਵਿੱਚ ਤਾਂ ਫਿਰ ਉਹ ਉਸੇ ਵਿੱਚ ਰਹਿੰਦੇ ਜੀ। ਇਹਨਾਂ ਦੇ ਦੇਵੀ ਦੇਵਤਿਆਂ ਦੀ ਉਹ ਛਿੱਲ ਦੇੜੀ ਹੋਈ ਹੈ ਜਿਹਦੀ ਬਾਰੇ ਸਾਨੂੰ ਕਹਿੰਦੇ ਅਸੀਂ 10 ਗ੍ਰੰਥ ਪੜ੍ਹੋ ਤੇ ਤੁਹਾਨੂੰ ਪੂਰਾ ਰੈਫਰੈਂਸ ਮਿਲ ਜਾਏਗਾ ਉਹਨਾਂ ਦਾ। ਸਾਨੂੰ ਉਹਨਾਂ ਦੀ ਲੈਣ ਦੀ ਕੀ ਲੋੜ ਹੈ? ਜਦੋਂ ਬ੍ਰਹਮਾ ਨੂੰ ਲਿਖ ਦਿੱਤਾ ਜਾਂ ਆਪਣੇ ਇੰਦਰ ਨੂੰ ਲਿਖਤਾ ਵੀ ਗੌਤਮ ਤਫਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਲਬਾਇਆ ਸਹਿਸ ਸਰੀਰ ਚਿੰਨ ਭਾਗ ਹੋਏ ਤਾਂ ਮਨ ਪਛੋਤਾਇਆ। ਇਹਦੇ ਚ ਹੁਣ ਉਹਨਾਂ ਨੇ ਦੱਸ ਦਿੱਤਾ ਵੀ ਇੰਦਰ ਦੇ ਸਰੀਰ ਦੇ ਉੱਤੇ ਇਸਤਰੀ ਦੇ ਗੁਪਤ ਅੰਗਾਂ ਦੇ ਸ਼ਰਾਪ ਦੀ ਵਜ੍ਹਾ ਕਰਕੇ ਇੰਨੇ ਚਿੰਨ ਬਣ ਗਏ। ਉਹ ਇਹ ਨਹੀਂ ਕਹਿੰਦੇ ਵੀ ਹੋਇਆ ਕਿ ਨਹੀਂ ਹੋਇਆ, ਉਹ ਇਹਨਾਂ ਦੇ ਗ੍ਰੰਥਾਂ ਦਾ ਰੈਫਰੈਂਸ ਦੇ ਕੇ ਇਹਨਾਂ ਨੂੰ ਕੱਟ ਰਹੇ ਆ। ਤੇ ਬੰਤਾ ਸਿੰਘ ਕਿੱਦਾਂ ਕਹੇਗਾ ਵੀ ਸਾਨੂੰ ਇਹਨਾਂ ਗ੍ਰੰਥਾਂ ਜੇ ਉਹਨਾਂ ਦਾ ਹੀ ਸਤਿਕਾਰ ਕਰਨਾ ਤਾਂ ਫਿਰ ਸਾਨੂੰ ਬੋਧੀ ਰੱਖ ਲੈਣੀ ਚਾਹੀਦੀ ਹੈ। ਸਾਨੂੰ ਮੰਦਿਰ ਜਾ ਕੇ ਪਰਥਾਂ ਨੂੰ ਬੁੱਤ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ, ਇਹ ਤਾਂ ਕੱਟਿਆ ਹੋਇਆ ਇਹਨਾਂ ਸਾਰੀਆਂ ਗੱਲਾਂ ਨੂੰ। ਬੁੱਤ ਪੂਜਨ, ਹਾਂਜੀ ਬੁੱਤ ਪੂਜਣਾ, ਸਿਰ ਨੂੰ ਆਉਣਾ, ਜਿਹੜੀ ਉਹ 5 ਨਮਾਜ਼ਾਂ 5 ਪੀਰ 5 ਨਾਓ, ਉਹਨਾਂ ਨੇ ਇਹ ਡੈਫੀਨੇਸ਼ਨ ਦਿੱਤੀ ਹੋਈ ਹੈ ਵੀ ਐ ਮੁਸਲਮਾਨ ਵੀਰ ਜੇ ਤੂੰ ਮੁਸਲਮਾਨ ਬਣਨਾ ਚਾਹੁੰਦਾ, ਮੁਸਲਮਾਨ ਕਹਾਵਣ ਮੁਸ਼ਕਲ ਜੇ ਹੋਏ ਤਾਂ ਮੁਸਲਮਾਨ ਕਹਾਵਾ। ਜੇ ਤੂੰ ਚੰਗਾ ਮੁਸਲਮਾਨ ਹੋਏਗਾ ਤਾਂ ਮੈਂ ਤੈਨੂੰ ਕਹਾਂਗਾ, ਫਿਰ ਤੇਰਾ ਨਾਮ ਮੁਸਲਮਾਨ ਪਏਗਾ, ਪਰ ਤੂੰ ਮੁਸਲਮਾਨ ਹੈ ਹੀ ਨਹੀਂ। ਇਹ ਗੱਲਾਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਚ ਸਾਨੂੰ ਮਿਲਦੀਆਂ। ਸਾਨੂੰ ਕਿਸੇ ਹੋਰ ਗ੍ਰੰਥ ਦੇ ਵਿਸਤਾਰ ਵਿੱਚ ਜਾਣ ਦੀ ਲੋੜ ਨਹੀਂ, ਜਿਨ੍ਹਾਂ ਦੇ ਗ੍ਰੰਥ ਆ ਉਹ ਸਾਂਭੀ ਰੱਖਣ। ਹਾਂਜੀ ਵੀਰ ਜੀ ਚਲੋ ਅੱਗੇ। ਉਮੀਦ ਹੈ ਜੀ ਬੰਤਾ ਸਿੰਘ ਜੀ ਇਹ ਤੁਹਾਡੀ ਇਸ ਟਿੱਪਣੀ ਦਾ ਜਵਾਬ ਜ਼ਰੂਰ ਦੇਣਗੇ ਜਿਹੜਾ ਤੁਸੀਂ ਕਾਊਂਟਰ ਕੀਤਾ ਉਹਨਾਂ ਦੇ ਆਰਗੂਮੈਂਟ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਦਸਮ ਗ੍ਰੰਥ ਦੀ ਬਾਣੀ ਦਾ ਵੀ ਅਦਬ ਕਰਨਾ ਹੈ, ਕਿਉਂਕਿ ਅਗਰ ਨਿੰਦਕਾਂ ਦੇ ਪਿੱਛੇ ਲੱਗ ਕੇ ਅਸੀਂ ਦਸਮ ਬਾਣੀ ਨੂੰ ਛੱਡਦੇ ਹਾਂ ਤਾਂ ਇਸ ਗੱਲ ਦਾ ਧਿਆਨ ਰੱਖਿਓ ਅਸੀਂ ਬੜਾ ਕੁਝ ਗਵਾ ਲਵਾਂਗੇ। ਇੱਕ ਤਾਂ ਦਸਮ ਗ੍ਰੰਥ ਸਾਹਿਬ ਨੂੰ ਜਦੋਂ ਮੰਨਣੋਂ ਹਟ ਗਏ ਤੇ ਸਾਡੀ ਖੰਡੇ ਦੀ ਪੌਲ ਦੀ ਮਰਿਆਦਾ ਖੰਡਿਤ ਹੋਵੇਗੀ। 5 ਬਾਣੀਆਂ ਨੇ ਰੋਕਣਾ ਜੀ। ਹਾਂਜੀ, ਪਹਿਲੀ ਗੱਲ ਤਾਂ ਇਹਨੂੰ ਇਹ ਨਹੀਂ ਪਤਾ ਇਹ ਖੰਡੇ ਦੀ ਪੌਲ ਨਹੀਂ, ਖੱਡੇ ਨੂੰ ਲਾ ਨਹੀਂ ਹੈਗੀ। ਜਿਹੜੀ 41ਵੀਂ ਵਾਰ ਦੂਸਰੇ ਭਾਈ ਗੁਰਦਾਸ ਦੀ ਵਾਰ ਹੈਗੀ ਹੈ, 12 ਭਾਈ ਗੁਰਦਾਸ ਦੀਆਂ ਜਿਹੜਾ ਗੁਰਦਾਸ ਗੁਰੂ ਅਰਜਨ ਪਾਤਸ਼ਾਹ ਦਾ ਸਮਕਾਲੀ ਹੈ, ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ, 5ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ, ਉਹਦੀਆਂ 40 ਵਾਰਾਂ ਤੇ 41ਵੀਂ ਵਾਰ ਕੋਈ ਹੋਰ ਭਾਈ ਗੁਰਦਾਸ ਹੈਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਬਾਅਦ ਚ ਹੋਇਆ। ਉਹਨੇ ਜ਼ਿਕਰ ਕੀਤਾ ਪੀਓ ਪਹੁਲ ਖੰਡ ਧਾਰ ਹੋਏ ਜਨਮ ਸਹੇਲਾ। ਸੱਜਣ ਜਿਹੜੇ ਸੁਣ ਰਹੇ ਆ ਉਹ ਨੋਟ ਕਰਨ, 41ਵੀਂ ਵਾਰ ਜਿੱਥੋਂ ਇਹਨਾਂ ਨੇ ਇਹ ਖੰਡੇ ਦੀ ਪਹੁਲ ਲਈ ਹੈ, ਖੰਡੇ ਦੀ ਪਹੁਲ ਨਹੀਂ ਹੈ, ਉੱਥੇ ਖੰਡ ਧਾਰ ਲਿਖਿਆ ਹੋਇਆ। ਮੈਂ ਹੋਰ ਕਦੇ ਵੀ ਹਿਸਟਰੀ ਦੀਆਂ ਕਿਤਾਬਾਂ 'ਚ ਕਦੇ ਨਹੀਂ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਖੰਡਾ ਰੱਖਦੇ ਸੀ ਕੋਲੇ। ਇਹ ਖੰਡਾ ਦਸਮ ਗ੍ਰੰਥ ਦੀ ਉਪਜ ਹੈ। ਜਦੋਂ ਗੁਰੂ ਗੋਬਿੰਦ ਸਿੰਘ ਪਿਛਲੇ ਜਨਮ ਦੇ ਵਿੱਚ ਹੇਮਕੁੰਟ 'ਚ ਤਪੱਸਿਆ ਕਰਦੇ ਆ, ਉੱਥੇ ਉਹ ਦੇਵੀ ਦੀ ਮਦਦ ਕਰਦੇ, ਜਿਹੜੀ ਦੇਵੀ ਆਪ ਦੈਂਤਾਂ ਦੇ ਮੂਹਰੇ ਲਾ ਕੇ ਭੱਜੀ ਜਾਂਦੀ ਹੈ, ਉਹਦੀ ਇਹ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮਦਦ ਕਰਦੇ ਆ। ਤੇ ਉਹੀ ਦੇਵੀ ਇਹਨਾਂ ਨੂੰ ਖੰਡਾ ਦਿੰਦੀ ਹੈ ਵੀ ਆਹ ਤੁਸੀਂ ਖੰਡਾ ਲੈ ਜਾਓ, ਇਹਦੇ ਨਾਲ ਤੁਸੀਂ ਧਰਮ ਚਲਾਉਣਾ ਤੇ ਉੱਥੇ ਆ ਕੇ ਮੈਂ ਤੁਹਾਡੀ ਮਦਦ ਕਰਾਂਗੀ। ਜਿਹੜੀ ਪਿਛਲੇ ਜਨਮ 'ਚ ਨਹੀਂ ਤੂੰ ਆਪਦੀ ਰੱਖਿਆ ਦੇਵੀਏ ਆਪ ਨਹੀਂ ਕਰ ਸਕੀ, ਉਹ ਗੁਰੂ ਗੋਬਿੰਦ ਸਿੰਘ ਦੀ ਅਗਲੇ ਜਨਮ 'ਚ ਪਤਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਜੀ, ਇਸ ਤਰ੍ਹਾਂ ਦੇ ਜਨਮਾਂ ਦੀ ਪਿਛਲੇ ਤੇ ਅਗਲੇ ਜਨਮਾਂ ਦੀ ਗੱਲ ਨੂੰ ਗੁਰਬਾਣੀ ਬਿਲਕੁਲ ਨਹੀਂ ਮੰਨਦੀ। ਗੁਰੂ ਨਾਨਕ ਸਾਹਿਬ ਦਾ ਸ਼ਲੋਕ ਮੈਨੂੰ ਯਾਦ ਹੈ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ, ਵੀ ਪਹਿਲਾਂ ਮੇਰਾ ਕੌਣ ਬਾਪ ਸੀ ਕੌਣ ਮਾਂ ਸੀ, ਕਿੱਥੋਂ ਮੈਂ ਆਇਆ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜਾ ਕਾਹੇ ਕੰਮ ਪਾਏ। ਮਾਂ ਤੇ ਪਿਓ ਦੇ ਮੇਲ ਨੇ ਮੈਨੂੰ ਕਿਹੜੇ ਕੰਮ ਵਾਸਤੇ ਅੱਜ ਪੈਦਾ ਕੀਤਾ, ਮੈਨੂੰ ਤਾਂ ਅੱਜ ਨਹੀਂ ਪਤਾ। ਕਾਹੇ ਕੰਮ ਪਾਏ ਦਾ ਮਤਲਬ ਇਹ ਹੁੰਦਾ ਵੀ ਮੈਨੂੰ ਕਿਹੜੇ ਕੰਮ ਵਾਸਤੇ ਉਹਨਾਂ ਨੇ ਪੈਦਾ ਕੀਤਾ ਮੈਨੂੰ ਨਹੀਂ ਪਤਾ। ਤੇਰੇ ਸਾਹਿਬਾ ਕੌਣ ਜਾਣਾ ਗੁਣ ਤੇਰੇ, ਕਹੀ ਨਾ ਜਾਈ ਆਪਣ ਮੇਰੇ। ਇਹ ਸਾਰਾ ਸ਼ਲੋਕ ਪਿਛਲੇ ਅਗਲੇ ਜਨਮਾਂ ਦੀ ਗੱਲ ਸਿੱਖ ਧਰਮ ਦਾ ਨੂੰ ਕੱਟਦਾ ਹੈ ਤੇ ਸਿੱਖ ਧਰਮ ਦਾ ਸੰਬੰਧ ਸਾਡੇ ਸਿਰਫ ਇਸ ਪ੍ਰੈਜੈਂਟ ਲਾਈਫ ਨਾਲ ਹੈ। ਇਸ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਕੀ ਹੋਇਆ ਸੀ, ਉਹ ਬਾਹਮਣਾਂ ਦੀ ਲਿਖਤਾਂ 'ਚ ਤੇ ਉਹ ਮੁੱਲਾਂ ਮਲਾਣਿਆਂ ਦੀਆਂ ਲਿਖਤਾਂ 'ਚ ਹੋਊਗਾ। ਉਹਨਾਂ ਦੇ ਧਰਮ ਦਾ ਅੰਗ ਹੋ ਸਕਦਾ ਹੈ। ਸਾਨੂੰ ਫਰਮਾਨ ਹੈਗਾ ਪੰਡਤ ਮੁੱਲਾਂ ਜੋ ਲਿਖਦੀ ਆ, ਛਾੜ ਚਲੇ ਹਮ ਕਛੂ ਨਾ ਲਿਆ। ਬਾਹਮਣ ਗੁਰੂ ਹੈ ਜਗਤ ਦਾ ਭਗਤਨ ਕਾ ਗੁਰਨਾ,
ਪੰਡਤ ਮੁੱਲਾ ਛਾੜੇ ਦੋ, ਹਮੜਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ, ਜੋ ਉਹਨਾਂ ਨੇ ਲਿਖਿਆ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤੋ ਇਸ ਕਰਕੇ ਜੀ ਸਾਨੂੰ ਆਪਣੇ ਜਿਹੜਾ ਹੈਗਾ ਇਸ਼ਟ ਦੀ ਗੱਲ ਕਰਨੀ ਚਾਹੀਦੀ, ਸਾਨੂੰ ਕਿਸੇ ਦੇ ਹੋਰ ਇਸ਼ਟ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਹੈ। ਜੇ ਇਸ਼ਟ ਦੂਜਿਆਂ ਦੇ ਚੰਗੇ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਮੈਂ ਜੇ ਲਾ ਕੇ ਗੱਲ ਕਰ ਰਿਹਾ ਜੀ, ਕੋਈ ਕੱਲ ਨੂੰ ਇਹਦੇ ਵਿੱਚੋਂ ਇੱਕ ਲਾਈਨ ਕੱਢ ਲਵੇ। ਜੇ ਦੂਸਰਿਆਂ ਦੇ ਇਸ਼ਟ ਚੰਗੇ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਗਲਤੀ ਕੀਤੀ ਆਪਣਾ ਨਵਾਂ ਨਿਰਮਲ ਪੰਥ ਚਲਾ ਕੇ। ਖਾਲਸਾ ਜੀ ਫੈਸਲਾ ਤੁਸੀਂ ਕਰਨਾ। ਹਾਂਜੀ ਅੱਗੇ ਚੱਲੋ ਜੀ। ਦੀ ਮਰਿਆਦਾ ਖੰਡਿਤ ਹੋਵੇਗੀ। 5 ਬਾਣੀਆਂ ਨੇ। ਜਦੋਂ ਖੰਡੇ ਦੀ ਪੌਲ ਅੰਮ੍ਰਿਤ ਤਿਆਰ ਹੁੰਦਾ ਹੈ, ਜਪਜੀ ਸਾਹਿਬ, ਆਨੰਦ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ। ਰੋਕ ਲਓ ਜੀ, ਇਹਦੀਆਂ ਆਪਾਂ 5 ਬਾਣੀਆਂ ਦੀ ਵੀ ਗੱਲ ਕੱਟ ਦਈਏ। ਪਹਿਲੀ ਗੱਲ ਤਾਂ ਬੰਤਾ ਸਿੰਘ ਜੀ, ਤੁਹਾਡੇ ਕੋਲ ਕੋਈ ਵੀ ਸਬੂਤ ਨਹੀਂ ਹੈਗਾ, ਕੋਈ ਵੀ ਸਬੂਤ ਨਹੀਂ ਹੈਗਾ ਕਿ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੌਲ, ਖੰਡ ਬਾਟੇ ਦੀ ਪੌਲ ਤਿਆਰ ਕਰਦੇ ਸਮੇਂ ਕਿਹੜੀ ਬਾਣੀ ਪੜ੍ਹੀ ਤੇ ਕਿਹੜੀ ਨਹੀਂ ਪੜ੍ਹੀ। ਬਿਲਕੁਲ ਤੁਹਾਡੇ ਕੋਲ ਕੁਝ ਨਹੀਂ ਹੈਗਾ। ਤੁਸੀਂ ਬਿਲਕੁਲ ਅਵਲਾ ਸਵਲਾ ਬੋਲ ਰਹੇ ਹੋ। ਤੁਹਾਨੂੰ ਧਿਆਨ ਨਾਲ ਬੋਲਣ ਦੀ ਲੋੜ ਹੈ। ਮੇਰੇ ਹੱਥ ਦੇ ਵਿੱਚ ਪ੍ਰੇਮ ਸਮਾਰਕ ਗ੍ਰੰਥ ਹੈ ਜੀ। ਹਾਂਜੀ, ਮੈਂ ਉਹਦਾ ਰੈਫਰੈਂਸ ਦਿਆਂਗਾ। ਪ੍ਰੇਮ ਸਮਾਰਕ ਗ੍ਰੰਥ ਰਿਟਨ ਬਾਈ ਭਾਈ ਰਣਧੀਰ ਸਿੰਘ, ਰਿਸਰਚ ਸਕਾਲਰ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਈ ਰਣਧੀਰ ਸਿੰਘ ਖੰਡ ਕੀਰਤਨ ਜਥੇ ਵਾਲੇ ਦੀ ਨਹੀਂ ਮੈਂ ਗੱਲ ਕਰ ਰਿਹਾ। ਇਹ ਭਾਈ ਰਣਧੀਰ ਸਿੰਘ ਜਿਹੜੇ ਹੈਗੇ ਆ ਰਿਸਰਚ ਸਕਾਲਰ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਇਹ ਉਹਨਾਂ ਦਾ ਬੜੀ ਲੰਮੀ ਖੋਜ ਬਾਅਦ ਲਿਖਿਆ ਹੋਇਆ ਗ੍ਰੰਥ ਹੈ। ਇਹ ਕਿਹੜੇ ਸਮੇਂ ਮੇਰੇ ਹੱਥ ਕਿਹੜੇ ਸਮੇਂ ਦਾ ਯਾਨੀ ਟਾਈਮਲਾਈਨ ਕੀ ਹੈ ਜੀ ਇਹਨਾਂ ਦੀ, ਜਿਹਨਾਂ ਦੇ? ਹਾਂਜੀ ਮੈਂ ਦੱਸ ਦਿੰਦਾ ਜੀ। ਇਹਦੇ ਪੇਜ ਤੇ ਲਿਖਿਆ ਹੈ 1967 ਦੇ 68 ਦੇ ਕਿਤੇ ਆਸ-ਪਾਸ ਲਿਖਿਆ ਹੋਣਾ ਚਾਹੀਦਾ ਜੀ। ਹਾਂ 1953 ਚ ਜੀ। 53, ਠੀਕ ਹੈ ਜੀ। ਹਾਂ 1953 ਦੇ ਵਿੱਚ ਇਹ ਲਿਖਿਆ ਗਿਆ। ਇਹ ਕੋਈ ਅੱਜ ਨਹੀਂ ਛਾਪਿਆ ਵੀ ਅਸੀਂ ਕਹਿ ਕੇ ਕਿਸੇ ਨੂੰ ਲਿਖਵਾ ਲਿਆ। ਹਾਂਜੀ, ਗੰਡਾ ਸਿੰਘ ਸਕੱਤਰ ਨੇ 1953 ਵਿੱਚ ਇਹਦਾ ਆਰੰਭਕ ਸ਼ਬਦ ਲਿਖਿਆ ਹੈ ਤੇ ਪ੍ਰਿੰਟਡ ਹੀਰਨ ਗੇਟ ਪਹਿਲੀ ਵਾਰ 1953 ਚ ਹੀ ਛਪਿਆ ਜੀ। ਠੀਕ ਹੈ ਜੀ। ਹਾਂਜੀ, ਪਹਿਲੀ ਵਾਰ 1953 ਚ, ਫਿਰ ਦੂਜੀ ਵਾਰ 1965 ਚ ਤੇ ਤੀਜੀ ਵਾਰ 2000 ਦੇ ਵਿੱਚ। ਇਹ 3 ਵਾਰ ਪ੍ਰਿੰਟ ਹੋ ਚੁੱਕਿਆ ਜੀ। ਗ੍ਰੰਥ ਅਵੇਲੇਬਲ ਹੈ। ਬਹੁਤ ਸਾਰੇ ਲੋਕ ਨਾ ਡਰ ਜਾਂਦੇ ਜੋ ਗ੍ਰੰਥ ਕਹੀਦਾ। ਇਹਦੇ ਤਕਰੀਬਨ ਮੇਰਾ ਖਿਆਲ 200 ਪੰਨੇ ਹੀ ਹੈ। ਨਹੀਂ ਜੀ 94 94 ਇੱਕ ਪੇਜ ਹੈਗੇ ਆ ਤੇ ਇਹਨਾਂ ਨੇ ਪੇਜ ਸਾਰੇ ਇੱਕ ਵੇਰਾ ਹੀ ਨਹੀਂ ਦਿੱਤੇ ਗਏ ਵਿੱਚ। ਮਤਲਬ 150 ਪੰਨੇ ਤੋਂ ਜ਼ਿਆਦਾ ਮੋਟੀ ਕਿਤਾਬ ਨਹੀਂ ਹੈ ਜੀ। $3-4 ਦੀ ਇੱਥੋਂ ਗੁਰਫਤਿਹ ਸੈਂਟਰ ਤੋਂ ਮਿਲ ਜਾਂਦੀ ਹੈ। ਤੇ ਦੂਸਰੇ ਰਹਿਤਨਾਮੇ ਸੰਪਾਦਕ ਪਿਆਰਾ ਸਿੰਘ ਪਾਦਮ। ਇਹਦੇ ਵਿੱਚ ਬੜੇ ਰਹਿਤਨਾਮਿਆਂ ਦੇ ਵਿੱਚ ਇੱਕ ਨਹੀਂ, ਇਹ 10-15 ਰਹਿਤਨਾਮੇ ਜਿਹੜੇ ਭਾਈ ਨੰਦ ਲਾਲ ਤੋਂ ਲੈ ਕੇ ਇਹ ਭਾਈ ਪ੍ਰਹਲਾਦ, ਚੋਪਾ ਸਿੰਘ, ਗੁਰੂ ਗੋਬਿੰਦ ਸਿੰਘ ਦਾ ਜਿਹੜੇ ਖਿਡਾਰੀ ਸੀ, ਖਿਡਾਵਾ ਸੀਗਾ, ਫਿਰ ਉਹਦਾ ਵੀ ਹੈ, ਦਇਆ ਸਿੰਘ ਦਾ ਵੀ ਹੈ, ਭਾਈ ਪ੍ਰਹਲਾਦ ਦਾ ਇੱਕ ਜ਼ਿਕਰ ਆਪਾਂ ਕਰ ਚੁੱਕੇ ਹਾਂ, ਭਾਈ ਨੰਦ ਲਾਲ ਦੀ ਸਾਖੀ ਰਹਿਤ ਕੀ ਤੇ ਤਨਖਾਹਨਾਮਾ, ਨਸੀਹਤਨਾਮਾ, ਇਹ 3 ਲਿਖਤਾਂ ਦੇ ਵਿੱਚ ਭਾਈ ਨੰਦ ਲਾਲ ਦੀਆਂ ਵੀ ਹੈ। ਸੋ ਇਹ ਜਿਹੜੀ ਇਹ ਵੀ $2-3 ਦੀ ਕਿਤਾਬ ਹੈ ਜੀ, ਪਿਆਰਾ ਸਿੰਘ ਪਦਮ ਦੀ ਰਹਿਤਨਾਮਿਆਂ ਦੇ ਲਿਖਾਰੀ ਜਦੋਂ ਖੰਡੇ ਬਾਟੇ ਦੀ ਪੌਲ ਦੀ ਜ਼ਿਕਰ ਕਰਦੇ ਆ, ਅੰਮ੍ਰਿਤ ਕਹਿਣਾ ਇਹਨੂੰ ਗਲਤ ਹੈ ਜੀ ਬਿਲਕੁਲ। ਇਹਨੂੰ ਖੰਡੇ ਬਾਟੇ ਦੀ ਪੌਲ ਕਹਿਣਾ ਚਾਹੀਦਾ ਹੈ। ਤੇ ਪੌਲ ਸ਼ਬਦ ਦਾ ਕੀ ਅਰਥ ਹੈ ਜੀ ਆਪਣੇ ਗੁਰਚਰਨ ਸਿੰਘ ਜੀ? ਪੌਲ ਖੰਡੇ ਬਾਟੇ ਦੀ ਪੌਲ ਹੁੰਦੀ ਕੋਈ ਚੀਜ਼ ਕਿਸੇ ਨੂੰ ਦੇਣੀ ਛਕਾਉਣੀ। ਪੌਲ ਜਿਹਨੂੰ ਆਪਾਂ ਪਹਿਲਾਂ ਹੱਥ ਤੇ ਪਾ ਕੇ ਤੇ ਮੂੰਹ ਨੂੰ ਹੱਥ ਲਾ ਕੇ ਪੀ ਲੈਂਦੇ ਆ, ਉਹਨੂੰ ਕਹਿੰਦੇ ਆ ਪੌਲ। ਅੱਛਾ, ਜਿਵੇਂ ਆਪਾਂ ਜਿਵੇਂ ਪਾਣੀ ਪੀਂਦੇ ਆ, ਬੁੱਕ ਭਰ ਕੇ ਪਾਣੀ ਪੀਂਦੇ ਆ ਆਪਾਂ। ਜਦੋਂ ਜਾਂਦੇ ਨਾ ਮੰਦਿਰ ਦੀ ਤੁਸੀਂ ਖਿੱਚੋ ਤਸਵੀਰ, ਮੰਦਿਰ ਦੇ ਵਿੱਚ ਪੁਜਾਰੀ ਕੋਲ ਜਾਵੋ, ਬੂਟੀ ਨੂੰ ਮੱਥਾ ਟੇਕੋ, ਉਹ ਇੱਕ ਹੱਥ ਦੇ ਉੱਤੇ ਚਮਚੇ ਨਾਲ, ਕੜਛੀ ਜਿਹਦੇ ਨਾਲ ਪਾਣੀ ਪਾਉਂਦਾ ਉੱਪਰ ਕੁਛ। ਹਾਂਜੀ, ਚਮਚਾ ਕਹਿ ਲਓ, ਕੜਛੀ ਨਾਲ ਆਪਣੀ ਗੜਵੀ ਚੋਂ ਥੋੜਾ ਪਾਣੀ ਪਾਉਂਦਾ, ਉਹਨੂੰ ਵੀ ਪੌਲ ਹੀ ਕਹਿੰਦੇ ਆ। ਉਹਨੂੰ ਵੀ ਪੌਲ। ਅਸੀਂ ਉਸੇ ਦੇ ਨਾਲ ਖੰਡੇ ਬਾਟੇ ਦੀ ਪੌਲ ਲਾਇਆ ਲਫ਼ਜ਼, ਉਹ ਥੋੜਾ ਜਿਹਾ ਚੂਰਮਾ ਵੀ ਦਿੰਦਾ ਹੁੰਦਾ। ਠੀਕ ਹੈ। ਕੋਈ ਵੀ ਲਿਖਾਰੀ ਜਿੰਨੇ ਇਹਦੇ ਚ ਰਹਿਤਨਾਮੇ ਆ, ਕੋਈ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਨੇ ਆਹ ਬਾਣੀਆਂ ਪੜੀਆਂ। ਹਰ ਇੱਕ ਦਾ ਕੋਈ ਕਹਿੰਦਾ ਜਪਜੀ ਤੇ 5 ਪੌੜੀਆਂ ਆਨੰਦ ਪੜੀਆਂ, ਕੋਈ ਕਹਿੰਦਾ ਮੰਤਰ ਪੜਿਆ, ਕੋਈ ਕੁਛ ਕਹਿੰਦਾ ਤੇ ਕੋਈ ਕੁਛ ਕਹਿੰਦਾ। ਹੁਣ ਮੈਂ ਸਾਰੀ ਦੀ ਸਾਰੀ ਇਹ ਕਿਤਾਬ ਪੜ੍ਹ ਕੇ ਨਹੀਂ ਤੁਹਾਨੂੰ ਸੁਣਾ ਸਕਦਾ, ਪਰ ਸਰੋਤਾ ਜਨੋਂ $2-4 ਲਾਵੋ, ਰਹਿਤਨਾਮਿਆਂ ਦੀ ਕਿਤਾਬ ਲਓ, ਉੱਥੇ ਪੌਲ ਤਿਆਰ ਕਰਨ ਦਾ ਜਿਹੜਾ ਤਰੀਕਾ ਉਹਨਾਂ ਨੇ ਦੱਸਿਆ ਉਹ
ਆਪਣੇ ਆਪ ਜਦੋਂ ਤੁਸੀਂ ਪੜ੍ਹ ਲਿਆ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੋਈ ਵੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਤੇ ਇਹ ਬੰਤਾ ਸਿੰਘ ਕਿੱਥੋਂ ਪੰਜ ਬਾਣੀਆਂ ਚੁੱਕ ਕੇ ਲਿਆਏਗਾ। ਜਿਹੜਾ ਮੈਂ ਤੁਹਾਨੂੰ ਪ੍ਰੇਮ ਸਮਾਰਕ ਗ੍ਰੰਥ ਦਾ ਜ਼ਿਕਰ ਕਰ ਰਿਹਾ, ਇਹ 1953 ਚ ਛਾਪਿਆ ਉਹਨਾਂ ਨੇ, ਰਣਧੀਰ ਸਿੰਘ ਹੋਣਾ ਨੇ, ਤੇ ਇਹਦਾ ਖਾਸ ਕਰਕੇ 23ਵਾਂ ਪੰਨਾ 23 ਇਹ ਮੈਂ ਪੜ੍ਹ ਕੇ ਸੁਣਾ ਦਿੰਦਾ। ਇਹ ਹਨ ਅੰਮ੍ਰਿਤ ਸਾਜਨਾ ਸੰਬੰਧੀ ਪੁਰਾਤਨ ਲਿਖਾਰੀਆਂ ਦੇ ਬਿਆਨ, ਜਿਨ੍ਹਾਂ ਵਿੱਚੋਂ ਅੰਮ੍ਰਿਤ ਉੱਤੇ ਪੜ੍ਹੀਆਂ ਗਈਆਂ ਬਾਣੀਆਂ ਦਾ ਜ਼ਿਕਰ ਛਿੱਬਰ ਸਾਹਿਬ ਨੇ ਸ਼ੁਰੂ ਕੀਤਾ। ਛਿੱਬਰ ਆ ਕੇ 17ਵੀਂ 18ਵੀਂ ਸਦੀ ਦੇ ਐਂਡ ਤੇ 19ਵੀਂ ਸਦੀ ਦਾ ਸ਼ੁਰੂ ਦਾ ਲਿਖਾਰੀ ਹੈ ਜੀ ਇਹ। ਹਾਂਜੀ। ਉਹਨੇ ਜ਼ਿਕਰ ਸ਼ੁਰੂ ਕੀਤਾ ਸਿਰਫ ਦੋ ਬਾਣੀਆਂ ਦਾ, ਜਾਪ ਅਤੇ ਆਨੰਦ ਪੜ੍ਹੀਆਂ ਦੱਸਿਆ, ਔਰ ਮੁਨਸ਼ੀ ਖੁਸ਼ ਵਕਤ ਰਾਏ ਨੇ ਕੇਵਲ 5 ਸਵਈਏ। ਭਾਈ ਸੰਤੋਖ ਸਿੰਘ ਨੇ ਪਹਿਲਾਂ ਦੋਹਾਂ ਲਿਖਾਰੀਆਂ ਦੀਆਂ ਦਸੀਆਂ ਤਿੰਨੇ ਬਾਣੀਆਂ ਮਿਲਾ ਕੇ ਮੰਨ ਲਈਆਂ। ਇਹ ਪਰ ਸੁਧਰਮ ਮਾਰਗ ਗ੍ਰੰਥ ਇੱਕ ਹੋਰ ਹੈਗਾ ਜੀ, ਜਿਹੜਾ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦ ਚ ਲਿਖਿਆ ਗਿਆ ਹੈ, ਤੇ ਇਹਦਾ ਲਿਖਾਰੀ ਵੀ ਸੰਤ ਸਰੂਪ ਸਿੰਘ ਨਿਰਮਲਾ ਹੈ। ਇਹਦਾ ਹੁਣ ਕੋਈ ਖਾਸ ਮੇਰੇ ਕੋਲ ਉਹਦਾ ਗ੍ਰੰਥ ਵੀ ਨਹੀਂ ਹੈ ਤੇ ਨਾ ਮੈਂ ਦੱਸ ਸਕਦਾ ਵੀ ਇਹ ਕਦੋਂ ਲਿਖਿਆ ਗਿਆ, ਪਰ ਇਹ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ 1842 ਦੇ ਵਿੱਚ ਕੰਪਲੀਟ ਹੁੰਦਾ ਜੀ। 1820 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਤੇ 42 ਦੇ ਵਿੱਚ 22 ਸਾਲ ਦੀ ਮਿਹਨਤ ਨਾਲ ਕਵੀ ਸੰਤੋਖ ਸਿੰਘ ਨੇ ਉਹ ਲਿਖ ਕੇ ਗ੍ਰੰਥ ਅਕਾਲ ਤਖਤ ਤੇ ਰੱਖ ਦਿੱਤਾ ਸੀ, ਜਾਂ ਆਪਾਂ ਇਹ ਕਹਿ ਲਓ ਪੁਜਾਰੀ ਉੱਥੇ ਜਿਹੜੇ ਬੈਠੇ ਸੀ ਉਹਨਾਂ ਦੇ ਹਵਾਲੇ ਕਰਤਾ। ਉਹਨਾਂ ਨੇ ਉਹਦੇ ਚ ਕੀ ਰਲਾ ਮਲਾ ਕੀਤਾ ਸਾਨੂੰ ਨਹੀਂ ਪਤਾ ਲੱਗਦਾ, ਕਿਉਂਕਿ ਭਾਈ ਵੀਰ ਸਿੰਘ ਜਿਹੜੇ ਸਿੱਖ ਧਰਮ ਦੇ ਵਿੱਚ ਘੁਸਪੈਠੀਏ ਸੀ, ਉਹਨਾਂ ਨੇ ਉਹ ਓਰੀਜਨਲ ਲਿਖਤ ਖਤਮ ਕਰ ਦਿੱਤੀ ਛਾਪਣ ਤੋਂ ਬਾਅਦ, ਕਹਿੰਦੇ ਜੀ ਉਹ ਗੁੰਮ ਹੋ ਗਈ। ਥੋੜਾ ਜਿਹਾ ਤੁਹਾਨੂੰ ਇੰਟਰਪਟ ਕਰੂੰਗਾ, ਇਹ ਜਦੋਂ ਇਹ ਠੀਕ ਹੈ ਵੀ ਜਦੋਂ ਇਹਨਾਂ ਨੇ ਇਹ ਸਬਮਿਟ ਕੀਤਾ ਆਪਣਾ ਸਾਰਾ ਗ੍ਰੰਥ ਕਵੀ ਸੰਤੋਖ ਸਿੰਘ ਉਹਨਾਂ ਨੇ, ਤੇ ਉਹ ਤੋਂ ਸਬਮਿਟ ਕਰਨ ਤੋਂ ਕੁਝ ਮਹੀਨਿਆਂ ਬਾਅਦ, ਕਹਿੰਦੇ 3 ਮਹੀਨਿਆਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਜੀ ਅੰਡਰ ਮਿਸਟੀਰੀਅਸ ਸਰਕਮਸਟੈਂਸਸ। ਹਾਂਜੀ ਬਿਲਕੁਲ ਠੀਕ ਹੈ। ਇਹ ਬਹੁਤ ਵੱਡਾ ਯਾਨੀ ਪੁਆਇੰਟ ਹੈਗਾ ਜੀ, ਅਗਰ ਤੁਸੀਂ, ਕਿਉਂਕਿ ਉਹ ਤੋਂ ਇਮੀਡੀਏਟਲੀ ਬਾਅਦ ਡੈਥ ਹੋ ਜਾਣੀ ਤੇ ਮੀਨਸ ਕੋਈ ਮੌਕਾ ਉਹਨਾਂ ਨੂੰ ਮਿਲਿਆ ਹੀ ਨਹੀਂ ਹੈਗਾ ਉਹਦੇ ਵਿੱਚ, ਯਾਨੀ ਉਹਨੂੰ ਆਥੈਂਟਿਕ ਇਹ ਮੌਕੇ ਅੱਜ ਸਾਡੇ ਸਾਹਮਣੇ ਹਰਚਰਨ ਸਿੰਘ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ, 3 ਲੱਖ ਰੁਪਇਆ ਮਹੀਨਾ ਤਨਖਾਹ ਲੈਂਦਾ ਸੀ, ਉਹਦੇ ਨਾਲ ਕੀ ਹੋਇਆ, ਉਹ ਕਹਿੰਦਾ ਮੈਂ ਸੱਚ ਬੋਲੂੰਗਾ ਤੇ ਹੁਣ ਉਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ। ਇਹ ਤਾਂ ਅੱਜ ਵੀ ਹੋ ਰਿਹਾ ਜੀ, ਇਹ ਅੱਜ ਵੀ ਹੋ ਰਿਹਾ, ਉਦੋਂ ਹੀ ਨਹੀਂ ਹੋਇਆ, ਅੱਜ ਵੀ ਹੋ ਰਿਹਾ। ਬਿਲਕੁਲ ਤੁਸੀਂ ਠੀਕ ਨੋਟ ਕੀਤੀ ਗੱਲ। ਕਵੀ ਨੇ ਜਦੋਂ ਹੀ ਇਹਨੂੰ ਅਕਾਲ ਤਖਤ ਤੇ ਰੱਖਤਾ, ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ 2-4 ਮਹੀਨਿਆਂ ਚ। ਤੁਸੀਂ ਬਿਲਕੁਲ ਠੀਕ ਹੈ। ਇਹ ਜਿਹੜਾ 5 ਬਾਣੀਆਂ ਦਾ ਮੈਂ ਦੱਸ ਦੇਵਾਂ ਜੀ, ਸੁਧਰਮ ਮਾਰਗ ਗ੍ਰੰਥ ਦੇ ਲੇਖਕ ਨੇ ਜਾਪ ਦਾ ਛੰਦ, ਸਵਈਏ ਦਾ ਤੇ ਚੌਪੀ ਹੋਰ ਮਿਲਾ ਕੇ 5 ਨਾਗ ਪੂਰੇ ਕਰ ਦਿੱਤੇ। ਅੱਛਾ। ਇਹ ਜਾ ਕੇ ਸਾਡੇ ਕੋਲ ਕਿਧਰੇ 18ਵੀਂ ਸਦੀ ਦੇ ਐਂਡ ਚ 5 ਬਾਣੀਆਂ ਦਾ ਜ਼ਿਕਰ ਆਉਂਦਾ ਜੀ। 18ਵੀਂ ਸਦੀ ਦੇ ਐਂਡ ਚ, ਹਾਂਜੀ, ਕਿਉਂਕਿ ਆਪਣਾ ਤੁਸੀਂ ਨਹੀਂ 1842 19ਵੀਂ ਸਦੀ ਦੇ ਐਂਡ ਚ 1842 ਤਾਂ ਇਹ ਕਵੀ ਸੰਤੋਖ ਸਿੰਘ ਤਿੰਨੋਂ ਹੀ ਆਪਣੀਆਂ ਬਾਣੀਆਂ ਦਾ ਜ਼ਿਕਰ ਕਰਦਾ ਹੈ। 1842 ਤੋਂ 19ਵੀਂ ਸਦੀ ਦਾ ਅੱਧ ਹੋ ਗਿਆ ਨਾ ਜੀ। ਹਾਂਜੀ। 19ਵੀਂ ਸਦੀ ਦੇ ਐਂਡ ਵੱਲੀ ਨੂੰ ਜਾਵਾਂਗੇ ਤੇ 5 ਬਾਣੀਆਂ ਦਾ ਜਿਹੜਾ ਸਿਧਾਂਤ ਸਾਡੇ ਪੱਲੇ ਪਾਇਆ ਜਾਂ ਸਾਡੇ ਗੱਲ ਮੜਿਆ ਗਿਆ, ਮੈਂ ਫਿਰ ਤੁਸੀਂ ਵੀ ਪੜ੍ਹੇ ਲਿਖੇ ਆ, ਤੇ ਮੇਰੀ ਕੱਲ ਪਰਸੋਂ ਕਿਸੇ ਗੱਲ ਨਾਲ ਬੱਚੇ ਨਾਲ ਗੱਲ ਹੋ ਰਹੀ ਸੀ, ਉਹਦੇ ਮਾਲਾ ਪਾਈ ਸੀ ਹੱਥ 'ਚ ਤੇ ਕਹਿੰਦਾ ਜੀ ਮੈਂ ਜਪਜੀ ਪੜ੍ਹਦਾ ਹੁੰਦਾ ਨਿੱਤ। ਮੈਂ ਕਿਹਾ ਇੱਕ ਪਾਸੇ ਜਪਜੀ ਪੜ੍ਹਦਾ, ਦੂਜੇ ਪਾਸੇ ਮਾਲਾ ਪਾਈ ਫਿਰਦਾ, ਗੱਲ ਮੈਨੂੰ ਇਹ ਦੱਸ ਵੀ ਤੂੰ 10+2 ਜਿਹੜਾ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਵਾਲਾ ਸਿਲੇਬਸ ਸੀ ਉਹੀ ਪੜ੍ਹ ਕੇ ਕੀਤਾ ਜਾਂ ਤੇਰਾ ਸਿਲੇਬਸ ਬਦਲ ਗਿਆ? ਕਹਿੰਦਾ ਜੀ ਸਿਲੇਬਸ ਬਦਲਦਾ। ਤੇ ਮੈਂ ਕਿਹਾ ਫਿਰ ਤੂੰ ਹਰ ਰੋਜ਼ ਜਪਜੀ ਕਿਉਂ ਪੜ੍ਹੀ ਜਾਂਦਾ, ਤੇਰਾ ਸਿਲੇਬਸ ਨਹੀਂ ਬਦਲਣਾ ਚਾਹੀਦਾ। ਸਾਰਾ ਗੁਰੂ ਗ੍ਰੰਥ ਸਾਹਿਬ ਕਿਹਦੇ ਵਾਸਤੇ ਲਿਖਿਆ ਹੈ? ਇਹ ਸਾਰਾ ਗੁਰੂ ਪਿਆਰੇ ਸਿੱਖ ਭਰਾਵੋ, ਨਿਕਲੋ 5 ਬਾਣੀਆਂ ਦੇ ਚੱਕਰ ਚੋਂ। ਸਭ ਤੋਂ ਔਖੀ ਬਾਣੀ ਹੈ ਜਪਜੀ, ਜਿਹੜੀ ਪੜ੍ਹ ਕੇ ਸਮਝ ਹੀ ਨਹੀਂ ਪੈਂਦੀ, ਤੇ ਸਾਨੂੰ 50-50 ਸਾਲ ਇਹੀ ਪੜ੍ਹਾਈ ਜਾਂਦੇ ਆ। ਜਿਹੜਾ ਅੱਗੇ ਸੌਖਾ ਸਿਧਾਂਤ ਪਿਆ ਉਹ ਕੌਣ ਸਮਝੇਗਾ? ਮੇਰਾ ਸਵਾਲ ਹੈ ਤੁਹਾਨੂੰ। ਹੁਣ ਚਲੋ ਅੱਗੇ ਜੀ। ਠੀਕ ਹੈ ਜੀ। ਜਾਪ ਸਾਹਿਬ ਤੋਂ ਪ੍ਰਸਾਦ ਸਵਈਏ, ਚੌਪਈ ਸਾਹਿਬ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਨੇ। ਜਦੋਂ ਦਸਮ ਦੀ ਬਾਣੀ ਤੇ ਤੁਹਾਨੂੰ ਸ਼ੱਕ ਹੋ ਗਿਆ ਤੇ ਅੰਮ੍ਰਿਤ ਦੀ ਵਿਧੀ ਤੇ ਵੀ ਸ਼ੱਕ ਹੋਵੇਗਾ। ਅੰਮ੍ਰਿਤ ਨਹੀਂ ਛਕੋਗੇ, 5 ਕਕਾਰ ਨਹੀਂ ਪਾਓਗੇ, ਤੇ ਸਨਾਤਨ ਮਤੀਏ ਹਿੰਦੂ ਵੀਰ ਤੁਹਾਨੂੰ ਕੇਸਾਤਾਰੀ ਹਿੰਦੂ ਕਹਿਣਗੇ, ਕਿਉਂਕਿ ਜੇ ਸੁਨਨਤ ਹੈ ਤੇ ਮੁਸਲਮਾਨ। ਰੋਕ ਲਓ ਜੀ। ਹਾਂਜੀ, ਰੋਕ ਲਓ ਜੀ। ਇਹ ਸਰਦਾਰ ਬੰਤਾ ਸਿੰਘ ਜੀ, ਤੁਸੀਂ ਵੀ ਕਿਰਪਾਨਾਂ ਧਾਰੀ ਹਿੰਦੂ ਹੋ, ਕੇਸਾਧਾਰੀ ਹਿੰਦੂ ਹੋ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਸਾਰੇ ਹਿਸਟੋਰੀਅਨ ਕਹਿੰਦੇ ਆ ਕਿ 1699 ਦੀ ਵਿਸਾਖੀ ਤੇ ਇਕੱਠ ਹੋਇਆ 80,000 ਦਾ। ਮੈਂ ਕਹਿੰਦਾ 80 ਦਾ ਨਹੀਂ ਹੋਇਆ, 40 ਦਾ ਹੋਇਆ। ਹੋਰ ਘਟਾ ਲਓ, 30,000 ਦਾ ਹੋਇਆ।
ਔਰ ਸਾਰੇ ਹਿਸਟੋਰੀਅਨ ਇਸ ਗੱਲ ਨਾਲ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ 20,000 ਬੰਦਿਆਂ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ। ਤੇ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਜੇ ਹਰ ਇੱਕ ਬੰਦੇ ਨੇ ਖੰਡੇ ਬਾਟੇ ਦੀ ਪਹੁਲ ਲੈ ਕੇ ਸਿੱਖ ਬਣਨਾ ਹੈ ਤਾਂ ਫਿਰ ਕੀ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਗਲਤ ਕੰਮ ਕਰ ਗਏ ਕਿ ਉਹਨਾਂ ਨੇ 20,000 ਬੰਦੇ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਤੇ 10 ਨੂੰ ਦਿੱਤੀ ਨਹੀਂ? ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਕੋਲ ਮੰਗਦਾ। ਠੀਕ ਹੈ। ਸੋ ਹਾਂਜੀ, ਗੱਲ ਇਹ ਹੈ ਕਿ ਜਦੋਂ ਮੈਂ 67 ਚ ਹਰ ਐਤਵਾਰ ਨੂੰ ਜਦੋਂ ਖੰਡੇ ਬਾਟੇ ਦੀ ਪਹੁਲ ਅਕਾਲ ਤਖਤ ਤੇ ਦਿੰਦੇ ਸੀ, ਔਰ ਮੇਰਾ ਖਿਆਲ ਅੱਜ ਵੀ ਸਾਡੀ ਰਹਿਤ ਮਰਜ਼ਾਦਾ ਚ ਹੋਏਗਾ, ਜੇ ਕੱਢ ਨਹੀਂ ਦਿੱਤਾ ਤਾਂ ਉਸ ਵੇਲੇ ਪਹਿਲਾਂ ਐਲਾਨ ਕਰਦਾ ਸੀ ਜਿਹੜਾ ਬੰਦਾ ਖੰਡੇ ਬਾਟੇ ਦੀ ਪਹੁਲ ਖੰਡੇ ਬਾਟੇ ਦੇ ਪਹੁਲ ਦੇ ਅਬਲਾਖੀਆਂ ਨੂੰ ਦੇਣਾ, ਉਸ ਤੋਂ ਪਹਿਲਾਂ ਕਹਿੰਦਾ ਸੀ ਗੁਰੂ ਪਿਆਰੇ ਸਿੱਖ ਭਰਾਵੋ ਤੁਹਾਡੇ ਵਿੱਚ ਕੋਈ ਲੰਗੜਾ ਲੂਲਾ ਅਪਾਹਜ ਤੇ ਬੱਚਾ ਤਾਂ ਨਹੀਂ। ਤੇ ਰਾਣਾ ਜੀ ਇਸ ਪੰਕਤੀ ਨੂੰ ਹੁਣ ਤੁਸੀਂ ਨੋਟ ਕਰੋ, ਹਾਂਜੀ, ਤੁਹਾਡੇ ਵਿੱਚ ਕੋਈ ਲੰਗੜਾ ਲੂਲਾ ਅਪਾਹਜ ਤੇ ਬੱਚਾ ਤਾਂ ਨਹੀਂ, ਇਹ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਸੀ। ਇਸੇ ਕਰਕੇ ਐਡੇ ਵੱਡੇ ਇਕੱਠ ਚੋਂ 20,000 ਬੰਦਾ ਚੁਣ ਕੇ ਉਹਨਾਂ ਨੇ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ। ਇਹ ਫੌਜੀਆਂ ਵਾਸਤੇ ਸੀ। ਫੌਜੀਆਂ ਮਾਤਾ ਗੁਜਰੀ, ਹਾਂਜੀ, ਮਾਤਾ ਗੁਜਰੀ ਦਾ ਨਾਂ ਆ ਪਿਛਲੇ 25-30 ਸਾਲਾਂ ਤੋਂ ਇਹ ਗੁੱਜਰ ਕੌਰ ਰੱਖ ਲਿਆ ਇਹਨਾਂ ਨੇ। ਕਿੱਡਾ ਮਾਤਾ ਗੁਜਰੀ ਦਾ ਨਾਂ ਸੋਹਣਾ ਸੀ, ਇਹਨਾਂ ਨੇ ਬਦਲ ਕੇ ਗੁੱਜਰ ਕੌਰ ਕਰਤਾ, ਕਿਉਂਕਿ ਉਹਨੂੰ ਅੰਮ੍ਰਿਤ ਦੀ ਦਾਤ ਦੇਣੀ ਹੈ, ਉਹਨੂੰ ਕੌਰ ਬਣਾਉਣਾ ਇਹਨਾਂ ਨੇ। ਇਹ ਟਕਸਾਲੀਆਂ ਨੇ ਬਣਾਇਆ, ਇਹ ਬੰਤਾ ਸਿੰਘ ਉਹਨਾਂ ਨੇ ਬਣਾਇਆ। ਯਾਨੀ ਗੁਰੂ ਤੁਹਾਡਾ, ਸਾਹਿਬ, ਹਾਂਜੀ ਸੌਰੀ ਇੰਟਰਪਟ ਕੀਤਾ ਮੈਂ ਤੁਹਾਨੂੰ, ਕੰਟੀਨਿਊ ਹਾਂਜੀ, ਕਰੋ ਤੁਸੀਂ। ਨਹੀਂ ਕੋਈ ਗੱਲ ਨਹੀਂ ਜੀ। ਖੰਡੇ ਬਾਟੇ ਦੀ ਪਹੁਲ ਹਰ ਇੱਕ ਬੰਦੇ ਵਾਸਤੇ ਨਹੀਂ ਹੈ। ਇਹ ਗੱਲ ਜਿਹੜਾ 1699 ਦੀ ਵਿਸਾਖੀ ਨੂੰ ਕਿੰਨਿਆਂ ਨੂੰ ਦਿੱਤਾ ਕਿੰਨਿਆਂ ਨੂੰ ਨਹੀਂ ਦਿੱਤਾ, ਗੁਰੂ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਕਿ ਵੀ ਫਲਾਣੇ ਨੂੰ ਦੇਣਾ ਫਲਾਣੇ ਨੂੰ ਨਹੀਂ ਦੇਣਾ, ਇਸ ਕਰਕੇ ਨਹੀਂ ਉਹ ਜਿਹੜੇ ਬਾਕੀ ਬਚਦੇ ਸੀ ਨਹੀਂ ਦਿੱਤਾ। ਨਹੀਂ, ਉਹਨਾਂ ਨੇ ਚੁਣ ਕੇ ਰਿਸ਼ਟ ਪੋਸਟ ਬੰਦਿਆਂ ਨੂੰ ਜਿਨ੍ਹਾਂ ਦੀ ਫੌਜ ਬਣਾਉਣੀ ਸੀ ਉਹਨਾਂ ਨੂੰ। ਇਹ ਇੱਕ ਕਿਸਮ ਦੀ ਰਸਮ ਸੀ ਕਿ ਅੱਜ ਤੋਂ ਗੁਰੂ ਤੂੰ ਮੇਰਾ ਤੇ ਮੈਂ ਤੇਰਾ। ਜਦੋਂ ਹੁਣ ਅੱਗੇ ਚੱਲ ਕੇ ਆਪਾਂ ਕਰਨੀ ਸੀ ਗੱਲ, ਹੁਣ ਇੱਥੇ ਆਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਖਾਲਸਾ ਵਾਹਿਗੁਰੂ ਦਾ, ਫਤਿਹ ਵੀ ਵਾਹਿਗੁਰੂ ਦੀ, ਤੇ ਫਿਰ ਉਹ ਬੰਦੇ ਆਪਣੀਆਂ ਜਾਨਾਂ ਮਾਰ ਜਾਂਦੇ ਸੀ ਕਿ ਅਸੀਂ ਕਰ ਹੀ ਸਾਰਾ ਕੁਝ ਉਹਦੇ ਵਾਸਤੇ ਰਹੇ ਹਾਂ, ਆਪਣੀ ਜਾਨ ਬਚਾ ਕੇ ਕਰਨੀ ਕੀ ਹੈ। ਉਹ ਲੜ ਵਾਹਿਗੁਰੂ ਵਾਸਤੇ ਲੜਦੇ, ਵਾਹਿਗੁਰੂ ਦੀ ਜਿੱਤ ਵਾਸਤੇ ਲੜਦੇ ਸੀ। ਇਹ ਜਿਹੜੇ ਜੰਗੀ ਨਾਰੇ ਹੈਗੇ ਆ, ਇਹ ਦਸਮ ਗ੍ਰੰਥ ਚ ਵੀ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਤਾ ਸਿੰਘ, ਜੇ ਕਿਤੇ ਕਿਸੇ ਵੀ ਪੰਨੇ ਤੇ ਹੋਵੇ ਤਾਂ ਮੈਨੂੰ ਦੱਸ ਦੇਣਾ, ਮੈਂ ਪੰਨੇ ਸਾਰੇ ਦਸਮ ਗ੍ਰੰਥ ਦੇ ਇੱਕ ਵਾਰ ਨਹੀਂ 50 ਵਾਰਾਂ ਫਰੋਲ ਚੁੱਕਿਆ। ਹਾਂਜੀ, ਧੰਨਵਾਦ। ਅੱਗੇ ਚਲੋ ਜੀ। ਜੇ ਪੰਜ ਕਕਾਰਾਂ ਦਾ ਧਾਰਨੀ ਹੈ ਤੇ ਸਿੱਖ ਹੈ, ਤੇ ਜੇ ਜੰਜੂ ਦਾ ਧਾਰਨੀ ਹੈ ਤੇ ਹਿੰਦੂ ਹੈ। ਸੋ ਇਹ ਧਰਮ ਦੇ ਚਿੰਨ੍ਹ ਨੇ। ਇਸ ਗੱਲ ਦਾ ਖਾਸ ਖਿਆਲ ਰੋਕਣਾ ਜੀ, ਹਾਂਜੀ, ਰੋਕਣਾ। ਪੁਰਾਣੀਆਂ ਹੱਥ ਲਿਖਤਾਂ ਤੋਂ ਇਹ ਮਿਲਦਾ ਹੈ ਕਿ ਪੰਜ ਕਕਾਰ ਜਿਹੜੇ ਅੱਜ ਵਾਲੇ ਸੀ, ਇਹ ਪੰਜ ਨਹੀਂ ਸੀ, 3 ਸੀ। ਅੱਛਾ, ਕਾਰ ਪਰ ਇਹ ਕੇਸ ਕਕਾਰ ਨਹੀਂ ਹੈਗੇ ਜੀ। ਕੇਸ ਸਾਡੇ ਆਮ ਲੋਕ ਰੱਖਦੇ ਸੀ, ਪਰ ਇਹ ਆਮ ਪ੍ਰਚਲਿਤ ਹੋ ਗਿਆ ਸੀ ਵੀ ਜਿਹੜੇ ਗੁਰੂ ਦੇ ਸਿੱਖ ਹੈਗੇ ਉਹਨਾਂ ਨੇ ਦਾੜੀ ਕੇਸ ਰੱਖਣੇ ਹੀ ਰੱਖਣੇ ਆ। ਕਿਰਪਾਨ ਵਰਸ਼ਾ ਆਉਂਦਾ ਕਕਾਰਾਂ ਦੇ ਵਿੱਚ, ਰੱਖਿਆ ਵਾਸਤੇ ਢਾਲ ਆਉਂਦੀ ਹੈ। ਸ਼ਹਿਰਾ ਤਾਂ ਸਾਡੇ ਸਰੀਰ ਦੇ ਤਨ ਢੱਕਣ ਵਾਸਤੇ ਕੱਪੜਾ ਹੈ। ਕੱਪੜਾ, ਹਾਂਜੀ ਹਾਂਜੀ। ਕੜਾ 6ਵੇਂ ਪਾਤਸ਼ਾਹ ਤੋਂ ਪਾਇਆ ਜਾ ਰਿਹਾ ਹੈ। ਇਤਿਹਾਸਕ ਹਵਾਲੇ ਮਿਲਦੇ ਨੇ। ਕੜਾ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ, ਕੱਚ ਕੜਾ, ਕਛਹਿਰਾ, ਕਿਰਪਾਨ, ਕੇਸ, ਇਹ ਗੱਲਾਂ ਗਲਤ ਕਰਦੇ ਪਏ ਆ। ਕੜਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਜਿਹੜਾ ਬਾਹਮਣ ਲੈ ਕੇ ਜਾ ਰਿਹਾ ਸੀਗਾ, ਬਾਲਟੀਆਂ ਦੀਆਂ ਆਪਣੇ ਮਾਹਾਂ ਛੋਲਿਆਂ ਦਾ ਤੇ ਤੇਲ ਭਰ ਕੇ ਉਹਦੇ ਤੋਂ ਖੋਹ ਕੇ ਸਿੱਖਾਂ ਨੇ। ਇਸੇ ਕਰਕੇ ਤਾਂ ਕਹਾਣੀ ਉਹ ਆਉਂਦੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਪਾਸੇ ਜਾ ਕੇ ਉਹ ਬਾਹਮਣ ਫਿਰ ਸ਼ਿਕਾਇਤ ਕਰਦਾ, ਗੁਰੂ ਸਾਹਿਬ ਪ੍ਰੀਖਿਆ ਲੈਂਦੇ ਪਏ ਆ। ਬਾਹਮਣ ਨੂੰ ਕਾਫੀ ਸਾਰਾ ਮਾਲ ਦਿੱਤਾ, ਉਹਨਾਂ ਨੇ ਉਹ ਮਾਲ ਖੋ ਕੇ ਪਕੌੜੇ ਬਣਾਏ, ਬਾਲਟੀਆਂ ਢਾਲ ਕੇ ਉਹਨਾਂ ਦੇ ਕੜੇ ਬਣਾ ਕੇ ਪਾ ਲਏ। ਕਹਿੰਦੇ ਗੁਰੂ ਮਹਾਰਾਜ ਇਹ ਨਹੀਂ, ਇਹਨਾਂ ਦੇ ਕੋਲ ਨਹੀਂ ਜਾਣ ਦੇਣਾ। ਕਹਿੰਦੇ ਸ਼ਾਬਾਸ਼, ਅਸੀਂ ਤੁਹਾਨੂੰ ਵੇਖਣਾ ਹੀ ਆ ਵੀ ਤੁਸੀਂ ਰਹਿ ਚ ਪੱਕੇ ਹੋ। ਕੜੇ ਦਾ ਸੰਬੰਧ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਜਾ ਜੁੜਦਾ ਜੀ। ਹਾਂਜੀ, ਅੱਗੇ ਚਲੋ ਜੀ। ਠੀਕ ਹੈ ਜੀ, ਬਹੁਤ ਧੰਨਵਾਦ ਜੀ। ਕਲੀਅਰ ਕਰਨ ਵਾਸਤੇ ਇਹ ਚੀਜ਼ਾਂ, ਕਿਉਂਕਿ 5 ਕਕਾਰ ਨਹੀਂ ਹੈਗੇ, 3 ਕਕਾਰ ਨੇ। ਗੁਰੂ ਗੋਬਿੰਦ ਸਿੰਘ ਵੇਲੇ ਦੇਖੋ ਜੀ, ਇਹ ਕਕਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਦੰਦਾਂ 'ਚ ਖੁਰਚਣ ਵਾਲੀ ਜਿਹੜੀ ਕਿਰਪਾਨ ਆਹ ਨਾਨਕ ਸਰੀਏ ਪਾਉਂਦੇ ਆ ਧਾਗੇ 'ਚ ਲਪੇਟ ਕੇ, ਹਾਂਜੀ, ਇਹ ਕਿਰਪਾਨ ਨਹੀਂ ਹੈਗੀ। ਨਹੀਂ ਹੈਗੀ। ਇਹ ਦੰਦਾਂ ਦੇ ਵਿੱਚ ਜਿਹੜੀ ਮੈਲ ਫਸੀ ਹੁੰਦੀ ਉਹ ਤਾਂ ਕੱਢ ਸਕਦੇ ਆ। ਹਾਂਜੀ, ਮੈਂ ਤੁਹਾਨੂੰ ਆਪਣੇ ਘਰ ਦੀ ਇੱਕ ਗੱਲ ਹੈਪਨਿੰਗ ਹੋਈ ਸਾਡੇ ਨਾਲ। ਇਹ ਮੈਂ 72 ਚ ਬਾਹਰ ਜਾਣਾ ਜੀ, ਇਹ 70-71 ਦੀ ਗੱਲ ਹੈ। ਖੇਤ ਅਸੀਂ ਪਾਣੀ ਲਾਉਂਦੇ ਸੀ, ਐਤਵਾਰ ਦਾ ਦਿਨ ਸੀ, ਤੇ ਬਲਦ ਦੀ ਨੱਥ ਫਸ ਗਈ ਕਿੱਲੇ 'ਚ, ਤੇ ਬਲਦ ਡਿੱਗ ਪਿਆ। ਸਾਡੇ ਘਰ ਦੇ 3 ਪੀੜ੍ਹੀਆਂ ਤੋਂ ਖੰਡੇ ਬਾਟੇ ਦੀ ਪਹੁਲ ਦੇ ਧਾਰਨੀ ਕਹਿ ਲੋ, ਕਿਰਪਾਨ ਧਾਰੀ ਕਹਿ ਲੋ, ਕਾਲੀਆਂ ਦਾ ਘਰ ਵੱਜਦਾ। ਮੇਰੇ ਬਾਪੂ ਨੇ ਆਪਣੀ ਕਿਰਪਾਨ ਕੱਢੀ,
ਜਿਹੜੀ ਗਾਤਰੇ 6 ਇੰਚੀ ਵਾਲੀ ਪਾਈ ਹੁੰਦੀ ਸੀ, ਉਹਦੇ ਨਾਲ ਉਹਦੀ ਨੱਥ ਵੱਢਣ ਲੱਗਾ। ਹੁਣ ਨੱਥ ਨੂੰ ਇੱਕ ਤਾਂ ਵਟਾ ਦਿੱਤਾ ਹੁੰਦਾ ਜੀ, ਹਾਂਜੀ ਦੂਸਰਾ ਨੱਕ ਦੇ ਵਿੱਚੋਂ ਸੀਂਢ ਲੱਗ ਲੱਗ ਕੇ ਉਹ ਬੜੀ ਕੂਲੀ ਹੁੰਦੀ ਹੈ ਤੇ ਯਾ। ਬਲਦ ਮਰਨ ਵਾਲਾ ਹੋ ਗਿਆ। ਮੇਰਾ ਬਾਪੂ ਨੇ ਕਿਰਪਾਨ ਚਲਾ ਕੇ ਮਾਰੀ, ਕਹਿੰਦਾ ਅੱਜ ਹੀ ਇਹਦੀ ਲੋੜ ਪਈ ਸੀ, ਸਭ ਕੰਮ ਨਹੀਂ ਆਈ। ਮੈਨੂੰ ਕਹਿੰਦਾ ਭੱਜ ਕੇ ਦਾਤਰੀ ਆਰੀ ਵਾਲੀ ਦਾਤਰੀ ਦਾ, ਮੈਂ ਆਰੀ ਵਾਲੀ ਦਾਤਰੀ ਲਿਆਂਦੀ। ਉਹਨਾਂ ਦਿਨਾਂ 'ਚ ਆਰੀ ਵਾਲੀਆਂ ਦਾਤਰੀਆਂ ਆ ਗਈਆਂ ਸੀ, ਉਸ ਤੋਂ 10 ਸਾਲ 8 ਸਾਲ ਪਹਿਲਾਂ। ਹਾਂਜੀ ਦਾਤਰੀ ਨਾਲ ਉਹਦੀ ਨੱਥ ਵੱਢੀ ਤੇ ਬਲਦ ਬਚਾਇਆ। ਇਹ ਜਿਹੜੀਆਂ ਅਸੀਂ 2 4 6 ਇੰਚੀ ਵਾਲੀਆਂ ਕਿਰਪਾਨਾਂ ਪਾ ਕੇ ਫਿਰਦੇ ਆ, ਇਹ ਬਲਦ ਦੀ ਨੱਥ ਵੱਢਣ ਜੋਗਰੀਆਂ ਨਹੀਂ, ਨਹੀਂ। ਧੌਣ ਕਿਸੇ ਦੀ ਕੀ ਵੱਢਣਗੀਆਂ। ਯਾ ਇਹ ਮੇਰੇ ਸਾਹਮਣੇ ਸਾਡੇ ਘਰੇ ਹੈਪਨਿੰਗ ਹੋਈ ਹੈ। ਯਾ 5 ਕਕਾਰਾਂ ਦਾ ਸਾਨੂੰ ਪਾਂਜੇ ਵਿੱਚ ਫਸਾਉਣਾ, ਇਹ ਵੀ ਇੱਕ ਚਾਲ ਹੈ। ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ 5 ਬਾਣੀਆਂ ਜਿਹੜਾ ਬਾਣਾ ਪੜੇਗਾ ਉਹਦੇ ਕੋਲ 5 ਮਤਲਬ ਸੱਚ ਜਾਣੋ। ਮੈਂ ਇਹਨਾਂ ਦੇ ਕਿਰਪਾਲ ਸਿੰਘ ਗਿਆਨੀ ਕਿਰਪਾਲ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਰਿਹਾ, ਮੈਂ ਉਹਨੂੰ ਕਦੇ ਵੀ 5 ਬਾਣੀਆਂ ਪੜ੍ਹਦਾ ਨਹੀਂ ਵੇਖਿਆ। ਮੇਰਾ ਤਾਇਆ ਦਰਬਾਰ ਸਾਹਿਬ ਦੇ ਮੇਨ ਉਸ ਵੇਲੇ ਜਥੇਦਾਰ ਨੂੰ ਕੌਣ ਪੁੱਛਦਾ ਸੀ? 1967 ਦੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਜੀ। ਉਸ ਵੇਲੇ ਸਾਧੂ ਸਿੰਘ ਭੌਰ ਜਥੇਦਾਰ ਸੀ। 4 ਜਿਹੜੇ ਮੇਨ ਗ੍ਰੰਥੀ ਹੁੰਦੇ ਸੀ ਦਰਬਾਰ ਸਾਹਿਬ ਦੇ, ਉਹਨਾਂ ਦੀ ਮੇਨ ਗੱਲ ਚੱਲਦੀ ਸੀ। ਮੇਰਾ ਤਾਇਆ ਵੀ ਉਹਨਾਂ ਚੋਂ ਤੀਸਰੇ ਨੰਬਰ ਤੇ ਸੀ। ਸਾਰੀ ਦਿਹਾੜੀ ਮਾਂ ਨੂੰ ਪਾਠ ਪੜ੍ਹਦੇ ਹੁੰਦੇ ਸੀ, ਤੇ ਜਦੋਂ ਕਿਸੇ ਨੇ ਘਰੇ ਰੋਟੀ ਪਾਣੀ ਨੂੰ ਸੱਦਣਾ ਤੇ ਲਿਫਾਫੇ ਸਿਰਫ 50 ਰੁਪਏ ਉਸ ਵੇਲੇ, ਅੱਜ ਦੇ 500 ਨੂੰ ਵੀ ਜ਼ਿਆਦਾ ਹੋਣਗੇ। ਯਾ ਆ ਕੇ ਉਹਨੇ ਘਰੇ ਗਾਲਾਂ ਕੱਢਣੀਆਂ, ਮੈਨੂੰ ਰੋਟੀ ਖਾਣ ਵਾਸਤੇ ਦੇ ਤੇ ਭੇਟਾ ਸਿਰਫ 50 ਰੁਪਏ ਦਿੱਤੇ। ਮੈਂ ਕਿਹਾ ਤਾਈ ਤੁਹਾਡਾ ਕੀ ਲੱਗਿਆ, ਨਾਲੇ ਤੁਹਾਨੂੰ ਅਗਲੇ ਲੈ ਕੇ ਗਏ ਕਾਰ ਤੇ ਬਿਠਾ ਕੇ ਘਰੇ ਛੱਡ ਕੇ ਗਏ, ਰੋਟੀ ਖਵਾਈ, ਨਾਲੇ ਤੁਹਾਨੂੰ 50 ਰੁਪਏ ਦੇ ਦਿੱਤੇ। ਉਦੋਂ ਮੇਰੇ ਖਿਆਲ 50 ਰੁਪਈਆਂ ਦੇ 3-4 ਕਮੀਜ਼ ਬਣ ਜਾਂਦੇ ਸੀ। ਬਿਲਕੁਲ। ਸੋ ਇਹ ਜਿਹੜਾ ਬ੍ਰਾਹਮਣਵਾਦ ਹੈ ਜੀ, ਸਾਨੂੰ ਖਾ ਚੁੱਕਿਆ ਅੱਜ ਤੋਂ ਨਹੀਂ, 67 ਤੋਂ ਮੈਂ ਵੇਖਦਾ ਆ ਰਿਹਾ। ਸਾਡੇ ਘਰੋਂ ਵੀ ਸ਼ੁਰੂ ਇਹ ਅਸੀਂ ਆਪਣੇ ਮੇਰੇ ਮਾਂ ਬਾਪ, ਆਪਣੇ ਤਾਏ ਚਾਚੇ, ਬਾਪੂ ਬਾਬੇ ਨੇ, ਅੰਮਾ ਨੇ, ਸਾਰਿਆਂ ਨੇ ਜਿਹਨੂੰ ਇਹ 7 ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਆ ਅਖਾੜੇ ਵਾਲੇ ਗੁਰਬਚਨ ਸਿੰਘ ਨੂੰ, ਉਹਦੇ ਪੈਰੋਕਾਰ ਸੀ। ਉਹਦੇ ਕੋਲੋਂ ਖੰਡੇ ਬਾਟੇ ਦੀ ਪਹੁਲ ਲਈ ਹੋਈ ਸੀ। ਤੇ ਉਹਨਾਂ ਨੂੰ ਮੇਰਾ ਤਾਇਆ ਦਰਬਾਰ ਸਾਹਿਬ ਦਾ ਗ੍ਰੰਥੀ ਹੋਵੇ ਤੇ ਉਹ ਵਰ ਸ਼ਰਾਬ ਤੇ ਕਰਕੇ ਡਰ ਕੇ ਲੁਕ ਜਾਏ, ਡਰਦੇ ਆ। ਹੱਦ ਲੈ ਗਈ। ਜਿਹੜੇ ਗੁਰਬਾਣੀ ਦੇ ਧਾਰਨੀ ਹੈ, ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ, ਉਹ ਆਪ ਸੰਤਾਂ ਦੇ ਸ਼ਰਾਬ ਤੋਂ ਡਰਦੇ ਸੀ। ਚਲੋ ਹਾਂਜੀ ਵੀਰ ਜੀ, ਅੱਗੇ ਚਲੋ। ਰੱਖਿਓ ਹਾਂਜੀ। ਔਰ ਅੱਗੇ ਆਓ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਆਪਣੇ ਸਮੇਤ 10 ਗੁਰੂਆਂ ਦੇ ਹੀ ਨਾਂ ਲਿਖੇ ਨੇ। ਜੇ ਦਸਮ ਗ੍ਰੰਥ ਸਾਹਿਬ ਨੂੰ ਤੁਸੀਂ ਛੱਡ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 5 ਗੁਰੂਆਂ ਦੇ ਨਾਮ ਨੇ। ਰੋਕ ਵੀਰ ਜੀ, ਹਾਂਜੀ ਰੋਕ। ਪੰਤਾ ਸਿੰਘ ਜੀ, ਤੁਹਾਡੇ ਦਸਮ ਗ੍ਰੰਥ ਦੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਐਗਜ਼ਿਸਟ, ਇਹਦੀ ਹੋਂਦ ਕਦੋਂ ਹੋਈ ਹੈ? ਹਿਸਟੋਰੀਕਲ ਤੱਥ ਕੋਈ ਪੇਸ਼ ਕਰੋ ਕਿ ਇਹ 1600 ਆਪਣੇ 96 ਚ ਕੰਪਲੀਟ ਹੋਇਆ ਸੀ। ਜੇ 1696 ਚ ਕੰਪਲੀਟ ਹੋਇਆ ਸੀ ਤਾਂ ਚਮਕੌਰ ਦੀ ਜੰਗ ਤੋਂ ਬਾਅਦ ਜਿਹੜੇ ਸਾਰੇ ਤੁਹਾਡੇ ਹੀ ਉਹ ਭੈਣ ਭਾਈ ਮੰਨਦੇ ਆ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਉਹ ਮਾਛੀਵਾੜੇ ਦੇ ਜੰਗਲ ਚ ਲਿਖਿਆ ਗਿਆ, ਤੇ ਉਹ ਤਾਂ ਫਿਰ 1706 ਚ ਹੋਣਾ ਚਾਹੀਦਾ। ਤੇ ਆਪਣਾ ਤੁਸੀਂ ਇਹ ਮੈਨੂੰ ਦੱਸੋ, ਪਹਿਲਾਂ ਤੁਹਾਡਾ ਦਸਮ ਗ੍ਰੰਥ ਇਹ ਪੈਦਾ ਕਦੋਂ ਹੋਇਆ? ਤੁਹਾਡੇ ਕੋਲ ਕੋਈ ਹਿਸਟੋਰੀਕਲ ਪ੍ਰੂਫ ਨਹੀਂ। ਮੈਂ ਤੁਹਾਨੂੰ ਲੈਫਟੀਨੈਂਟ ਕਰਨਲ ਜੌਨ ਮਾਲਕਮ 1812 ਦੇ ਵਿੱਚ ਕਿਤਾਬ ਲਿਖਿਆ, ਤਦ ਤਿੱਕਰ ਉਹਦੀ ਕਿਤਾਬ ਦਾ ਨਾਮ ਹੈ ਜੀ ਸਕੈਚ ਆਫ ਦਾ ਸਿੱਖ, SKETCH ਆਫ ਦਾ ਸਿੱਖ, ਸਕੈਚ ਆਫ ਦਾ ਸਿੱਖ। ਓਕੇ, ਹਾਂ, ਸਕੈਚ ਆਫ ਦਾ ਸਿੱਖ। ਇਹ ਇੰਗਲਿਸ਼ ਦੇ ਵਿੱਚ ਹੈ ਜੀ, ਬੜੀ ਸੌਖੀ। ਉਹ ਸਕੈਚ ਕਿਉਂ ਲਿਖ ਰਿਹਾ? ਉਹ ਉਸ ਵੇਲੇ ਨਕਸ਼ੇ ਖਿੱਚ ਕੇ ਲੋਕਾਂ ਤੋਂ ਪੁੱਛ ਕੇ ਵੀ ਇਹ ਸਿੱਖ ਪੜ੍ਹਦੇ ਕੀ ਹੈ, ਖਾਂਦੇ ਕੀ ਹੈ, ਪਹਿਨਦੇ ਕੀ ਹੈ, ਮੰਨਦੇ ਕਿਹਨੂੰ ਆ, ਇਹਨਾਂ 'ਚ ਇੰਨੀ ਸ਼ਕਤੀ ਕਿੱਥੋਂ ਆਉਂਦੀ ਹੈ, ਕੀ ਖਾਂਦੇ, ਸਾਰੇ ਰੀਤੀ ਰਿਵਾਜ ਉਹਦੇ ਵਿੱਚ ਕਿਤਾਬਾਂ ਇੱਦਾਂ ਦੀਆਂ 2-4 ਲਿਖ ਕੇ ਉਹਨਾਂ ਨੇ ਇੰਗਲੈਂਡ ਭੇਜੀਆਂ। ਫਿਰ ਉਹ ਉੱਥੋਂ ਪੂਰੀ ਤਿਆਰੀ ਕਰਕੇ ਵੇਟ ਕਰਦੇ ਆ ਕਿੰਨਾ ਚਿਰ, 1849 ਚ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਮੌਤ ਤੋਂ 10 ਸਾਲ ਬਾਅਦ ਫਿਰ ਸਾਡੇ ਪੰਜਾਬ ਦੇ ਉੱਤੇ ਉਹ ਹਮਲਾ ਕਰਦੇ। ਉਹਨਾਂ ਨੂੰ ਇਹ ਪੱਕਾ ਪਤਾ ਸੀ ਵੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਜਦੋਂ ਕਿਤੇ ਇਹਨਾਂ ਨੂੰ ਟੱਕਰ ਲਾ ਲਈ ਤਾਂ ਸਾਨੂੰ ਸਾਰਾ ਹਿੰਦੁਸਤਾਨ ਛੱਡ ਕੇ ਭੱਜਣਾ ਪਊਗਾ। ਆਪਾਂ ਗੱਲ ਕਰ ਰਹੇ ਸੀ ਵੀ ਗੁਰੂ ਆਪਣੇ ਦਸਮ ਗ੍ਰੰਥ ਦੇ ਵਿੱਚ 10 ਗੁਰੂਆਂ ਦੇ ਨਾਂ। ਬੰਤਾ ਸਿੰਘ ਜੀ, ਤੁਹਾਡਾ ਦਸਮ ਗ੍ਰੰਥ ਤਾਂ 1812 ਤੀਕਰ ਵੀ ਇਹਦਾ ਨਾਮ 10ਵੇਂ ਪਾਤਸ਼ਾਹ ਕਾ ਗ੍ਰੰਥ, ਔਰ ਉਸ ਕਿਤਾਬ ਮੁਤਾਬਕ ਇਹਦਾ ਪਹਿਲਾਂ ਉਹਨਾਂ ਨੇ ਹਿੰਦੀ 'ਚ ਲਿਖਿਆ ਤੇ ਫਿਰ ਉਹ ਕਹਿੰਦੇ ਕੱਟ ਕੇ ਇਹਦੇ ਉੱਤੇ ਨਾਮ 10ਵੇਂ ਪਾਤਸ਼ਾਹ ਕਾ ਗ੍ਰੰਥ ਕੀਤਾ। ਇਹ ਮੈਨੂੰ ਤੁਸੀਂ ਦੱਸਿਆ ਜੋ 10ਮ ਸ੍ਰੀ ਗੁਰੂ ਗ੍ਰੰਥ ਇਹਦਾ ਨਾਂ ਕਦੋਂ ਪਿਆ? ਜੇ ਤੁਹਾਨੂੰ ਪਤਾ ਹੋਵੇ ਤਾਂ ਦੱਸ ਦੇਣਾ, ਮੈਨੂੰ ਤਾਂ ਵੈਸੇ ਹੀ ਪਤਾ ਹੈਗਾ ਹੀ ਹੈ, ਮੇਰੀ ਗੱਲ ਦਾ ਜਵਾਬ ਦੇ ਦੇਣਾ। ਇਸ ਦੇ ਵਿੱਚ
ਇੱਥੇ 1812 ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਮਕਾਲੀ ਕਵੀ ਹੈ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ। ਸਾਰੇ ਸਿੱਖ ਜਾਣਦੇ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਹ ਭਾਈ ਨੰਦ ਲਾਲ ਦੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸ਼ੰਸਾ ਦੇ ਵਿੱਚ ਲਿਖੀ ਹੋਈ ਹੈ ਔਰ ਉਹਦੀ ਕਿਤਾਬ ਹੈ ਗੰਜਨਾਮਾ। ਗੰਜਨਾਮਾ ਦੇ ਵਿੱਚ, ਹਾਂਜੀ ਗੰਜਨਾਮਾ, ਜੰਗਨਾਮਾ ਨਹੀਂ, ਗੰਜਨਾਮਾ ਹੀ ਲਿਖਿਆ ਹੋਇਆ ਉੱਥੇ। ਠੀਕ ਹੈ ਜੀ। ਗੱਗੇ ਨੂੰ ਟਿੱਪੀ ਜੱਜਾਂ ਗੰਜਨਾਮਾ, ਜੰਗਨਾਮਾ ਨਹੀਂ, ਜੰਗਨਾਮਾ ਆਪਣਾ ਜਿਹੜਾ ਅੱਲਾ ਯਾਰ ਖਾਂ ਜੋਗੀ ਆ ਉਹ ਲਿਖਦਾ ਹੈਗਾ ਚਾਰੋਂ ਬੱਚਿਆਂ ਦੀ ਸ਼ਹਾਦਤ ਦੇ ਬਾਰੇ, ਉਹ ਉਧਰ ਜੰਗਨਾਮਾ ਆ ਜਾਂਦਾ ਜੀ। ਠੀਕ ਹੈ ਜੀ। ਜਾਂ ਹੋ ਸਕਦਾ ਉਹਨੇ ਵੀ, ਉਹ ਫਾਰਸੀ ਵਾਲੇ ਨੇ ਵੀ ਗੰਜਨਾਮਾ ਹੀ ਲਿਖਿਆ ਹੋਵੇ। ਉਹ ਕਿਤਾਬ ਮੇਰੇ ਹੁਣੇ ਹੱਥ 'ਚ ਨਹੀਂ ਹੈ ਕਿਉਂਕਿ ਮੈਨੂੰ ਉਹਦੀ ਲੋੜ ਨਹੀਂ ਸੀ। ਉਹਦੇ ਵਿੱਚ ਦਸਾਂ ਦੇ 10 ਨਾਂ ਆ ਜਾਂਦੇ ਆ, ਹਮੂ ਅੰਗਦ ਅਸਤ, ਹਮੂ ਨਾਨਕ ਅਸਤੋ, ਹਮੂ ਅੰਗਦ ਅਸਤ, ਹਮੂ ਅਮਰਦਾਸ ਅੱਜ ਫਲੋ। ਇਸ ਤਰ੍ਹਾਂ ਕਰਦੇ ਕਰਦੇ ਅੱਗੇ ਲਿਖਦਾ ਹੈ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ। ਇਹ ਇੱਕ ਸਾਡੇ ਕੋਲੇ ਇੱਕ ਹੋਰ ਵਧੀਆ ਆਪਣੇ ਮਿਸਾਲ ਕਾਇਮ ਨਹੀਂ, ਸਰੋਤ ਹੈਗਾ ਜੀ, ਸਰੋਤ ਹੈ ਜੀ। ਇੱਕ ਵਧੀਆ ਗੱਲ, ਇੱਕ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ, ਉਹ ਕਹਿੰਦੇ ਇੱਕ ਦੀ ਗੁਰੂ ਨਾਨਕ ਦੀ ਹੀ ਜਿਹੜੀ ਸੋਚ ਸੀ, ਜਿਹਨੂੰ ਅਸੀਂ ਜੋਤ ਕਹਿੰਦੇ ਹਾਂ, ਜੋਤ ਕੋਈ ਬਲਿਆ ਹੋਇਆ ਦੀਵਾ ਨਹੀਂ ਹੁੰਦਾ ਜੀ, ਜੋਤ ਹੁੰਦੀ ਹੈ ਵੀ ਉਹਦਾ ਗਿਆਨ ਜਿਹੜਾ ਸੀ ਗੁਰੂ ਨਾਨਕ ਦਾ, ਉਹ ਗੁਰੂ ਅੰਗਦ ਚ ਗਿਆ। ਗੁਰੂ ਅੰਗਦ ਦਾ ਜਿਹੜਾ ਗਿਆਨ ਸੀ, ਅਮਰਦਾਸ, ਰਾਮਦਾਸ, ਗੁਰੂ ਅਰਜਨ ਪਾਤਸ਼ਾਹ, ਇਸ ਤਰ੍ਹਾਂ ਸਾਰੇ ਦਾਸ ਗੁਰੂ ਸਾਰੇ ਇੱਕ ਜੋਤ ਸੀਗੇ। ਉੱਥੇ ਉਹਨੇ 10 ਦੇ 10 ਨਾਂ ਲਿਖੇ ਹੋਏ ਆ। ਜੇ ਮੈਂ ਇਹਨੂੰ ਹੋਰ ਪਛਾਣ ਹਟ ਜਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੇ ਸਵਈਆਂ ਵਿੱਚ 5 ਗੁਰੂਆਂ ਦੇ ਨਾਂ ਆਉਂਦੇ ਆ। ਬਾਣੀ 6 ਗੁਰੂਆਂ ਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਹੈ। ਭਾਈ ਗੁਰਦਾਸ ਜੀਆਂ ਵਾਰਾਂ ਨੂੰ ਚੱਕਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਜ਼ਿਕਰ ਕਰ ਦਿੰਦੇ ਆ। 6-7 ਗੁਰੂਆਂ ਦੇ ਸਾਡੇ ਕੋਲ ਨਾਮ ਬਗੈਰ ਦਸਮ ਗ੍ਰੰਥ ਦੇ ਹੈਗੇ ਆ, ਤੇ ਭਾਈ ਨੰਦ ਲਾਲ ਬਿਲਕੁਲ ਕਸਰ ਨਹੀਂ ਛੱਡਦੇ, ਉਹ 10 ਦੇ 10 ਨਾਂ 10 ਦੇ 10 ਨਾਂ ਲਿਖ ਦਿੰਦੇ ਆ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਹਨ। 1708 ਤੋਂ ਬਾਅਦ ਦੀਆਂ ਲਿਖੀਆਂ ਨਹੀਂ ਗੱਲਾਂ, ਗੁਰੂ ਗੋਬਿੰਦ ਸਿੰਘ ਦੇ ਚਲਾਣਾ ਕਰਨ ਤੋਂ ਪਹਿਲਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਇਹ। ਸੋ ਸਾਨੂੰ ਧਿਆਨ ਦੇਣ ਦੀ ਲੋੜ ਹੈ। ਬੰਤਾ ਸਿੰਘ ਕਿੱਥੇ ਕਿਤੇ ਝੂਠ ਬੋਲਦਾ, ਉਹ ਰੱਜ ਕੇ ਝੂਠ ਬੋਲ ਰਿਹਾ ਜੀ। 10 ਗੁਰੂਆਂ ਦੇ ਨਾਂ ਸਾਨੂੰ ਦਸਮ ਗ੍ਰੰਥ ਚੋਂ ਨਹੀਂ ਮਿਲਣੇ, ਉੱਤੇ 9 ਦੇ ਲਿਖੇ ਆ, ਤੇ 10ਵੇਂ ਦਾ ਜਿਹੜਾ ਨਾਂ ਉਹ ਕਹਿੰਦਾ ਜੀ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਵਕਤ ਰਹਿਣੀ ਆਣਾ ਨਹੀਂ, ਪਾਏਂਗੇ ਕਿ ਲਾਜਸ ਗੋਬਿੰਦ ਦਾਸ ਤੁਹਾਰ। ਸਾਰੇ ਦਸਮ ਗ੍ਰੰਥ ਦੇ ਵਿੱਚ ਇੱਕ ਵੇਰਾ ਗੋਬਿੰਦ ਨਾਂ ਆਉਂਦਾ ਹੈ, ਤੇ ਉਹ ਗੁਰੂ ਗੋਬਿੰਦ ਸਿੰਘ ਲਿਖਾਰੀ ਵਾਸਤੇ ਨਹੀਂ ਆਉਂਦਾ। ਪਹਿਲੀ ਗੱਲ, ਉਹਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਨਹੀਂ, ਗੋਬਿੰਦ ਜਿਹੜੇ ਇਸ਼ਟ ਨੂੰ ਲਿਖਾਰੀ ਮੰਨਦਾ ਉਹਨੂੰ ਗੋਬਿੰਦ ਕਰਕੇ ਪ੍ਰਚਾਰਿਆ ਹੋਇਆ। ਗੋਬਿੰਦ ਪਰਮਾਤਮਾ ਵਾਸਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਕਈ ਵਾਰੀ ਆਇਆ ਹੈ, ਗੋਬਿੰਦ ਦਾਸ ਤਿਹਾਰ। ਇਹ ਪ੍ਰਮਾਤਮਾ ਜਿਹੜਾ ਲਿਖਾਰੀ ਹੈ, ਮੈਂ ਤੇਰੇ ਜਦੋਂ ਪੈਰਾਂ ਤੇ ਪਾਏਂਗੇ ਕਿ ਲਾਜਸ ਗੋਬਿੰਦ ਦਾਸ ਤੁਹਾਰ। ਅਸਲਾ ਮਤਲਬ ਹੁੰਦਾ ਕਿਰਪਾਨ। ਇਹ ਦਸਮ ਗ੍ਰੰਥ ਉਹਨਾਂ ਲੋਕਾਂ ਦਾ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਫਲੈਗ ਦੇ ਵਿੱਚ ਕਿਰਪਾਨ ਦਾ ਨਿਸ਼ਾਨ ਹੈ। ਉਹ ਅਸ ਵਾਲੇ ਨੂੰ ਇਹਦੇ 'ਚ 4 ਨਾਂ ਆਉਂਦੇ ਆ ਜੀ ਸਾਰੇ ਦਸਮ ਗ੍ਰੰਥ ਦੇ ਵਿੱਚ। ਆਪਣੇ ਜਿਨ੍ਹਾਂ ਦੇ ਮੂਹਰੇ ਅਸ ਖੜ ਕੇ ਲੱਗਦਾ ਹੈ। 200 ਇੱਕ ਮਿੰਟ ਜੀ ਮੈਂ ਕੱਢ ਲਵਾਂ, ਮੈਂ ਨੋਟ ਕਰ ਲੈਣਾ ਹੁਣ। ਦਸਮ ਗ੍ਰੰਥ ਦੇ ਉੱਤੇ ਹੀ ਲਿਖਿਆ ਅਸਪਨ, ਅਸ ਤੋਜ, ਅਸ ਕੇਤ, ਖੜਗ ਕੇਤ। ਇਹ ਸਾਰਿਆਂ ਦੇ ਵਿੱਚ ਖੜਗ ਵੀ ਕਿਰਪਾਨ ਹੁੰਦੀ ਹੈ, ਅਸ ਵੀ ਕਿਰਪਾਨ ਹੁੰਦੀ ਹੈ। ਇਹਨੇ 4 ਇਹਦੇ ਗੁਰੂ ਦੇ ਨਾਂ ਹੈਗੇ ਆ ਆਪਣੇ ਦਸਮ ਗ੍ਰੰਥ ਦੇ ਲਿਖਾਰੀ ਦੇ। ਗੋਬਿੰਦ ਦਾਸ ਤੁਹਾਰ, ਇੱਕ ਵੇਰਾ ਨਾਂ ਗੋਬਿੰਦ ਆਇਆ ਦਸਮ ਗ੍ਰੰਥ 'ਚ, ਔਰ ਉਹ ਵੀ ਲਿਖਾਰੀ ਵਾਸਤੇ ਨਹੀਂ ਆਇਆ। ਮੈਂ ਇਹ ਆਪ ਨਹੀਂ ਕਹਿ ਰਿਹਾ, ਸਰੋਤਾ ਜਨੋ, ਸਿੰਘ ਸਭਾ canada.com ਦੇ ਉੱਤੇ ਅਸੀਂ ਡਾਕਟਰ ਰਤਨ ਸਿੰਘ ਜੱਗੀ ਦਾ ਥੀਸਿਸ ਪੂਰਾ ਕੰਪਲੀਟ ਪਾਇਆ ਹੋਇਆ। ਉਹਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੋਈ ਹੈ ਵੀ ਜਿਹੜਾ ਗੋਬਿੰਦ ਹੈ ਇਹ ਲਿਖਾਰੀ ਵਾਸਤੇ ਨਹੀਂ ਹੈਗਾ, ਗੋਬਿੰਦ ਪਰਮਾਤਮਾ ਵਾਸਤੇ ਆਇਆ। ਗੋਬਿੰਦ ਦਾਸ ਤਿਹਾਰ ਸਿੰਘ ਸਭਾ canada.com ਤੇ ਜਾਓ, ਤੁਹਾਨੂੰ ਦਸਮ ਗ੍ਰੰਥ ਕਰ ਦਿੱਤੇ, ਉਹਨਾਂ ਦਾ ਥੀਸਿਸ ਪੂਰੇ ਦਾ ਪੂਰਾ ਮਿਲ ਜਾਏਗਾ। ਉੱਥੇ ਤੁਸੀਂ ਡਾਊਨਲੋਡ ਕਰਕੇ ਉਹਨੂੰ ਪੜ੍ਹ ਸਕਦੇ ਆ, ਉੱਥੋਂ ਪੜ੍ਹਨਾ ਚਾਹੋ ਤਾਂ ਉੱਥੋਂ ਪੜ੍ਹ ਸਕਦੇ ਆ। 1960 ਦਾ ਉਹ ਲਿਖਿਆ ਹੋਇਆ, 1965 'ਚ ਛਪਿਆ, ਤੇ ਅਸੀਂ ਆ 3-4 ਸਾਲ ਪਹਿਲਾਂ ਉਹਨਾਂ ਦੇ ਘਰ ਕੋਲ ਮੈਂ ਜਾ ਕੇ, ਹੁਣ 2.5 ਸਾਲ ਹੋ ਗਏ ਮੈਨੂੰ ਇੰਡੀਆ ਗਏ ਨੂੰ, ਮੇਰਾ ਖਿਆਲ 18 ਦੇ ਵਿੱਚ ਮੈਂ ਗਿਆ ਸੀ ਜਾਂ 17 ਦੇ ਵਿੱਚ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਜੀ ਅਸੀਂ ਤੁਹਾਡਾ ਆਪਣਾ ਥੀਸਿਸ ਕਾਪੀ ਕਰਕੇ PDF ਫਾਈਲ ਬਣਾ ਕੇ ਪਾ ਦਿਓ। ਕਹਿੰਦੇ ਜੀ ਪਾ ਦਿਓ। ਇਹ ਵਰਬਲੀ ਉਹਨਾਂ ਤੋਂ ਇਜਾਜ਼ਤ ਲਈ ਹੋਈ ਹੈ। ਠੀਕ ਹੈ, ਹਾਂਜੀ ਹਾਂਜੀ, ਅੱਗੇ ਚੱਲੋ ਜੀ। ਇਹ ਪਾਤਸ਼ਾਹ ਦੀ ਬਾਣੀ ਤੇ ਹੈ ਪਰ ਨਾਮ ਨਹੀਂ। ਪਹਿਲੇ 5 ਪਾਤਸ਼ਾਹਾਂ ਦੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਨਾਮ ਨੇ। ਨਾਮ ਕਿੱਥੋਂ ਲੱਭੋਗੇ? ਨਾਮ ਤੁਸੀਂ ਦੱਸੇ ਦਿੱਤੇ ਨੇ ਜੀ, ਦਸਮ ਗ੍ਰੰਥ ਤੋਂ ਬਿਨਾਂ ਔਰ ਉਸ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਇਹ ਆਲਰੇਡੀ ਇਹ ਡਾਕੂਮੈਂਟ ਹੋ ਚੁੱਕੀਆਂ ਨੇ ਗੱਲਾਂ ਜੀ। ਇਹ ਡਾਕੂਮੈਂਟ ਹੋ ਚੁੱਕਿਆ ਜੀ, ਗੰਜਨਾਮਾ ਭਾਈ ਨੰਦ ਲਾਲ ਦਾ। ਹਾਂਜੀ ਹਾਂਜੀ।
ਪ੍ਰਮਾਣਿਕ ਬੜੀ ਮਿਸਲੀਡਿੰਗ ਸਟੇਟਮੈਂਟ ਹੈ ਜੀ ਇਹ ਬੰਤਾ ਸਿੰਘ ਜੀ ਦੀ, ਇਹ ਖਾਮ ਖਾਈ ਦਸਮ ਗ੍ਰੰਥ ਨੂੰ ਭਾ ਦੇਣ ਵਾਲੀ ਜੀ, ਵੀ ਦਸਮ ਗ੍ਰੰਥ ਤੋਂ ਬਿਨਾਂ ਮੀਨਸ ਆ ਨੁਕਸਾਨ ਹੋ ਜਾਊਗਾ, ਤੁਹਾਡਾ ਕਲਿਆਣ ਨਹੀਂ ਹੋ ਸਕਦਾ। ਬਸ ਇਹਨਾਂ ਦਾ ਮਤਲਬ ਹੈ ਵੀ 10 ਗ੍ਰੰਥ ਤੋਂ ਬਗੈਰ ਤੁਸੀਂ, ਇਹ ਤਾਂ ਕਹਿੰਦੇ ਜੀ ਦਸਮ ਗ੍ਰੰਥ, ਜਿੱਦਾਂ ਪਹਿਲਾਂ ਗੱਲ ਉਡਾਈ ਸੀ ਵੀ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ, 17 ਵਾਰੀ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ 'ਚ 6ਵੇਂ ਪਾਤਸ਼ਾਹ ਦਾ ਆਉਂਦਾ ਹੈ, ਤੇ ਜਿਹੜਾ ਸਬੂਤ ਹੈਗਾ 6ਵੇਂ ਪਾਤਸ਼ਾਹ ਦਾ ਜ਼ਿਕਰ ਕਰਨਾ, ਇਹਦਾ ਮਤਲਬ ਹੈ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਭਾਈ ਗੁਰਦਾਸ ਨੇ ਵਾਰਾਂ ਲਿਖੀਆਂ। ਤੇ ਪਹਿਲੀ ਵਾਰ ਦੀ ਜਿਹੜੀ ਲਾਸਟ ਪੌੜੀ ਹੈ, 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਇਹ ਵੀ ਸਾਨੂੰ ਦੱਸ ਦਿੰਦੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਉਦੋਂ ਲਿਖੀਆਂ ਗਈਆਂ ਜਦੋਂ 6ਵੇਂ ਪਾਤਸ਼ਾਹ ਗੁਰੂ ਬਣ ਚੁੱਕੇ ਸੀ। ਠੀਕ ਹੈ ਜੀ। ਬਹੁਤ ਗੱਲਾਂ ਗਲਤ ਉਡਾਈਆਂ ਹੋਈਆਂ ਜੀ। ਜੇ ਤੁਹਾਡੇ ਮੇਰੇ ਵਰਗਾ ਕੋਈ ਸੱਜਣ ਇਹਨਾਂ ਨੂੰ ਕੱਟ ਕੇ ਲੋਕਾਂ ਨੂੰ ਸਿੱਧੇ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਕਹਿੰਦੇ ਜੀ ਇਹ ਸਾਨੂੰ ਕੁਰਾਹੇ ਪਾ ਰਿਹਾ। ਇਹ ਕਹਿ ਰਹੇ ਏਜੰਸੀਆਂ ਦਾ ਬੰਦੇ ਦੱਸ ਰਹੇ ਜੀ, ਇਹ ਜਿਹੜੇ ਦਸਮ ਗ੍ਰੰਥ ਸਾਨੂੰ ਨੂੰ ਏਜੰਸੀਆਂ ਦਾ ਬੰਦੇ ਦੱਸ ਰਹੇ ਜੀ। ਰਾਣਾ ਜੀ 5-4 ਜਿਹਦੇ ਤੇ ਮਰਜੀ ਵੀ ਏਜੰਸੀਆਂ ਦਾ ਹੈ, ਇਹ ਸ਼ਰਾਬੀ ਕਬਾਬੀ ਹੈ, ਇਹ ਜਨਾਨੀ ਬਾਜ਼ ਆ, ਇਹ ਜੂਏ ਬਾਜ਼ ਹੈ, ਤੇ ਇਹੋ ਜਿਹੇ ਜਿਹੜੇ ਐਲੀਗੇਸ਼ਨ ਹੁੰਦੇ ਆ ਜੀ, ਉਹ ਜਿਹਦੇ ਤੇ ਮਰਜੀ ਥੱਪ ਦਿਓ, ਉਹਦਾ ਸਬੂਤ ਦੇਣ ਦੀ ਨਹੀਂ ਲੋੜ ਹੁੰਦੀ, ਉਹ ਜਿਹਦੇ ਤੇ ਮਰਜੀ ਥੱਪ ਦਿਓ। ਪਰ ਲੋਕ ਅੱਜ ਕੰਮ ਵੇਖ ਕੇ ਆਪਣੇ ਆਪ ਪਛਾਣਦੇ ਆ ਵੀ ਤੁਸੀਂ ਠੀਕ ਹੈ ਕਿ ਕੌਣ ਠੀਕ ਹੈਗਾ। ਜਿਹੜਾ ਮੈਂ ਆਪਣੇ ਵਰਜੀਨੀਆ ਜਾ ਕੇ ਬੋਲ ਕੇ ਆਇਆ ਜੀ, ਉਹਦੇ ਤੇ ਥੱਲੇ 50 ਕਮੈਂਟ ਹੈ, ਇੱਕ ਦੋ ਨੇ ਮੈਨੂੰ ਗਾਲਾਂ ਵੀ ਕੱਢੀਆਂ, ਕੋਈ ਗੱਲ ਨਹੀਂ, ਪਰ 48 ਤਾਂ ਹੱਕ 'ਚ ਹੀ ਆਏ ਨਾ। ਨਹੀਂ, ਗਾਲਾਂ ਵਾਲੇ ਤਾਂ ਸਗੋਂ ਗਾਲਾਂ ਵਾਲੇ ਤਾਂ ਕੰਮ ਸੌਖਾ ਕਰ ਦਿੰਦੇ ਆ ਜੀ, ਜਿਹੜੇ ਆਪਾਂ ਇਹਨਾਂ ਨੂੰ ਕ੍ਰਿਟੀਸਾਈਜ਼ ਕਰਦੇ। ਹਾਂਜੀ, ਕਿਉਂਕਿ ਗਾਲਾਂ ਜਦੋਂ ਆ ਜਾਣ ਨਾ, ਮੀਨਸ ਜਦੋਂ ਤਰਕ ਮੁੱਕ ਜਾਂਦੇ ਆ ਫਿਰ ਗਾਲਾਂ ਸ਼ੁਰੂ ਹੁੰਦੀਆਂ ਨੇ ਜੀ। ਕਰੀ ਜਾਣ, ਹਾਂਜੀ ਕਰੀ ਜਾਣ, ਆਪਾਂ ਨੂੰ ਉਹਦਾ ਕੋਈ ਪਰਵਾਹ ਨਹੀਂ ਆ। ਹਾਂਜੀ, ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਅਗਰ 10 ਪਾਤਸ਼ਾਹੀਆਂ ਲਈ ਤੁਹਾਨੂੰ ਕੋਈ ਗਵਾਹੀ ਚਾਹੀਦੀ ਹੈ ਤੇ ਉਹ ਦਸਮ ਗ੍ਰੰਥ ਹੈ। ਰੋਜ਼ ਚੰਡੀ ਦੀ ਵਾਰ 'ਚ ਨਾਮ ਪੜ੍ਹਦੇ ਹੋ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਚਲੋ ਇਹ ਤਾਂ ਕਹਿ ਰਹੇ ਨੇ ਵੀ ਦਸਮ ਗ੍ਰੰਥ ਦੇ ਵਿੱਚ ਅਰਦਾਸ ਦੇ ਥਰੂ ਸਾਰੇ ਗੁਰੂ ਸਾਹਿਬਾਨਾਂ ਦੇ ਨਾਂ ਨੇ। ਇੱਥੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ ਜੀ, ਆਪਣੇ ਪਰਸਨਲ ਨੌਲੇਜ ਵਾਸਤੇ। ਪੁੱਛੋ। ਇਹ ਜਿਹੜੀ ਅਰਦਾਸ ਹੈਗੀ ਆ, ਇਹਦੇ ਵਿੱਚ 10 ਗੁਰੂ ਸਾਹਿਬਾਨਾਂ ਦੇ ਨਾਮ ਲੈਣ ਤੋਂ ਪਹਿਲਾਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਤੇ ਗੁਰੂ ਸਾਹਿਬਾਨਾਂ ਦੇ ਨਾਮ ਧਿਆਉਣ ਤੋਂ ਪਹਿਲਾਂ ਅਗਰ ਇੱਕ ਸਿੱਖ ਧਿਆ ਸਕਦਾ ਤੇ ਉਹ ਹੈਗਾ ਅਕਾਲ ਪੁਰਖ। ਤੇ ਕੀ ਭਗਉਤੀ ਦਾ ਮਤਲਬ ਇੱਥੇ ਅਕਾਲ ਪੁਰਖ ਹੈ ਜਾਂ ਭਗਉਤੀ ਦਾ ਮਤਲਬ ਕੀ ਹੈ ਜੀ ਇੱਥੇ? ਪ੍ਰਥਮ ਭਗਉਤੀ ਸਿਮਰ ਕੇ ਨਹੀਂ, ਆਪਾਂ ਭਗਉਤੀ ਤਾਂ ਮੈਂ ਤੁਹਾਨੂੰ ਦੱਸਦਾ ਜੀ, ਕਈ ਇਹਨਾਂ ਆਪਣੇ ਜਿਹੜਾ ਹੈਗਾ ਇੱਕ ਧਮਨਪ੍ਰੀਤ ਸਿੰਘ ਜਾਂ ਧਮਨਜੀਤ ਸਿੰਘ ਹੈਗੇ ਦੁਬਈ ਤੋਂ, ਉਹਨਾਂ ਨੇ ਇੱਕ ਲੇਖ ਲਿਆ ਸੀ 2011 ਚ ਜਾਂ 12 ਦੇ ਵਿੱਚ, ਸਾਡੇ ਵੈਬਸਾਈਟ ਦੇ ਉੱਤੇ ਪਾਇਆ ਹੋਇਆ, ਸਾਰੀ ਪੁਆੜੇ ਦੀ ਜੜ ਭਗਉਤੀ। ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਮੈਂ ਗੱਲ ਇਹਦੇ ਨਾਲ ਜੁੜਦੀ, ਉਹਨਾਂ ਦੇ ਉੱਤੇ ਲਿਖਿਆ ਸੀ ਉਹਨਾਂ ਨੇ। ਅੱਛਾ, ਇਹਨਾਂ ਨੂੰ ਛੇਕ ਵੀ ਦਿੱਤਾ ਗਿਆ, ਉਹ 20, 21 ਤੇ 22 ਜਿਹੜਾ ਚਰਿੱਤਰ ਹੈ ਅਨੂਪ ਕੌਰ ਵਾਲਾ, ਉਹਦੇ ਕਰਕੇ ਪੰਥ ਚੋਂ। ਪਰ ਹਜੇ ਵੀ ਕਹਿੰਦੇ ਸੀ ਭਗਉਤੀ ਪਰਮਾਤਮਾ ਹੈ। ਭਗਉਤੀ ਗੁਰੂ ਗ੍ਰੰਥ ਸਾਹਿਬ 'ਚ ਭਗਉਤੀ ਸੋ ਜੋ ਭਗਵੰਤ ਹੈ ਜਾਣਾ। ਭਗਉਤੀ ਤਾਂ ਸੇਵਕ ਵਾਸਤੇ ਆਇਆ ਲਫ਼ਜ਼, ਨਾ ਕਿ ਪਰਮਾਤਮਾ ਵਾਸਤੇ ਆਇਆ। ਸੇਵਕ ਵਾਸਤੇ ਆਇਆ। ਹਾਂ, ਪਹਿਲੀ ਗੱਲ ਤਾਂ ਇਹ ਜੀ, ਇਸ ਵਾਰ ਦਾ ਨਾਂ ਭਗਉਤੀ ਦੀ ਵਾਰ ਨਹੀਂ ਹੈ। ਇਹਦੀਆਂ 55 ਪੌੜੀਆਂ ਮੇਰੇ ਹੱਥ ਦੇ ਵਿੱਚ ਦਸਮ ਗ੍ਰੰਥ ਹੈ, ਜਿਹੜੀ ਮੈਂ ਇਹ ਐਕਸਪਲੇਨ ਵੀ ਕਰ ਦਿੰਦਾ। 119 ਪੰਨੇ ਤੋਂ ਲੈ ਕੇ 127 ਪੰਨੇ ਤੱਕ ਜਾਂਦੀ ਹੈ। 27 ਪੰਨੇ, ਹਾਂਜੀ। ਇਹਦੀਆਂ 55 ਪੌੜੀਆਂ, ਤੇ ਜਿਹੜੀ ਅਖੀਰਲੀ ਪੌੜੀ ਹੈ ਉਹ ਇਹ ਬਿਲਕੁਲ ਸਾਬਤ ਕਰ ਦਿੰਦੀ ਹੈ ਵੀ ਇਹ ਵਾਰ ਕਿਹਦੀ ਹੈ। ਪੌੜੀ ਸੁੰਭ ਨਸੁੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸਦ ਬੁਲਾਇਆ ਰਾਜ ਭੇਖ ਨੂੰ। ਹੁਣ ਉਹ ਜਿਹੜੇ ਸੁੰਭ ਨਸੁੰਭ ਜਿਹੜੇ ਜਮ ਜਾਂ ਜੈ ਜਿਨ੍ਹਾਂ ਨੂੰ ਅਸੀਂ ਦੈਂਤ ਕਹਿੰਦੇ ਆ, ਉਹਨਾਂ ਨੂੰ ਮਾਰ ਕੇ ਰਾਜੇ ਇੰਦਰ ਨੂੰ ਰਾਜ ਦੇ ਦਿੱਤਾ। ਸਿਰ ਪਰ ਛਤਰ ਫਿਰਾਇਆ ਰਾਜਾ ਇੰਦਰ ਦਾ, 14 ਲੋਕਾਂ ਛਾਇਆ ਜਸ ਜਗ ਮਾਤ ਦਾ। ਹੁਣ ਜਦੋਂ ਰਾਜੇ ਇੰਦਰ ਦੇ ਛਤਰ ਚਲਾ ਦਿੱਤਾ ਤੇ ਸਾਰੀ ਦੁਨੀਆ ਨੇ ਜਗ ਦੀ ਮਾਤਾ ਦਾ ਜਸ ਗਾਇਆ। ਜਗਮਾਤ ਕੌਣ ਹੈ? ਦੇਵੀ। ਤੇ ਉਹ ਕਸਰ ਨਹੀਂ ਰਹਿਣ ਦਿੰਦਾ ਲਿਖਣ ਵਾਲਾ। ਅਗਾਂਹ ਵਾਲੀ ਪੌੜੀ ਆਉਂਦੀ ਹੈ, ਅਗਾਂਹ ਵਾਲੀਆਂ ਪੰਕਤੀਆਂ ਆਉਂਦੀਆਂ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨ ਜੋਨੀ ਆਇਆ ਜਿਹਨੇ ਇਹ ਗਾਇਆ। ਬਿਲਕੁਲ ਗੱਲ ਕਲੀਅਰ ਕਰਤੀ। ਔਰ ਜਿਹੜਾ ਦਰਪਨ ਸਿੰਘ ਜੱਗੀ ਦਾ ਅਸੀਂ ਥੀਸਿਸ ਪਾਇਆ ਹੋਇਆ ਆਪਣੀ ਵੈਬਸਾਈਟ ਦੇ ਉੱਤੇ, ਉਹਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਵੀ ਪੁਰਾਣੀਆਂ ਹੱਥ ਲਿਖਤ ਪੀੜਾਂ ਦੇ ਉੱਤੇ ਇਹਦਾ ਹੈਡਿੰਗ ਦੁਰਗਾ ਕੀ ਵਾਰ ਹੈ। ਦੁਰਗਾ ਕੀ ਵਾਰ, ਭਗਉਤੀ ਦੀ ਵਾਰ ਨਹੀਂ ਹੈ। ਤੇ ਭਗਉਤੀ ਵੀ ਦੇਵੀ ਦਾ ਹੀ ਨਾਂ ਹੈ। ਜਿਹੜੇ ਦੇਵੀ ਹੈ ਨਾ ਜੀ, ਇਹਨਾਂ ਦੀ ਇੱਕੋ ਹੀ ਦੇਵੀ ਹੈ। ਉਸੇ ਨੂੰ ਮੈਂ ਇੱਥੇ ਇੱਕ ਹੋਰ ਗੱਲ ਕਰ ਦੇਵਾਂ, ਮੇਰੇ ਕੋਲ ਇੰਗਲਿਸ਼ ਦੇ ਵਿੱਚ ਕਿਤਾਬ ਪਈ ਹੈ ਜੀ, ਮਹਿਸ਼ਾਸੁਰ
ਹਿੰਦੁਸਤਾਨ ਦਾ ਜਿਹੜੇ ਓਰੀਜਨਲ ਆਦੀਵਾਸੀ ਲੋਕ ਸੀਗੇ, ਇਹ ਉਹਨਾਂ ਦਾ ਬਹੁਤ ਤਕੜਾ ਜਰਨੈਲ ਸੀ, ਇਹ ਹਰਦਾ ਨਹੀਂ ਸੀ। ਕੀ ਨਾਮ ਫਿਰ ਸੀ ਇਹਨਾਂ ਨੇ ਮਹਿਸ਼ਾਸੁਰ? ਮਹਿਸ਼ਾਸੁਰ, ਜਿਹਨੂੰ ਮਹਿਖਾਸੁਰ ਅਸੀਂ ਪੰਜਾਬੀ ਚ ਖੱਖੇ ਨਾਲ ਲਿਖਦੇ ਹਾਂ, ਉਹ ਛੱਛੇ ਨਾਲ ਹੀ ਲਿਖਦੇ ਆ, ਇਹ ਬਿਹਾਰੀ ਸੀਗਾ ਠੀਕ ਹੈ ਜੀ। ਮਹਿਸ਼ਾਸੁਰ। ਉਸ ਨੂੰ ਮਾਰਨ ਵਾਸਤੇ ਜਦੋਂ ਇਹ ਜਿਹੜੇ ਦਰਾਵੜ ਲੋਕ ਆਏ, ਜਿਨ੍ਹਾਂ ਨੇ ਮਹਾਭਾਰਤ ਦੀਆਂ ਕਹਾਣੀਆਂ ਲਿਖੀਆਂ, ਗੀਤਾ ਰਮਾਇਣ ਲਿਖੀਆਂ, ਸਾਰੀਆਂ ਲੋਕਾਂ ਨੂੰ ਫਸਾਉਣ ਵਾਸਤੇ, ਉਹਨਾਂ ਨੇ ਫਿਰ ਇੱਕ ਚਾਲ ਚੱਲੀ ਵੀ ਇਹ ਬੰਦਾ ਸਾਡੇ ਹੱਥ ਵੱਸ ਨਹੀਂ ਹੈ, ਫੌਜਾਂ ਬਹੁਤ ਮਰਵਾ ਲੀਆਂ। ਉਹਨਾਂ ਨੇ ਇੱਕ ਵੈਸ਼ਿਆ ਔਰਤ, ਮੈਂ ਇਹ ਲੇਖ ਵੀ ਲਿਖ ਚੁੱਕਿਆ 5-6 ਸਾਲ ਪਹਿਲਾਂ, ਵੈਸ਼ਿਆ ਬਨਾਮ ਦੇਵੀ, ਇਹ ਸਿੰਘ ਸਭਾ ਤੇ ਪਾਇਆ ਹੋਇਆ ਹੈ। ਠੀਕ ਹੈ ਜੀ। ਮੈਂ ਉਹ ਸਾਰੀ ਕਿਤਾਬ ਦਾ ਸਾਰਾਂਸ਼ ਉਹਦੇ ਵਿੱਚ ਦਿੱਤਾ ਹੋਇਆ ਹੈ। ਉਸ ਔਰਤ ਨੇ ਉਸ ਦੈਂਤ ਨੂੰ ਜਾਂ ਉਹਨਾਂ ਦੇ ਜਰਨੈਲ ਨੂੰ 9 ਦਿਨ ਉਹਦੇ ਨਾਲ ਸੈਕਸ ਕਰਦੀ ਰਹੀ, ਸ਼ਰਾਬ ਪਿਆ ਕੇ 9ਵੇਂ ਦਿਨ ਉਹਦਾ ਸਿਰ ਵੱਢ ਕੇ ਲਿਆ ਕੇ ਉਹਨਾਂ ਦੇ ਕੋਲ ਰੱਖਤਾ। ਇੱਥੋਂ ਹੀ ਤਾਂ ਹਿੰਦੂਆਂ ਦੇ ਨਵਰਾਤਰੇ ਚੱਲਦੇ ਆ, ਇੱਥੋਂ ਹੀ ਹਿੰਦੂਆਂ ਦੇ ਨਵਰਾਤਰੇ ਚੱਲਦੇ, ਔਰ ਇੱਥੋਂ ਹੀ ਦੇਵੀ ਦੀ ਪੂਜਾ ਚੱਲਦੀ ਹੈ। ਇਸੇ ਹੀ ਦੇਵੀ ਦੇ ਮੇਨ 40-48 ਨਾਂ ਆ। ਉਂਝ ਜੇ ਮੈਂ ਡਿਟੇਲ ਚ ਜਾਵਾਂ ਹਿੰਦੂ ਗ੍ਰੰਥਾਂ ਦੇ ਮੁਤਾਬਕ ਤਾਂ 143-40 ਦੇ ਮਤਲਬ ਰਫਲੀ 150 ਨਾਂ ਇਸ ਦੇਵੀ ਦਾ ਹਿੰਦੂ ਗ੍ਰੰਥਾਂ ਚੋਂ ਵੱਖਰਾ ਵੱਖਰਾ, ਕਿਤੇ ਕਾਲੀ ਹੈ, ਕਿਤੇ ਜਵਾਲਾਮੁਖੀ ਹੈ, ਕਿਤੇ ਇਹ ਵੈਸ਼ਨੂ ਦੇਵੀ ਹੈ, ਕਿਤੇ ਕੁਛ, ਕਿਤੇ ਕੁਛ, ਜਿਹਦਾ ਹਾਂ ਕਾਲਿਕਾ ਹੈ। ਇਹਦਾ ਜਿੱਥੇ ਜਿੱਥੇ ਜੇ ਕਿਸੇ ਦਾ ਦਾ ਲੱਗਦਾ ਉੱਤੇ ਉਸੇ ਤਰੀਕੇ ਨਾਲ ਮੰਨੀ ਜਾਂਦਾ ਹੈ। ਹੁਣ ਗੱਲ ਇਹ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਲੱਲਾ ਈੜੀ ਨੂੰ ਬਿਹਾਰੀ ਉੱਤੇ ਬਿੰਦੀ ਹੈ। ਉਹ ਕਹਿੰਦਾ ਮੈਂ ਉਸ ਭਗਉਤੀ ਨੂੰ ਸਿਮਰਦਾ ਜਿਹਨੂੰ ਗੁਰੂ ਨਾਨਕ ਨੇ ਧਿਆਇਆ ਹੈ। ਅੱਛਾ। ਫਿਰ ਅੰਗਤ ਗੁਰਤਾ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਇਹ ਅਗਲੇ ਗੁਰੂਆਂ ਨੂੰ ਵੀ ਸਹਾਈ ਹੋਈ ਹੈ। ਇਹ ਇਸ ਅਰਦਾਸ ਦਾ ਸਾਨੂੰ ਅੱਜ ਤੱਕ ਅਰਥ ਹੀ ਨਹੀਂ ਦੱਸਿਆ ਗਿਆ। ਹੋਈ ਸਹਾਏ ਹੈ, ਉਸ ਦੇਵੀ ਦੀ ਗੱਲ ਕਰ ਰਿਹਾ ਜਿਹੜੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨੂੰ ਵੀ ਜਿਹਨੇ ਆ ਕੇ ਸਹਾਇਤਾ ਦਿੱਤੀ। ਅਰਜਨ ਹਾਂਜੀ, ਸਹਾਈ ਮਤਲਬ ਹੁੰਦਾ ਸਹਾਇਤਾ ਕਰਨਾ, ਹਾਂਜੀ ਹਾਂਜੀ, ਕਿਸੇ ਦਾ ਹਾਂ ਹੈਲਪਫੁਲ ਹੋਣਾ। ਹਾਂਜੀ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਇੱਥੇ ਵੀ ਸਿਮਰੋ ਸ੍ਰੀ ਹਰਿ ਰਾਏ। ਇਹਨਾਂ ਗੁਰੂਆਂ ਨੂੰ ਨਹੀਂ, ਇਹਨਾਂ ਨੇ ਵੀ ਉਸੇ ਨੂੰ ਸਿਮਰਿਆ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਹੜਾ ਜਦੋਂ ਇਹਨੂੰ ਅਸੀਂ ਇਕੱਠਾ ਪੜ੍ਹਦੇ ਨਾ, ਪਦਛੇਦ ਕਰਕੇ ਪੜ੍ਹੋ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾ। ਹਰਿਕ੍ਰਿਸ਼ਨ ਧਿਆਈ ਹੈ, ਧਿਆਈ ਹੈ, ਇਕੱਠਾ ਨਹੀਂ ਹੈ, ਲਫ਼ਜ਼ ਹੀ ਨਹੀਂ ਹੈ ਬਣਦਾ। ਇਹ ਧਿਆਈ ਹੈ, ਆੜੇ ਨੂੰ ਅੱਡ ਕਰ ਲਓ ਉੱਤੇ ਦਲਾਈਆਂ ਲਾ ਕੇ। ਪਦਛੇਦ ਦਾ ਮਤਲਬ ਸਭ ਤੋਂ ਜਾਏ ਪੰਕਚੁਏਸ਼ਨ ਜੀ ਇੰਗਲਿਸ਼ ਕਵਾਂਗੇ। ਹਾਂਜੀ, ਇਹਨੂੰ ਅੱਡੋ ਅੱਡ ਕਰਨਾ। ਹਾਂ, ਪੰਕਚੁਏਸ਼ਨ ਕਰਨਾ, ਕਿੱਥੇ ਮਤਲਬ ਕਿ ਕੋਮਾ ਕਿੱਥੇ ਬਿੰਦੀ ਲਾਉਣੀ ਹੈ, ਕਿੱਥੇ ਟਿੱਪੀ। ਸ੍ਰੀ ਹਰਿਕ੍ਰਿਸ਼ਨ ਧਿਆਈ, ਇਹ ਲਫ਼ਜ਼ ਉੱਤੇ ਇਕੱਠਾ ਲਿਖਿਆ ਧਿਆਈ ਹੈ। ਇਹਨੂੰ ਇਹਦੇ 2 ਲਫ਼ਜ਼ ਬਣਾ ਲਓ ਜੀ, ਧਿਆਈ ਐ ਆੜੇ ਨੂੰ ਦਲਾਈਆਂ ਵਾਲਾ ਅੱਡ ਕਰ ਲਓ। ਉਹ ਗੱਲ ਆਪਣੇ ਆਪ ਹੀ ਇਹ ਜਿਹੜੀ ਪੌੜੀ ਕਲੀਅਰ ਹੋ ਜਾਂਦੀ ਹੈ। ਹਾਂ, ਗੁਰੂ ਹਰਿਕ੍ਰਿਸ਼ਨ ਨੇ ਵੀ ਉਹੀ ਦੇਵੀ ਧਿਆਈ ਹੈ। ਕਿਹੜੀ ਦੇਵੀ? ਜਿਸ ਦੇਖੇ ਸਭ ਦੁੱਖ ਜਾਏ। ਹਾਂ, ਉਹਨੇ ਵੀ ਦੇਵੀ ਉਹੀ ਧਿਆਈ ਹੈ ਜਿਹਦੇ ਦੇਵੀ ਦੇ ਦੇਖਣ ਨਾਲ ਦੁੱਖ ਦੂਰ ਹੁੰਦੇ ਆ। ਇਹ ਆਪਾਂ ਥਾਈ ਅਰਦਾਸ ਦੇ ਵਿੱਚ ਬੋਲ ਦਿੰਦੇ ਆ ਵੀ ਧਿਆਈਏ ਵੀ ਉਹਨਾਂ ਨੂੰ। ਹਾਂ, ਮੈਂ ਸਮਝ ਗਿਆ ਜੀ, ਬਿਲਕੁਲ। ਨਹੀਂ, ਗੁਰੂ ਹਰਿਕ੍ਰਿਸ਼ਨ, ਜੇ ਹਰਿਕ੍ਰਿਸ਼ਨ ਨੂੰ ਧਿਆਉਣਾ ਸੀ ਤਾਂ ਫਿਰ ਧਿਆਇਆ ਇਹ ਅੱਖਰ ਹੀ ਹੋਰ ਪਾਉਣਾ ਪਏਗਾ। ਕੀੜੀ ਨੂੰ ਸਿਹਾਰੀ, ਆੜੇ ਨੂੰ ਕੰਨਾ ਪਾਉਣਾ ਪਏਗਾ ਉਹਨੂੰ ਧਿਆਉਣ ਨਾਲ। ਹਾਂਜੀ, ਸਮਝੇ ਨਾ ਗੱਲ? ਗੁਰੂ ਹਰਿਕ੍ਰਿਸ਼ਨ ਨੂੰ ਧਿਆਉਣ ਦੇ ਨਾਲ ਦੁੱਖ ਦੂਰ ਹੁੰਦੇ। ਫਿਰ ਮੇਰਾ ਇੱਥੇ ਇੱਕ ਸਵਾਲ ਹੋਰ ਖੜਾ ਹੋ ਗਿਆ ਜੀ। ਇਹ ਜਿਵੇਂ ਵੀ ਜੇ ਤੁਸੀਂ ਮੂਰਤ ਕਰਨਾ ਤਾਂ ਕਿਸੇ ਹੋਰ ਨੂੰ ਧਿਆਓ, ਜੇ ਤੁਹਾਨੂੰ ਆਪਣਾ ਵਿਦਿਆ ਚਾਹੀਦੀ ਹੈ ਤਾਂ ਸਰਸਵਤੀ ਨੂੰ ਧਿਆਓ, ਜੇ ਪੈਸੇ ਚਾਹੀਦੇ ਆ ਤੇ ਆਪਣੀ ਲక్ష్ਮੀ ਨੂੰ ਧਿਆਵੋ। ਮੂਰਤ ਕਰਨਾ ਤਾਂ ਔਰ ਜਿਹੜਾ ਆਪਣਾ ਗਣੇਸ਼ ਨੂੰ ਧਿਆਵੋ। ਇਹ ਵੱਖਰੇ ਵੱਖਰੇ ਇੱਥੇ ਵੀ ਗੁਰੂ ਹਰਿਕ੍ਰਿਸ਼ਨ, ਜੇ ਮੈਂ ਇਹਨਾਂ ਦੀ ਲਿਖਤ ਮੁਤਾਬਕ ਮੰਨ ਲਓ ਵੀ ਗੁਰੂ ਹਰਿਕ੍ਰਿਸ਼ਨ ਧਿਆਈਆ ਹੀ ਹੋ ਗਿਆ, ਵੀ ਉਹਨੂੰ ਧਿਆਓ। ਗੁਰੂ ਹਰਿਕ੍ਰਿਸ਼ਨ ਨੂੰ ਦੇਖਣ ਦੇ ਨਾਲ ਦੁੱਖ ਦੂਰ ਹੁੰਦੇ ਆ। ਤੇ ਫਿਰ ਤੇਗ ਬਹਾਦਰ ਸਿਮਰੀ ਹੈ, ਘਰ 9 ਨਿਧਾਵਤ ਆਏ। ਤੇ ਜੇ ਪੈਸਾ ਚਾਹੀਦਾ ਤਾਂ ਗੁਰੂ ਤੇਗ ਬਹਾਦਰ ਨੂੰ ਸਿਮਰੋ। ਤੇ ਫਿਰ ਇੱਕ ਦੇ ਪੁਜਾਰੀ ਤਾਂ ਅਸੀਂ ਰਹਿ ਹੀ ਨਹੀਂ ਗਏ। ਇਹ ਸਿਧਾਂਤ ਸਾਡਾ ਇੱਥੇ ਵੀ ਖੰਡਨ ਹੋ ਜਾਂਦਾ। ਇੱਕ ਦੇ ਪੁਜਾਰੀ ਹੋਣਾ, ਅਕਾਲ ਪੁਰਖ ਨੂੰ ਧਿਆਉਣਾ, ਅਕਾਲ ਪੁਰਖ ਨੂੰ ਮੰਨਣਾ, ਸਿਰਫ ਪਰਮਾਤਮਾ ਨੂੰ ਮੰਨਣਾ, ਹੋਰ ਕਿਸੇ ਦੇ ਲੜ ਨਹੀਂ ਲੱਗਣਾ। ਅਸੀਂ ਕਿਸੇ ਬੰਦੇ ਨਾਲ ਨਹੀਂ ਲੱਗਣਾ, ਅਸੀਂ ਗੁਰੂਆਂ ਦੀ ਬਾਣੀ ਨਾਲ ਲੱਗਣਾ। ਘਰ 9 ਨਿਧਾਵਤ ਆਏ ਵੀ ਗੁਰੂ ਤੇਗ ਬਹਾਦਰ ਬਈ 9 ਨਿਧਾ 12 ਸਿੱਧਾ, ਮਤਲਬ ਤੁਹਾਡੇ ਕੋਲ ਪੈਸਾ ਆ ਜਾਏਗਾ, ਗੁਰੂ ਤੇਗ ਬਹਾਦਰ ਨੂੰ ਧਿਆਓ। ਕੋਈ ਸੈਂਸ ਨਹੀਂ ਹੈਗੀ ਜੀ ਇਹ। ਕਿਰਤ ਕਰਨ ਦੀ ਲੋੜ ਹੀ ਨਹੀਂ ਜੀ। ਹਾਂ, ਫਿਰ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਫਾਰਮੂਲਾ ਇੱਥੇ ਆ ਕੇ ਉਹ ਫੇਲ ਹੁੰਦਾ। ਫੇਲ ਹੁੰਦਾ, ਬਿਲਕੁਲ ਯਾਰ। ਸੋ ਹਰਿਕ੍ਰਿਸ਼ਨ ਧਿਆਈ ਹੈ। ਹਰਿਕ੍ਰਿਸ਼ਨ ਨੇ ਵੀ ਉਸ ਨੂੰ ਧਿਆਇਆ ਜਿਹਨੂੰ ਦੇਖਣ ਦੇ ਨਾਲ ਦੁੱਖ। ਹਾਂਜੀ,
ਤੇ ਤੇਗ ਬਹਾਦਰ ਸਿਮਰੀ ਹੈ, ਇਹ ਪੰਕਚੁਏਸ਼ਨ ਕਰਨ ਦੀ ਲੋੜ ਹੈ। ਸਿਮਰੀ ਹੈ, ਤੇਗ ਬਹਾਦਰ ਨੇ ਵੀ ਉਹਨੂੰ ਸਿਮਰਿਆ ਜਿਸ ਜਿਸ ਦੇਵੀ ਨੂੰ ਸਿਮਰਨ ਦੇ ਨਾਲ ਘਰੇ 9 ਨਿਧਾਂ ਤੇ 12 ਸਿਧਾਂ ਆਉਂਦੀਆਂ ਨੇ। ਸੋ ਇਹ ਸੀ ਪ੍ਰਥਮ ਖੰਡਾ ਸਾਜ ਕੇ ਜਨ ਸਭ ਸੰਸਾਰ ਪਾਇਆ। ਜੇ ਖੰਡਾ ਅਸੀਂ ਖੰਡਾ ਲੋਹੇ ਦਾ ਖੰਡਾ ਲੈ ਲਈਏ ਤਾਂ ਉਹ ਪੁਰਾਣੇ ਵੇਲਿਆਂ 'ਚ ਸੰਸਾਰ ਸਾਗਣ ਤੋਂ ਵੇਲੇ ਤਾਂ ਲੋਹੇ ਦਾ ਯੁੱਗ ਹੈ ਨਹੀਂ ਸੀ। ਤੇ ਜੇ ਖੰਡਾ ਅਸੀਂ ਖੰਡਾ ਕਰਨਾ ਹੈ ਵੀ ਇਹਦੇ ਪ੍ਰਿਥਵੀ ਬਣਾਉਣਾ ਹੈ ਜਾਂ ਇਹਦਾ ਇੱਥੇ ਤਾਂ ਇਹਨੇ ਸ਼ਕਤੀ ਮਾਇਆ ਦਿੱਤਾ ਹੈ ਕਿ ਪਹਿਲਾਂ ਸ਼ਕਤੀ ਮਾਇਆ ਪੈਦਾ ਹੋਈ। ਮਾਇਆ ਕਿੱਥੋਂ ਪੈਦਾ ਹੋ ਗਈ ਜੀ? ਪਹਿਲਾਂ ਤਾਂ ਧਰਤੀ ਬਣੂਗੀ ਨਾ। ਇਹ ਜਿਹੜਾ ਦਸਮ ਗ੍ਰੰਥ ਦੇ ਵਿੱਚ ਹੈ ਜੀ, ਮੈਂ ਤੁਹਾਨੂੰ ਇੱਕ ਹੋਰ ਆਊਟ ਆਫ ਦਾ ਵੇ ਜਾ ਕੇ ਕਹਿਦਾ ਜੀ, ਇੱਕ ਸਰਵਣ ਤੇ ਮੈਲ ਨਕਾਰਾ ਤਾਂ ਤੇ ਮਦ ਕੀਟ ਬਤੰਤਾੜਾ। ਇਹ ਕਹਿੰਦਾ ਇੱਕ ਕੰਨ ਤੋਂ ਬ੍ਰਹਮਾ ਨੇ ਜਦੋਂ ਸ੍ਰਿਸ਼ਟੀ ਸਾਜਣੀ ਸੀ ਮੈਲ ਨਿਕਾਲੀ, ਉਹਦੇ ਤੋਂ ਇਹ ਦੈਂਤ ਬਣਾਤੇ। ਤੇ ਮੇਰਾ ਸਵਾਲ ਹੁੰਦਾ ਜੀ, ਹਜੇ ਧਰਤੀ ਸਾਜਣੀ ਹੈ ਤੇ ਦੈਂਤ ਰੱਖੇ ਕਾਹਦੇ ਤੇ? ਬਿਲਕੁਲ। ਦੁਤੀਆ ਕੰਨ ਤੇ ਮੈਲ ਨਿਕਾਲੀ ਤਾਂ ਤੇ ਸ੍ਰਿਸ਼ਟ ਪਈ ਇਹ ਸਾਰੀ। ਕਮਾਲ ਹੋ ਗਈ। ਸ੍ਰਿਸ਼ਟੀ ਬਾਅਦ ਚ ਬਣਦੀ ਹੈ, ਧਰਤੀ ਬਾਅਦ ਚ ਬਣਦੀ ਹੈ, ਦੈਂਤ ਪਹਿਲਾਂ ਬਣਾਤੇ, ਖੜੇ ਕਾਹਦੇ ਤੇ ਕੀਤੇ? ਹਵਾ ਚ। ਬਿਲਕਲ ਹਵਾ ਚ ਅਸਮਾਨ ਕਰਦੇ ਸੀ ਉਹ। ਹਾਂਜੀ। ਸੋ ਇਹਨੂੰ ਖੰਡਨ ਕਰਨ ਵਾਸਤੇ ਸਾਡੇ ਕੋਲ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਪਰਮਾਤਮਾ ਹੀ ਜਾਣਦਾ ਉਹਨੇ ਸ੍ਰਿਸ਼ਟੀ ਕਿਵੇਂ ਬਣਾਈ। ਸਾਨੂੰ ਇਹਨਾਂ ਗੱਲਾਂ 'ਚ ਪੈਣ ਦੀ ਲੋੜ ਹੀ ਨਹੀਂ ਹੈ। ਸਾਡਾ ਮਕਸਦ ਅੱਜ ਗੁਰਬਾਣੀ ਸਾਨੂੰ ਜੀ ਬੰਦਾ ਬਣਾਉਣ ਦੀ ਗੱਲ ਕਰਦੀ ਹੈ। ਬੰਦਿਆ ਤੂੰ ਬੰਦੇ ਦਾ ਪੁੱਤ ਬਣ, ਉਹ ਅਸੀਂ ਬਣਨਾ ਨਹੀਂ ਚਾਹੁੰਦੇ। ਅਸੀਂ ਗ੍ਰੰਥਾਂ 'ਚ ਉਲਝੇ ਫਿਰਦੇ। ਨਹੀਂ, ਇਹ ਤਾਂ ਜਿਹੜੇ ਸਾਨੂੰ ਤੁਸੀਂ ਐਕਸਪਲੇਨ ਕੀਤਾ ਅਰਦਾਸ ਵਾਲਾ ਪਾਰਟ ਵੀ ਤੇ ਪਲੱਸ ਇਹ ਤਾਂ ਸਿੱਖ ਸਿਧਾਂਤ ਦੇ ਉੱਤੇ ਚੋਟ ਹੈ ਜੀ, ਜਿਹੜੇ ਹਿਸਾਬ ਨਾਲ ਇਹ ਦੱਸੋ ਗ੍ਰੰਥ ਦੀ। ਬਿਲਕੁਲ ਚੋਟ ਹੈ। ਅਸੀਂ ਦੇਵੀ ਨੂੰ ਹੀ ਤਿਆਰ ਰਹੇ ਹਾਂ। ਅਸੀਂ ਅਰਦਾਸ ਕੋਈ ਕਰਦੇ ਹੀ ਨਹੀਂ। ਅਸੀਂ ਕੋਈ ਅਰਦਾਸ ਨਹੀਂ ਕਰਦੇ, ਨਾ ਇਹ ਸਾਡੀ ਕੋਈ ਅਰਦਾਸ ਹੈ। ਤੇ ਜਿਹੜੇ ਕਹਿੰਦੇ ਵੀ ਅਰਦਾਸ ਬਦਲੀ ਨਹੀਂ ਜਾ ਸਕਦੀ, ਮੈਂ ਤੁਹਾਨੂੰ ਹੁਣ ਇਹਦੇ ਨਾਲ ਲੱਗਦੇ ਹੱਥੇ ਵੀ ਦੱਸ ਦੇਵਾਂ। 1964 ਤੋਂ ਪਹਿਲਾਂ ਦੇ ਗੁੱਟ ਕੇ ਚੱਕੋ, 4 ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਆਉਂਦਾ ਹੈ। ਹੁਣ 5 ਹੋ ਗਏ ਜੀ। 1905 ਇਹ ਪੰਜਾਬੀ ਸੂਬਾ ਬਣਨ ਤੋਂ ਬਾਅਦ ਫਤਿਹ ਸਿੰਘ ਨੇ 5ਵਾਂ ਧਾਮ ਬਣਾਇਆ। ਪਹਿਲੇ 4 ਧਾਮ ਵੀ ਗੁਰੂ ਸਾਹਿਬ ਨਹੀਂ ਥਾਪ ਕੇ ਗਏ। ਪਹਿਲੇ 4 ਧਾਮ ਵੀ ਹਿੰਦੂਆਂ ਦੇ ਚਾਰੋਂ ਧਾਮ ਦੇ ਤਰੀਕੇ ਤੇ ਥਾਪੇ ਗਏ। ਉਹਨਾਂ ਦਾ ਵੀ ਇੱਕ ਈਸਟ, ਸਾਊਥ, ਵੈਸਟ ਤੇ ਨਾਰਥ 'ਚ ਹੈ। ਹਾਂਜੀ। ਤੇ ਸਾਡੇ ਵੀ ਤੁਸੀਂ ਪਟਨਾ ਸਾਹਿਬ ਈਸਟ ਲੈ ਲਿਆ, ਸਾਊਥ ਦੇ ਵਿੱਚ ਨੰਦੇੜ ਲੈ ਲਿਆ, ਨਾਰਥ ਦੇ ਵਿੱਚ ਆਪਣਾ ਹੋ ਗਿਆ ਸਾਡੇ ਕੋਲ ਅਨੰਦਪੁਰ, ਤੇ ਅੰਮ੍ਰਿਤਸਰ ਵੈਸਟ ਦੇ ਵਿੱਚ ਅੰਮ੍ਰਿਤ ਆ ਗਿਆ, ਅੰਮ੍ਰਿਤਸਰ ਆ ਗਿਆ। ਸੋ ਇਹ ਅਸੀਂ ਹਿੰਦੂਆਂ ਦੀ ਕਾਪੀ ਕਰੀ ਜਾ ਰਹੇ ਹਰ ਗੱਲ 'ਚ। ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੀ ਜਦੋਂ ਅਸੀਂ ਗੱਲ ਕਰਾਂਗੇ ਉਦੋਂ ਬੰਤਾ ਸਿੰਘ ਹੁਣਾਂ ਦੇ ਮਿਰਚਾਂ ਤਾਂ ਲੜਨੀਆਂ ਹੈ। ਹਾਂਜੀ, ਅੱਗੇ ਚਲੋ ਜੀ। ਇੱਕ ਮੈਂ ਹੋਰ ਜਿਹੜਾ ਨਿਤਨੇਮ ਦਾ ਵੀ ਕਨਸੈਪਟ ਆ, ਕਿਉਂਕਿ ਮੇਰਾ ਇੱਕ ਮਿੱਤਰ ਹੈ ਜੀ, ਉਹ ਅਪਰ ਕਾਸਟ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ। ਉਹ ਕਹਿੰਦਾ ਵੀ ਸਾਡਾ ਵੀ ਨਿਤਨੇਮ ਹੈਗਾ ਆਪਣੇ ਹਿੰਦੂਇਜ਼ਮ ਦੇ ਵਿੱਚ। ਇਹ ਉਹਦੇ ਹੀ ਤਰਜ ਤੇ ਆਪਣਾ ਨਿਤਨੇਮ ਜੀ ਬਣਾਤਾ ਇਹਨਾਂ ਨੇ। ਮੈਂ ਤੁਹਾਨੂੰ ਹੀ ਸਵਾਲ ਪੁੱਛ ਲੈਣਾ ਵੀ ਨਿਤਨੇਮ ਦਾ ਮਤਲਬ ਹੁੰਦਾ ਹਰ ਰੋਜ਼। ਹਾਂਜੀ। ਇਹ ਗੁਰੂ ਪੁਰਾਣੀਆਂ ਲਿਖਤਾਂ ਦੇ ਵਿੱਚ ਹੱਥ ਲਿਖਤਾਂ ਵਿੱਚ ਮਿਲਦਾ ਵੀ ਗੁਰੂ ਕਾ ਸਿੱਖ ਹਰ ਰੋਜ਼ ਬਾਣੀ ਪੜ੍ਹੇ। ਬਾਣੀ ਪੜ੍ਹਨਾ ਨਿਤਨੇਮ ਹੈ, ਨਾ ਕਿ ਆਹ 5 ਬਾਣੀਆਂ ਨਿਤਨੇਮ ਦੀਆਂ ਬਾਣੀਆਂ ਕੋਈ ਫਿਕਸ ਨਹੀਂ ਕੀਤੀਆਂ ਗੁਰੂ ਸਾਹਿਬ ਨੇ। ਕੋਈ ਨਹੀਂ ਫਿਕਸ। ਭਾਈ ਗੁਰਦਾਸ ਸਾਡੇ ਕੋਲ ਹੈ ਜੀ, ਉਹ ਕਹਿੰਦੇ ਆ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਭਾਈ ਗੁਰਦਾਸ ਦੇ ਮੁਤਾਬਕ ਉਹ ਇਕੱਠੇ ਹੋ ਕੇ ਜਪਜੀ ਬਾਣੀ ਦਾ ਉਚਾਰਨ ਕਰਦੇ ਸੀ, ਉਹਨੂੰ ਸਮਝਦੇ ਸੀ। ਤੇ ਸ਼ਾਮ ਵੇਲੇ ਸੋਦਰ ਦੇ 4 ਸ਼ਲੋਕ ਸੀ। ਹਾਂਜੀ। ਸੋਦਰ ਦੇ ਨਾਲ ਅੱਗੇ ਸੋ ਪੁਰਖ ਵਾਲੇ 4 ਸ਼ਲੋਕ ਤੇ ਸੋਦਰ, ਇਹ ਸੀ ਸਾਡੇ ਕੋਲੇ। ਕੋਈ ਚੌਪਈ ਨਹੀਂ, ਕੁਛ ਨਹੀਂ ਹੈ। ਚੌਪਈ ਤਾਂ ਹੈ ਹੀ 404ਵੇਂ ਚਰਿੱਤਰ ਦਾ ਅੰਗ ਹੈਗੇ ਆ। ਇਹ ਉਹ ਜਿਹੜੀ ਚੌਪਈ ਹੈ ਉਹਦੇ ਵਿੱਚ ਬੇਨਤੀ ਚੌਪਈ ਹੈ, ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਚੌਪਈ ਨਹੀਂ ਲਿਖਿਆ ਹੋਇਆ ਉਹਦੇ ਚ ਹੈਡਿੰਗ। 1386 ਪੰਨੇ ਤੇ ਸ਼ੁਰੂ ਹੁੰਦੀ ਆ ਉਹ। 404ਵੇਂ ਚਰਿੱਤਰ ਦਾ ਅੰਗ ਹੈ ਜੀ। ਠੀਕ ਹੈ ਜੀ। ਹਾਂਜੀ, ਚਲੋ ਅੱਗੇ ਚੱਲੀਏ ਜੀ। ਹਾਂਜੀ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਡਿਠਾ ਸਭ ਤੁਕ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾ ਵਹਿਤਾਏ। ਇਹ ਪੜ੍ਹ ਸਿਮਰਿਆ, ਇਹ ਬੰਤਾ ਸਿੰਘ ਗਲਤ ਪੜ੍ਹ ਰਿਹਾ। ਸਿਮਰੀ ਹੈ, ਸਿਮਰਿਆ ਨਹੀਂ ਹੈ, ਲਿਖਿਆ ਸਿਮਰੀ ਹੈ। ਰਾਰੇ ਨੂੰ ਬਿਹਾਰੀ ਲੱਗੀ ਹੋਈ ਹੈ। ਹਾਂਜੀ, ਚਲੋ ਜੀ। ਔਰ ਆਪਣਾ ਨਾਮ ਮਹਾਰਾਜ ਅੱਗੇ ਲਿਖਦੇ ਨੇ, ਬਾਹੇ ਗਾਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ। ਤੁਸੀਂ ਦਸਮ ਬਾਣੀ ਛੱਡ ਦਿੱਤੀ ਤੇ ਤੁਹਾਡੇ ਕੋਲ ਗੁਰੂਆਂ ਦੇ 5 ਨਾਮ ਰਹਿ ਜਾਣੇ ਨੇ। ਕੱਲ ਨੂੰ ਫਿਰ ਲੋਕ ਆਖਣਗੇ ਗੁਰੂ ਹੀ 5 ਹੋਏ ਨੇ। ਤੀਸਰਾ ਖਾਲਸੇ ਦੀ ਜਿਹੜੀ ਫਤਿਹ ਹੈ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜੋ ਮੰਗਲ ਦਿੰਦੇ ਨੇ ਪਾਤਸ਼ਾਹ,
ਬਾਣੀਆਂ ਦੇ ਉੱਪਰ ਖਾਲਸਾ ਲਫ਼ਜ਼ ਵੀ ਦਸਮ ਬਾਣੀ ਹਾਂਜੀ ਬਾਬਾ ਬੰਤਾ ਸਿੰਘ ਜੀ ਜਿਹੜੀਆਂ 32 ਬੀੜਾਂ ਤੋਂ ਮਿਲਾ ਕੇ ਦਸਮ ਗ੍ਰੰਥ ਆਪਣਾ ਬਣਾਇਆ ਗਿਆ ਹੈ। 1892 ਦੇ ਵਿੱਚ ਸੋਧਕ ਕਮੇਟੀ ਬਣੀ। 1897 ਦੇ ਵਿੱਚ ਉਹਨਾਂ ਨੇ ਵੱਖਰੀਆਂ ਅੰਮ੍ਰਿਤਸਰ ਦੇ ਦੁਆਲੇ ਜਿਹੜੀਆਂ 32 ਬੀੜਾਂ ਫਿਰਦੀਆਂ ਸੀ ਉਹਨਾਂ ਤੋਂ ਇਹ ਦਸਮ ਗ੍ਰੰਥ ਬਣਾਇਆ। ਉਹਨਾਂ 32 ਬੀੜਾਂ ਦੇ ਵਿੱਚ ਜਿਹੜਾ ਤੇਰਾ ਮੰਗਲਾਚਰਨ ਜਿਹੜਾ ਤੂੰ ਕਹਿੰਦਾ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਕਿਸੇ ਨੇ ਦਿੱਤਾ, ਕਿਸੇ ਨੇ ਕਿਵੇਂ ਦਿੱਤਾ, ਇਹ ਕੋਈ ਅਥੈਂਟਿਸਿਟੀ ਨਹੀਂ। ਫਤਿਹ ਲਫ਼ਜ਼ ਸਾਡੇ ਕੋਲ ਫਾਹੇ ਕਾਟੇ ਮਿਟੇ ਗਮਨ ਫਤਿਹ ਪਈ ਮਨ ਜੀਤ, ਇਹ ਗੁਰੂ ਗ੍ਰੰਥ ਸਾਹਿਬ ਚ ਆ ਜਾਂਦਾ ਹੈ। ਫਤਿਹ ਲਫ਼ਜ਼ ਸਾਨੂੰ ਉੱਥੋਂ ਨਹੀਂ ਮਿਲਣਾ, ਫਤਿਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ। ਔਰ ਜਿਹੜੇ ਜੰਗੀ ਨਾਅਰੇ ਸ਼ੁਰੂ ਹੁੰਦੇ ਆ ਨਾ ਜੀ, ਇਹ ਇਤਿਹਾਸਕ ਪੁਸਤਕਾਂ ਦੇ ਤਾਂ ਹਵਾਲਿਆਂ ਉਹਨਾਂ ਦੇ ਵਿੱਚ ਤਾਂ ਹੁੰਦੇ ਆ, ਇਹ ਗ੍ਰੰਥਾਂ ਵਿੱਚ ਨਹੀਂ ਹੁੰਦੇਗੇ। ਹਾਂਜੀ ਅੱਗੇ ਚਲੋ। ਫਤਿਹ ਲਫ਼ਜ਼ ਸਾਡੇ ਕੋਲ ਆਲਰੇਡੀ ਗੁਰੂ ਗ੍ਰੰਥ ਸਾਹਿਬ ਚ ਹੈਗਾ। ਫਾਹੇ ਕਾਟੇ ਮਿਟੇ ਗਮਨ ਫਤਿਹ ਭਾਈ ਮਨ ਜੀਤ। ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸ਼ਬਦ ਵੀ ਤਾਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ। ਪਟਾਨੇ ਗੁਰੂ ਗ੍ਰੰਥ ਸਾਹਿਬ ਬਿਲਕੁਲ ਪੱਟਾਂ ਦੇ ਸਵਈਏ 1403 2 ਔਰ 3 ਦੇ ਉੱਤੇ 13 ਵਾਰੀ ਹਾਹੇ ਨੂੰ ਸਿਆਰੇ ਨਾਲ ਹੈ, 3 ਵਾਰ ਹਾਹੇ ਨੂੰ ਸਿਆਰੇ ਤੋਂ ਬਗੈਰ ਹੈ। ਵਾਹ ਅਸਲ ਚ ਲਫ਼ਜ਼ ਇਹ ਹੈਗਾ ਅੱਡ ਪਦਛੇਦ ਕਰਨ ਵੇਲੇ ਉਹਨਾਂ ਤੋਂ ਰਹਿ ਗਿਆ। ਵਾਹ ਗੁਰੂ ਹੈ, ਵਾਹਿਗੁਰੂ ਨਹੀਂ ਹੈ। ਵਾਹ ਗੁਰੂ ਤੇਰੀ ਸਭ ਰਚਨਾ, ਉਹ ਆਪ ਵੀ ਵਾਹ ਗੁਰੂ ਲਿਖਦੇ ਆ। ਓਕੇ। ਜਾਂ ਗੁਰੂ ਗ੍ਰੰਥ ਸਾਹਿਬ ਚ ਆ ਜਾਂਦਾ ਜੀ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਮੇਰਾ ਖਿਆਲ ਰਾਮ ਕਰੀ ਦੀ ਵਾਰ, ਹੁਣ ਮੈਨੂੰ ਐਗਜ਼ੈਕਟ ਲੱਭਣਾ ਪਏਗਾ ਪਰ ਉਹ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ। ਇਹ ਵਾਹਿਗੁਰੂ ਸ਼ਬਦ ਦਸਮ ਗ੍ਰੰਥ ਚ ਹੈ ਕਿਤੇ ਵਰਤਿਆ ਹੋਇਆ ਜੀ? ਇਹ ਇਹਨਾਂ ਨੇ ਮੰਗਲਾਚਰਨਾਂ ਦੇ ਵਿੱਚ ਵਰਤਿਆ ਜੀ। ਉਂਝ ਤਾਂ ਬਾਣੀ ਚ ਆਉਂਦਾ ਜੀ ਵਾਹਿਗੁਰੂ, ਆਉਂਦਾ ਹੀ ਨਹੀਂ ਕਿਤੇ ਵੀ। ਉੱਪਰ ਦਿੱਤਾ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਕਿਸੇ ਨੇ ਲਿਖਿਆ, ਆਪਾਂ ਉਹੀ ਤਾਂ ਗੱਲ ਕਰਕੇ ਹਟੇ ਵੀ ਕਿਸੇ ਨੇ ਉਹ ਮੰਗਲਾਚਰਨ ਦਿੱਤਾ, ਕਿਤੇ ਦਿੱਤਾ, ਕਿਸੇ ਨੇ ਕਿਸੇ ਦਿੱਤਾ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪਾਠ ਪਹਿਲੀ ਗੱਲ। ਹੁਣ ਜੇ ਆਪਾਂ ਮੰਗਲਾਚਰਨ ਦੀ ਗੱਲ ਕਰਨ ਲੱਗੇ ਆ, ਗੁਰੂ ਨਾਨਕ ਸਾਹਿਬ ਨੇ ਕਿਤੇ ਵੀ ਆਪਣੇ ਆਪ ਨੂੰ ਪਾਤਸ਼ਾਹ ਜਾਂ ਦੂਸਰੇ ਗੁਰੂਆਂ ਨੇ ਪਾਤਸ਼ਾਹ ਨਹੀਂ ਲਿਖਿਆ। ਉਹਨਾਂ ਨੂੰ ਲੋਕ ਪਾਤਸ਼ਾਹ ਕਹਿੰਦੇ ਸੀ, ਪਰ ਉਹਨਾਂ ਨੇ ਪਾਤਸ਼ਾਹ ਨਹੀਂ ਲਿਖਿਆ। ਨਾਨਕ ਨੀਚ ਕਹੈ ਵਿਚਾਰ ਵਾਰਾ ਨਾ ਜਾਵਾਂ ਇੱਕ ਵਾਰ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਲਿਖ ਰਹੇ। ਨਾਨਕ ਨੀਚ ਕਹੈ ਵਿਚਾਰ, ਨੀਚੂ ਅਤ ਨੀਚ ਨਾਨਕ ਤਿਨ ਕਾ ਸੰਗ ਸਾਥ ਵੱਡਿਆਂ ਸਿਉ ਕਾ ਰੀਸ। ਅੱਗੇ ਜਾ ਕੇ ਇਹ ਵੀ ਪੰਕਤੀਆਂ ਆਉਂਦੀਆਂ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਉਹ ਗਰੀਬ ਬੰਦਿਆਂ ਨੂੰ ਉੱਪਰ ਜਿਹੜੀ ਅਸੀਂ ਆਪਣੀ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਜੀ, ਨਿਤ ਨਿਮਾਣਿਆਂ ਦੇ ਮਾਣ, ਨਿਤਾਲਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਉਹ ਗੁਰੂ ਉਹ ਬਣੇ ਹੈ, ਨਾ ਕਿ ਉਹ ਆਪ ਪਾਤਸ਼ਾਹ ਬਣ ਕੇ ਬੈਠ ਗਏ ਆ ਪੂਜਾ ਕਰਾਉਣ ਵਾਸਤੇ। ਹਾਂਜੀ, ਤੇ ਦਸਮ ਗ੍ਰੰਥ ਦੇ ਵਿੱਚ ਸਾਡੇ ਕੋਲ ਪਾਤਸ਼ਾਹ ਲਿਖਿਆ। ਗੁਰੂ ਗੋਬਿੰਦ ਸਿੰਘ ਅਗਰ ਆਪਾਂ ਮੰਨ ਲਈਏ ਇਹਨਾਂ ਦੇ ਹਿਸਾਬ ਨਾਲ ਵੀ ਉਹ ਲਿਖਾਰੀ ਨੇ, ਤੇ ਆਪਣੇ ਆਪ ਨੂੰ ਪਾਤਸ਼ਾਹ ਬਣਾ ਕੇ ਉਹ ਪੇਸ਼ ਕਰ ਰਹੇ ਨੇ ਜੀ। ਉਹ ਪਾਤਸ਼ਾਹ ਬਣਾ ਕੇ ਪੇਸ਼ ਕਰ ਰਹੇ ਆ। ਇਹੀ ਤਾਂ ਗਲਤ ਹੈ ਨਾ ਜੀ ਗੱਲ, ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਅੱਡ ਮਤਲਬ ਨਿਖੇੜ ਰਹੇ ਪਹਿਲੇ ਆਪਣੇ ਪਹਿਲੇ ਪਾਤਸ਼ਾਹਾਂ ਦੇ ਨਾਲੋਂ, ਵੀ ਇਹ ਅੱਡ ਕੋਈ ਬੰਦਾ ਹੈਗਾ, ਅੱਡ ਕੋਈ ਪਾਤਸ਼ਾਹ ਹੈਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਫਾਹੇ ਕਾਟੇ ਮਿਟੇ ਗਵਨ ਫਤਿਹ ਭਾਈ ਮਨਜੀਤ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 258 ਪੰਨੇ ਤੇ ਗੁਰੂ ਅਰਜਨ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਜਿਹੜੀ ਉਹਨਾਂ ਨੇ 52 ਅੱਖਰੀ ਲਿਖੀ ਹੈ ਜੀ, ਉਹਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ। ਔਰ ਫਤਿਹ ਲਫ਼ਜ਼ ਇੱਕੋ ਵਾਰ ਇੱਥੇ ਹੀ ਆਉਂਦਾ ਹੈ। ਫੱਫਾ ਤੱਤਿਨ ਸਿਆਰੀ ਹਾਹਾ ਫਤਿਹ। ਹਾਂਜੀ, ਫਤਿਹ ਕਹਿ ਲੋ, ਫਤਿਹ ਕਹਿ ਲੋ, ਹਾਈ ਨੂੰ ਲਾ ਲਓ, ਜਿੱਦਾਂ ਮਰਜੀ, ਮਤਲਬ ਉਹੀ ਹੈ। ਫਤਿਹ ਦਾ ਮਤਲਬ ਹੁੰਦਾ ਜਿੱਤ, ਕਿਸੇ ਚੀਜ਼ ਨੂੰ ਕਰ ਲਈ, ਫਤਿਹ ਕਰਨਾ ਜਾਂ ਜਿੱਤ ਲੈਣਾ। ਹਾਂਜੀ, ਫਾਹੇ ਕਾਟੇ ਮਤਲਬ ਜਿਹੜੇ ਬੰਦਿਆਂ ਤੈਨੂੰ ਫਾਹੇ ਪਏ ਹੋਏ ਆ, ਉਹ ਜਦੋਂ ਕੱਟ ਦੇਗਾ ਤੇ ਮਿਟੇ ਗਵਨ, ਤੇਰਾ ਇੱਧਰ ਉੱਧਰ ਭਟਕਣਾ ਮਿਟ ਗਿਆ। ਫਤਿਹ ਭਾਈ ਮਨਜੀਤ, ਮਨ ਕਰਕੇ ਤੂੰ ਉਹਨਾਂ ਦੇ ਉੱਤੇ ਕਾਬੂ ਪਾ ਲਿਆ, ਫਤਿਹ ਕਰ ਲਿਆ, ਉਹਨਾਂ ਨੂੰ ਜਿੱਤ ਲਿਆ। ਹਾਂਜੀ ਠੀਕ ਹੈ ਜੀ, ਮੈਂ ਅੱਗੇ ਚਲਾ ਰਿਹਾ ਜੀ। ਹਾਂਜੀ ਚਲਾਓ ਜੀ। ਬਾਣੀ ਦੇ ਵਿੱਚ ਆਉਂਦਾ ਹੈ ਤੇ ਫਤਿਹ ਲਫ਼ਜ਼ ਵੀ ਇੱਥੋਂ ਖਾਲਸੇ ਦੀ ਫਤਿਹ ਬਣੀ ਹੈ। ਫਿਰ ਜਿਹੜੀ ਸਿੰਘ ਅਰਦਾਸ ਕਰਦੇ ਨੇ ਉਸ ਦੀ ਪਹਿਲੀ ਪੌੜੀ ਚੰਡੀ ਦੀ ਵਾਰ ਵਿੱਚੋਂ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਇਹ ਤਾਂ ਆਪਾਂ ਕਰ ਲਈ ਗੱਲ ਜੀ ਇਹਦੇ ਬਾਰੇ ਤਾਂ। ਹਾਂਜੀ ਕਰ ਲਿਆ ਜੀ, ਅੱਗੇ ਚਲੋ ਜੀ। ਔਰ ਸਭ ਤੋਂ ਵੱਡਾ ਨੁਕਸਾਨ ਜੋ ਦਸਮ ਗ੍ਰੰਥ ਨੂੰ ਛੱਡਿਆ ਹੋਵੇਗਾ ਉਹ ਇਹ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡਾਇਰੀ ਲਿਖਣ ਵਾਲੇ ਭਾਈ ਹਰਸਾ ਸਿੰਘ ਜੀ, ਜਿਨ੍ਹਾਂ ਨੇ ਗੋਹਜ ਪੋਥੀ ਲਿਖੀ ਹੈ, ਉਹਦੇ ਵਿੱਚ ਮਹਾਰਾਜ ਦਾ ਇਹ ਦੋਹਰਾ ਲਿਖਿਆ ਹੈ ਜੋ ਤੁਸੀਂ ਰੋਜ਼ ਪੜ੍ਹਦੇ ਹੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਗਰ ਗੁਰੂ ਗੋਬਿੰਦ ਸਿੰਘ ਰੋਕਣਾ ਜੀ ਇੱਕ ਇਹਨੂੰ, ਹਾਂਜੀ ਰੋਕਣਾ, ਰੋਕਦਾ ਜੀ।
ਹਾਂਜੀ, ਇਹ ਜਿਹੜਾ ਅਰਸਾ ਸਿੰਘ ਤੇ ਗੋਝ ਪੋਥੀ ਵਾਲੀਆਂ ਗੱਲਾਂ, ਇਹ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੀਆਂ ਬਣਾਈਆਂ। ਗੋਝ ਪੋਥੀ ਦਾ ਮਤਲਬ ਹੁੰਦਾ ਗੁੱਜੀ ਪੋਥੀ, ਤੇ ਗੁਰੂ ਗੋਬਿੰਦ ਸਿੰਘ ਆਪਣੇ ਜਿਹੜਾ ਆਪਣੇ ਨੂੰ ਕੀ ਕਮਰ ਕਸਾ ਉਹਦੇ ਵਿੱਚ ਰੱਖਦੇ ਸੀ। ਗੁਰੂ ਸਾਹਿਬ ਕੋਈ ਐਸੀ ਗੱਲ ਨਹੀਂ ਸੀ ਕਰਦੇ ਜਾਂ ਰੱਖਦੇ ਜਿਹੜੀ ਸਿੱਖਾਂ ਤੋਂ ਲੁਕੋਈ ਹੋਵੇ। ਕੋਈ ਹੋ ਗਿਆ ਗੋਝ ਪੋਥੀ ਦਾ ਮਤਲਬ ਗੁੱਜੀ ਪੋਥੀ। ਭੇਤ। ਇਹ ਗੱਲਾਂ ਬਣਾਈਆਂ ਘੜੀਆਂ ਗਈਆਂ, ਭੇਤ ਭਰੀ ਪੋਥੀ ਕੁਝ ਨਹੀਂ ਹੁੰਦਾ। ਗੁਰੂ ਸਾਹਿਬ ਓਪਨ ਤਸਵੀਰ ਸੀ, ਖੁੱਲੀ ਕਿਤਾਬ ਜਿਹਨੂੰ ਅਸੀਂ ਕਹਿੰਦੇ ਆ, ਓਪਨ। ਉਹ ਕੁਝ ਨਹੀਂ ਲੁਕੋ ਕੇ ਰੱਖਿਆ ਉਹਨਾਂ ਨੇ। ਪਰ ਉਹਦੇ ਵਿੱਚ ਨਹੀਂ, ਇਹ ਸਾਡੇ ਕੋਲ ਆਪਣੇ ਆ ਜਿਹੜੇ ਰਹਿਤਨਾਮੇ ਹੈਗੇ ਆ, ਇਹਨਾਂ ਦੇ ਵਿੱਚ ਇਹ ਆ ਜਾਂਦਾ। ਉਦੋਂ ਉਧਰ ਅਰਸਾ ਸਿੰਘ ਕੋਲ ਸਾਨੂੰ ਜਾਣ ਦੀ ਲੋੜ ਨਹੀਂ ਜੀ, ਅੱਗੇ ਚਲਾਓ। ਇੱਥੇ ਵੀ ਬੰਤਾ ਸਿੰਘ ਵੱਡਾ ਰੱਜ ਕੇ ਝੂਠ ਮਾਰ ਰਿਹਾ। ਹਾਂਜੀ, ਠੀਕ ਹੈ ਜੀ। ਪਾਤਸ਼ਾਹ ਦੀ ਦਸਮ ਬਾਣੀ ਤੁਸੀਂ ਖੰਡਿਤ ਕਰ ਦਿੱਤੀ, ਰੱਦ ਕਰ ਦਿੱਤੀ, ਤੇ ਫਿਰ ਇਹ ਬਚਨ ਜੋ ਮਹਾਰਾਜ ਜੀ ਦੇ ਸੇਵਕ ਨੇ ਲਿਖਿਆ ਹੈ ਉਹਨਾਂ ਦੀ ਡਾਇਰੀ ਦੇ ਵਿੱਚ, ਇਸ ਨੂੰ ਵੀ ਖੰਡਿਤ ਕਰਨਾ ਪਵੇਗਾ। ਅਗਰ ਇਹ ਬਚਨ ਖੰਡਿਤ ਹੋ ਗਿਆ ਤੇ ਫਿਰ ਕੱਲ ਨੂੰ ਇਹ ਵੀ ਲੋਕ ਆਖਣਗੇ ਵੀ ਸ਼੍ਰੀ ਆਦਿ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਨਹੀਂ ਹੈ। ਸੋ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਾ ਤਾਂ ਮਲਕੇ ਪ੍ਰਕਾਸ਼ ਨਹੀਂ ਕਰਾਇਆ ਸੀ ਜੀ ਪੰਜਵੇਂ ਪਾਤਸ਼ਾਹ ਨੇ? ਹਾਂਜੀ, ਜਿਹੜਾ ਆਦਿ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ, ਤੇ ਇਹ ਕਿਵੇਂ ਕਹਿ ਸਕਦਾ ਜੀ? ਮੈਨੂੰ ਇਹ ਨਹੀਂ ਸਮਝ ਲੱਗੀ ਜੀ। ਇਹ ਕਹਿੰਦਾ ਹੈ ਵੀ ਉਹ ਗੋਝ ਪੋਥੀ 'ਚ ਲਿਖਿਆ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ ਦੇਣ ਦਾ ਜਿਹੜਾ ਜ਼ਿਕਰ ਹੈ ਵੀ ਉਹ ਗੋਝ ਪੋਥੀ 'ਚੋਂ ਮਿਲਦਾ ਹੈ ਸਾਨੂੰ। ਅੱਛਾ, ਹਾਂਜੀ, ਇਹ ਇਹਨਾਂ ਦੀ ਮਨੌਤ ਹੈ ਵੀ ਗੋਝ ਪੋਥੀ ਦੇ ਵਿੱਚ ਲਿਖਿਆ ਹੋਇਆ। ਪਰ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਸੇਵਕ ਦਾ ਰਹਿਤਨਾਮਾ ਭਾਈ ਪ੍ਰਹਲਾਦ ਦਾ ਜੀ, ਇਹ 65-66 ਪੰਨੇ ਤੇ ਹੈ। ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇ। ਗੁਰੂ ਖਾਲਸੇ ਨੂੰ ਪ੍ਰਗਟ ਗੁਰਾਂ ਕੀ ਦੇ ਮੰਨੇ। ਜਿਹੜਾ ਦੋਹਰਾ ਪੜ੍ਹਦੇ ਆ ਨਾ ਆਪਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਾਂਜੀ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਭਾਈ ਵੀਰ ਸਿੰਘ ਨੇ ਆਪਣਾ ਪੰਥ ਪ੍ਰਕਾਸ਼ ਜਿਹੜਾ ਗਿਆਨੀ ਗਿਆਨ ਸਿੰਘ ਦਾ ਲਿਖਿਆ ਉਹਦੇ ਵਿੱਚ ਬਦਲ ਦਿੱਤਾ ਹੈ। ਅਸਲ 'ਚ 67 ਪੰਨੇ ਤੇ ਲਿਖਿਆ ਸਭ ਸਿੱਖਣ ਕੋ ਬਚਨ ਹੈ ਗੁਰੂ ਮਾਨੀਆ ਗ੍ਰੰਥ, ਤੇ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀ ਦੇ। ਖਾਲਸਾ ਜਿਹੜਾ ਹੈਗਾ ਉਹ ਵੀ ਦੇਹ 'ਚ ਹੈ। ਜੋ ਉਹ ਕਹਿੰਦੇ ਆ, ਇੱਕ ਤੁਸੀਂ ਹੋਰ ਸੁਣਿਆ ਹੋਣਾ ਜੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਜੀ ਅਸੀਂ ਤੁਹਾਡੇ ਦੀਦਾਰ ਨੇ, ਤੇ ਕਹਿੰਦੇ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਜਿੱਥੇ ਵੀ ਤੁਸੀਂ ਖਾਲਸਾ ਰੂਪੀ ਬੰਦਾ ਖੜਾ ਵੇਖੋ, ਮੈਂ ਉਹਦੇ ਵਿੱਚ ਹਾਂ। ਤੇ ਜੇ ਵਿਚਾਰ ਕਰਨੀ ਹੈ ਤਾਂ ਫਿਰ ਗੁਰੂ ਦੇ ਸ਼ਬਦ ਦੀ, ਪਰਚਾ ਸ਼ਬਦ ਦਾ, ਵਿਚਾਰ ਖਾਲਸੇ ਦਾ, ਦੀਦਾਰ ਖਾਲਸੇ ਦਾ। ਇਹ ਜਿਹੜੇ ਦੋਹਰੇ ਨਾ ਭਾਈ ਰਹਿਤਨਾਮਾ ਪ੍ਰਹਲਾਦ ਦਾ 66 ਔਰ 67 ਨੰਬਰ ਜਿਹੜੇ ਮੈਂ ਰਹਿਤਨਾਮਾ ਕਿਹਾ, ਉਹਦੇ ਵਿੱਚੋਂ ਦੋਹਰਾ ਹੈਗਾ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇ। ਜੋ ਸਿੱਖ ਮੋਹ ਮਿਲਬੋ ਚਾਹੇ ਖੋਜ ਇਹਨੂੰ ਮਿਲੇ। ਜਿਹੜਾ ਮੈਨੂੰ ਮਿਲਣਾ ਚਾਹੁੰਦਾ ਸਰੀਰਕ ਤੌਰ ਤੇ, ਉਹ ਖਾਲਸੇ ਚੋਂ ਖੋਜ ਲਵੇ। ਤੇ ਅੱਗੇ ਜਾ ਕੇ ਉਹ ਲਿਖਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਏ ਗ੍ਰੰਥ। ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਇਓ ਪੰਥ। ਪ੍ਰਮਾਤਮਾ ਦੇ ਹੁਕਮ ਨਾਲ, ਨਾ ਕਿ ਇਹਨਾਂ ਦਾ ਜਿਹੜੀ ਦੇਵੀ ਆਉਂਦੀ ਹੈ ਉਹ ਕਹਿੰਦੀ ਹੈ ਮੈਂ ਤੈਨੂੰ ਖੰਡਾ ਦਿੰਨੀ ਹੈ। ਮੈਂ ਸਵਾਲ ਉਹ ਕਰਦਾ ਜਵਾਬ ਦਿੰਦਾ ਵਿੱਚ ਹੋਰ ਪਾਸੇ ਚਲੇ ਗਏ। ਦੇਵੀ ਨੇ ਜਿਹੜਾ ਖੰਡਾ ਦਿੱਤਾ, ਮੈਂ ਇਹਦੇ ਤੇ ਵੀ ਇੱਕ ਲੇਖ ਲਿਖਿਆ ਹੋਇਆ ਵੀ ਮੈਂ ਪੁੱਛਣਾ ਚਾਹੁੰਦਾ ਸਿੱਖ ਭਰਾਵਾਂ ਨੂੰ, ਇਹਨਾਂ ਨੇ ਤਾਂ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ। ਜੇ ਸ਼ਾਇਦ ਤੁਹਾਡੇ ਕੋਲ ਕਿਸੇ ਕੋਲੇ ਹੋਵੇ ਤਾਂ ਜਵਾਬ ਦੇ ਦੇਣਾ। ਗੁਰੂ ਗੋਬਿੰਦ ਸਿੰਘ ਪਿਛਲੇ ਜਨਮ ਦੇ ਵਿੱਚ ਪਹਾੜਾਂ 'ਚ ਬੈਠੇ ਹੇਮਕੁੰਡ ਤੇ, ਜਦੋਂ ਉਹ ਮਾਤਾ ਗੁਜਰੀ ਦੇ ਗਰਭ ਦੇ ਵਿੱਚ ਪ੍ਰਵੇਸ਼ ਹੁੰਦੇ ਆ ਤੇ ਇਸ ਦੁਨੀਆ 'ਚ ਬਾਹਰ ਆਉਂਦੇ ਪਟਨੇ 'ਚ, ਉਹ ਖੰਡਾ ਜਿਹੜਾ ਪਿੱਛੇ ਦੇਵੀ ਨੇ ਉਹਨਾਂ ਨੂੰ ਦਿੱਤਾ ਸੀ, ਉਹ ਐਸ ਥਾਂ ਤੇ ਕਿਵੇਂ ਲੈ ਕੇ ਆਏ, ਕਿਹੜੇ ਰਸਤੇ ਰਾਹੀਂ ਲੈ ਆਏ, ਜਾਂ ਮਾਤਾ ਗੁਜਰੀ ਨੂੰ ਆਪਣਾ ਉਹਦੇ ਪੇਟ 'ਚ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਹੱਥ 'ਚ ਫੜਾਤਾ ਸੀ, ਜਾਂ ਸਣੇ ਖੰਡੇ ਉਹਨਾਂ ਦੇ ਪੇਟ 'ਚ ਪ੍ਰਵੇਸ਼ ਹੋਏ ਆ? ਕੋਈ ਬੰਦਾ ਇਸ ਗੱਲ ਦਾ ਜਵਾਬ ਦੇ ਦੇਵੇ ਜੇ ਹੈਗਾ ਤਾਂ। ਨਿਰਾ ਬ੍ਰਾਹਮਣਵਾਦ, ਨਿਰਾ ਪਖੰਡਵਾਦ ਹੈ ਜੀ ਸਾਰਾ ਇਹ ਜੀ। ਹਾਂਜੀ, ਸਾਰਾ ਦਸਮ ਗ੍ਰੰਥ ਜੀ ਊਲ ਜੁਲੂਲ ਨਾਲ ਭਰਿਆ ਹੋਇਆ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਹਾਂਜੀ, ਅੱਗੇ ਚਲੋ ਜੀ। ਦੀ ਦੇ ਵਾਰਸ ਹੋਣ ਦਾ ਬਚਨ ਵੀ ਕਲਗੀਧਰ ਪਾਤਸ਼ਾਹ ਨੇ ਕੀਤਾ ਹੈ, ਜੋ ਉਹਨਾਂ ਦੇ ਪਿਆਰੇ ਸੇਵਕ ਭਾਈ ਹਰਸਾ ਸਿੰਘ ਨੇ ਗੋਝ ਪੋਥੀ ਵਿੱਚ ਲਿਖਿਆ ਸੀ। ਬਾਅਦ ਵਿੱਚ ਇਹਦਾ ਪੰਥ ਪ੍ਰਕਾਸ਼ ਵਿੱਚ ਵੀ ਜ਼ਿਕਰ ਹੈ। ਔਰ ਮੁੱਕਦੀ ਗੱਲ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। 10 ਪਾਤਸ਼ਾਹੀਆਂ ਦੇ ਬੋਲ ਬਾਣੀ ਨੇ, ਔਰ 10 ਪਾਤਸ਼ਾਹੀਆਂ ਦੇ ਬੋਲਾਂ ਦਾ ਹੀ ਅਸੀਂ ਅਦਬ ਕਰਨਾ ਹੈ। ਜਿਨ੍ਹਾਂ ਬਾਣੀ ਉਚਾਰੀ ਉਸ ਬਾਣੀ ਦਾ ਵੀ ਅਦਬ, ਜਿਹੜੇ ਗੁਰੂ ਪਾਤਸ਼ਾਹਾਂ ਨੇ ਪਿਆਰੇ ਸਿੱਖਾਂ ਸੇਵਕਾਂ ਨੂੰ ਹੁਕਮਨਾਮੇ ਵੀ ਲਿਖੇ ਉਹਨਾਂ ਦਾ ਵੀ ਅਦਬ। ਸੋ ਅਗਰ ਤੇ ਗੁਰੂ ਗੋਬਿੰਦ ਸਿੰਘ 10 ਪਾਤਸ਼ਾਹੀਆਂ ਚੋਂ ਇੱਕ ਸਾਡੇ ਪਾਤਸ਼ਾਹ ਨੇ, ਗੁਰੂ ਨੇ, ਤੇ ਫਿਰ ਉਹਨਾਂ ਦੇ ਬੋਲਾਂ ਨੂੰ ਬਾਣੀ ਮੰਨਣਾ ਹੀ ਪੈਣਾ ਹੈ। ਤੇ ਜੇ ਤੁਸੀਂ ਗੁਰੂ ਨਹੀਂ ਮੰਨਦੇ ਤੇ ਫਿਰ ਉਹਨਾਂ ਦੀ ਬਾਣੀ ਨੂੰ ਨਾ ਮੰਨੋ ਭਾਈ।
ਪਰ ਸਿੱਖ ਜਗਤ ਦੇ ਇਸ਼ਟ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਗੁਰਤਾ ਦੇ ਮਾਲਕ ਨੇ, ਔਰ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਦਸਮ ਗ੍ਰੰਥ ਦੀ ਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ, ਭਾਈ ਨੰਦ ਲਾਲ, ਭਾਈ ਗੁਰਦਾਸ ਜੀ ਦੀ ਬਾਣੀ ਦੇ ਨਾਲ ਜੁੜ ਕੇ ਵੀ ਰਹਿਣਾ ਹੈ। ਵਿਪਰੰਗ ਕੀ ਰੀਤ ਤੋਂ ਅਸੀਂ ਬਚ ਕੇ ਰਹਿਣਾ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਅਸੀਂ ਜੁੜ ਕੇ ਰਹਿਣਾ ਹੈ। ਬਸ ਐਨੀ ਸੀ ਜੀ ਇਹ ਵਾਲਾ ਪਾਰਟ। ਹਾਂਜੀ, ਇੱਕ ਮਿੰਟ, ਖਾਲਸਾ ਲਫ਼ਜ਼ ਦੇ ਬਾਰੇ ਆਪਾਂ ਦੱਸ ਦਈਏ ਜੀ। ਖਾਲਸਾ ਲਫ਼ਜ਼ ਸਾਡੇ ਕੋਲ ਗੌੜੀ ਗੁਆਰੇਰੀ ਭਗਤ ਕਬੀਰ ਜੀ ਦੀ ਜਿਹੜੀਆਂ ਅਸ਼ਟਪਦੀਆਂ ਹੈ, ਗੁਰੂ ਗ੍ਰੰਥ ਸਾਹਿਬ ਦਾ ਪੰਨਾ 329, ਉਹ ਕਬੀਰ ਲੋ ਆ ਗਿਆ ਜੀ 655 ਪੰਨੇ ਤੇ ਹੈ ਗੁਰੂ ਗ੍ਰੰਥ ਸਾਹਿਬ। ਹਾਂਜੀ, ਗੁਰੂ ਗ੍ਰੰਥ, ਹਾਂਜੀ। ਆਪਾਂ ਖਾਲਸੇ ਲਫ਼ਜ਼ ਤੇ ਹੁਣ ਕਰਨੀ ਹੈ ਗੱਲ ਜੀ, ਤੁਸੀਂ ਸਟਾਰਟ ਕਰ ਲਓ। ਹਾਂਜੀ ਠੀਕ ਹੈ ਜੀ। ਸਿੱਖ ਭਰਾਵੋ, ਇਹ ਕਹਿੰਦੇ ਜੀ ਸਾਡਾ ਫਿਰ ਅਸੀਂ ਖਾਲਸਾ ਤੇ ਖਾਲਸਾ ਲਫ਼ਜ਼ ਇਹ ਕਿੱਥੋਂ ਲੱਭਾਂਗੇ? ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਸੋਢ ਰਾਗ ਦੇ ਵਿੱਚ ਲਿਖਦੇ ਹੈਗੇ 655 ਪੰਨੇ ਤੇ, ਕੋਹ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਹ ਜਾਨੀ, ਔਰ ਉਹ ਖਾਲਸਾ ਜਗ ਉੱਪਰ ਮੈਂ ਲਿਖਿਆ ਪਰਮ ਗਿਆਨੀ, ਕੋਹ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਸਾਡੇ ਕੋਲ ਕਬੀਰ ਸਾਹਿਬ ਦਾ ਲਿਖਿਆ ਹੋਇਆ ਵੀ ਖਾਲਸਾ ਲਫ਼ਜ਼ ਆ ਗਿਆ। ਹੁਣ ਫਿਰ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ, ਸਾਰੇ ਦਸਮ ਗ੍ਰੰਥ ਦੇ ਵਿੱਚ ਕਿਧਰੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆਉਂਦਾ। ਕਿਤੇ ਵੀ ਇਸ ਤਰ੍ਹਾਂ ਵਾਹਿਗੁਰੂ ਜੀ ਕੀ ਫਤਿਹ ਵਾਲਾ ਨਾਰਾ ਇਹ ਸਾਡੇ ਕੋਲ ਬਾਅਦ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਬਣਿਆ। ਦੋਨੋਂ ਹੀ ਜੰਗੇ ਨਾਰੇ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਇਹ ਵੀ ਕਿਸੇ ਗ੍ਰੰਥ 'ਚ ਨਹੀਂ, ਨਾ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਨਾ ਹੀ ਦਸਮ ਗ੍ਰੰਥ 'ਚ ਹੈ। ਇਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਜੰਗੇ ਮੈਦਾਨ 'ਚ ਚੱਲਦੀਆਂ ਤੇ ਉਹ ਬਾਅਦ 'ਚ ਹਿਸਟਰੀ ਦੀਆਂ ਕਿਤਾਬਾਂ 'ਚ ਆਉਂਦੀਆਂ। ਜਿਹੜਾ ਕਵੀ ਸੈਨਾਪਤੀ ਹੈ ਉਹਦਾ ਗ੍ਰੰਥ ਹੈ ਗੁਰਸੋਭਾ ਗ੍ਰੰਥ, ਉਹਦੇ ਵਿੱਚੋਂ ਵੀ ਸਾਨੂੰ ਦਸਮ ਗ੍ਰੰਥ ਤੋਂ ਪਹਿਲਾਂ ਉਹ 1711 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣਾ ਕਰਨ ਤੋਂ 3 ਸਾਲ ਬਾਅਦ ਲਿਖਿਆ ਗਿਆ ਜਨ ਭਏ ਖਾਲਸੇ। ਕਬੀਰ ਸਾਹਿਬ ਵੀ ਲਿਖਦੇ ਆ ਤੇ ਉਹ ਵੀ ਉੱਥੇ ਜਦੋਂ ਖੰਡੇ ਬਾਟੇ ਦੀ ਪਹੁੰਚ ਛਕਾ ਦਿੱਤੀ ਜਾਂਦੀ ਹੈ, ਸਭੇ ਖਾਲਸਾ ਭਏ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਆਖਰੀ ਬਚਨਾਂ ਦੇ ਬਾਰੇ ਉਹ ਜਦੋਂ ਲਿਖਦਾ ਹੈਗਾ, ਉਹ ਕਹਿੰਦਾ ਹੈ ਵਾਹਿਗੁਰੂ ਜੀ ਕੀ ਫਤਿਹ ਗੁਜ਼ਾਰੀ। ਇਹ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਗੁਰਸੋਭਾ ਗ੍ਰੰਥ ਚੋਂ ਮਿਲ ਜਾਂਦੀ ਹੈ। ਚਲੋ ਜੀ, ਇਹਦਾ ਦੂਜਾ ਹਿੱਸਾ ਵੀ ਚਲਾ ਦਿਓ ਹੁਣ। ਹਾਂਜੀ, ਇਹ ਮੈਂ ਲੱਗ ਗਿਆ ਜੀ। ਇਹ ਇਹਨਾਂ ਨੇ ਕਥਾ ਕਰਦੇ ਦੌਰਾਨ ਇਹ ਗੱਲਾਂ, ਆ ਵੀ ਗੱਲਾਂ ਖਿਆਲ ਕਥਾ ਕਰਦੇ ਦੌਰਾਨ ਇਹ ਕੀਤੀਆਂ ਨੇ, ਪਰ ਇਹਨਾਂ ਨੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਚੈਲੰਜ ਕੀਤਾ ਸੀਗਾ ਜੀ ਸਾਰਿਆਂ ਨੂੰ ਵੀ ਮੈਂ ਕਥਾ ਕਰਨ ਲੱਗਿਆ, ਤੇ ਆਹ ਕਥਾ ਦੇ ਦੌਰਾਨ ਗੱਲ ਕਰ ਰਹੇ ਨੇ। ਮੈਂ ਚਲਾ ਰਿਹਾ ਜੀ ਆਡੀਓ ਕਲਿੱਪ ਜੀ। ਸਾਰਿਆਂ ਦਾ ਅਦਬ ਹੈ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਖਾਸ ਧਰਮ ਦੀ ਸਥਾਪਨਾ ਲਈ ਭੇਜਿਆ। ਇਸਲਾਮ, ਈਸਾਈ, ਯਹੂਦੀ, ਹਿੰਦੂ ਮਤ, ਸਨਾਤਨ ਮਤ, ਜਿਤਨੇ ਵੀ ਧਰਮ ਨੇ, ਸਾਰਿਆਂ ਦਾ ਅਦਬ ਹੈ। ਹਾਂਜੀ ਬਾਬਾ ਬੰਤਾ ਸਿੰਘ ਜੀ, ਜੇ ਤੁਸੀਂ ਇਹ ਕਹੋ ਵੀ ਗੁਰੂ ਸਾਹਿਬ ਨੇ ਖਾਸ ਧਰਮ ਚਲਾਇਆ, ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪਹਿਲੇ 9 ਗੁਰੂਆਂ ਨੇ ਕੀ ਚਲਾਇਆ ਸੀ? ਮੇਰਾ ਇਹ ਬਹੁਤ ਵੱਡਾ ਸਵਾਲ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਧਰਮ ਚਲਾਇਆ, ਤਾਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੀ ਚੱਲਦਾ ਸੀ? ਭਾਈ ਗੁਰਦਾਸ ਨੂੰ ਵੀ ਤੁਸੀਂ ਝੂਠਾ ਕਰ ਰਹੇ ਹੋ। ਪਹਿਲੀ ਵਾਰ ਦੀ 24ਵੀਂ ਪੌੜੀ 'ਚ ਲਿਖਿਆ ਹੋਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਔਰ ਉਸੇ ਪੰਥ ਦੀ ਅੱਗੇ ਮਤਲਬ ਜਿੱਦਾਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਪਹਿਲੇ ਤੋਂ ਲੈ ਕੇ 9ਵੇਂ ਤੇ 10ਵੇਂ ਪਾਤਸ਼ਾਹ ਤੱਕ, ਉਸੇ ਦੀ ਸੰਪੂਰਨਤਾ ਤਾਂ ਅਸੀਂ ਕਹਿ ਸਕਦੇ ਹਾਂ ਵੀ ਖਾਲਸੇ ਨੂੰ ਬਾਣਾ ਦੇ ਦਿੱਤਾ, ਫੌਜੀ ਬਾਣਾ, ਤੇ ਨਾਲ ਰਹਿਤ ਬਹਿਤ 'ਚ ਪੱਕਾ ਕੀਤਾ। ਪਰ ਇਹ ਅਲੱਗ ਕੋਈ ਧਰਮ ਉਹਨਾਂ ਨੇ ਖਾਸ ਨਹੀਂ ਚਲਾਇਆ। ਇਹ ਧਰਮ ਚਲਾਵਨ ਸੰਤੋਂ ਬਾਹਰ ਨੇ। ਇਹ 10ਵੇਂ ਗ੍ਰੰਥ ਦੀ ਗੱਲ ਚੱਲਦੀ ਹੈ। ਅਸੀਂ 10ਵੇਂ ਗ੍ਰੰਥ ਤੇ ਪੁਜਾਰੀ ਨਹੀਂ ਆ, ਅਸੀਂ ਨਹੀਂ ਆ ਪੁਜਾਰੀ 10ਵੇਂ ਗ੍ਰੰਥ ਤੇ। ਇਹ ਤਾਂ ਫਿਰ ਆਪਣੇ ਗੁਰਚਰਨ ਸਿੰਘ ਜੀ ਪੂਰੀ ਕੋਸ਼ਿਸ਼ ਹੈ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਕੀ ਗੁਰੂ ਸਾਹਿਬਾਨਾਂ ਤੋਂ ਨਿਖੇੜਨ ਦੀ ਜੀ, ਔਰ ਗ੍ਰੰਥ ਦੇ ਥਰੂ ਵੀ ਨਵਾਂ ਧਰਮ ਚਲਾਇਆ, ਖਾਸ ਧਰਮ ਚਲਾਇਆ। ਅੱਗੇ ਆਪਾਂ ਚਲਾਈਏ ਜੀ ਕਲਿੱਪ, ਛੋਟਾ ਹੀ ਕਲਿੱਪ ਹੈ ਇਹ, ਤੇ ਕਾਫੀ ਕੋਈ ਨਹੀਂ। ਹਾਂਜੀ, ਮੈਨੂੰ ਬੜੀ ਹੈਰਾਨੀ ਹੋਈ ਇਹ ਸੁਣ ਕੇ। ਮੈਂ ਇਸੇ ਕਰਕੇ ਤੁਹਾਡੇ ਨਾਲ ਮੈਂ ਸੋਚਿਆ ਵੀ ਸਿੱਖ ਸ਼ਬਦ ਦਾ ਅੱਗੇ ਇਹ ਦੱਸ ਰਹੇ ਨੇ ਵਿਆਖਿਆ ਕੀ ਹੈਗੀ ਆ, ਤੇ ਮੈਨੂੰ ਅਟਪਟੀ ਲੱਗੀ, ਇਸ ਕਰਕੇ ਮੈਂ ਫਿਰ ਸੋਚਿਆ ਕਿ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੀ ਇਹ ਵਾਲਾ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਖਾਸ ਧਰਮ ਦੀ ਸਥਾਪਨਾ ਲਈ ਭੇਜਿਆ। ਤੁਸੀਂ ਦਸਮ ਨੂੰ ਛੱਡ ਦਿਓ ਤੇ ਤੁਹਾਡੀ ਖਾਲਸੇ ਪੰਥ ਦੀ ਸਾਜਨਾ ਦਾ ਹੀ ਵਜੂਦ ਮਿਟ ਜਾਂਦਾ ਹੈ ਵੀ ਸਿੱਖ ਧਰਮ ਰੋਕਣਾ ਜੀ ਇਹਨੂੰ। ਹਾਂਜੀ, ਬਾਬਾ ਬੰਤਾ ਸਿੰਘ ਜੀ, ਪੰਨਾ ਦੱਸ ਦੇਣਾ 10 ਗ੍ਰੰਥ ਦਾ ਕਿਹੜਾ ਹੈਗਾ ਜਿਹਦੇ ਚ ਖੰਡੇ ਬਾਟੇ ਦੀ ਪਹੁਲ ਜਾਂ 1699 ਦੀ ਵਿਸਾਖੀ ਦਾ ਜ਼ਿਕਰ ਕੀਤਾ ਤੇ ਖਾਲਸਾ ਸਾਜਣਾ ਦਾ ਦਿਵਸ ਹੋਵੇ? ਕਿਤੇ ਨਹੀਂ ਆਇਆ।
ਦਸਮ ਗ੍ਰੰਥ ਵਿੱਚ ਖਾਲਸਾ ਸਾਜਣਾ ਜ਼ਿਕਰ ਹੀ ਨਹੀਂ ਹੈ। ਜ਼ਿਕਰ ਹੀ ਨਹੀਂ ਹੈ। ਦਸਮ ਗ੍ਰੰਥ ਦੇ ਵਿੱਚ ਤਾਂ ਈਵਨ ਭੰਗਾਣੀ ਦੇ ਯੁੱਧ 'ਚ ਜਿਹੜੇ ਪੀਰ ਬੁੱਧੂ ਸ਼ਾਹ ਦੇ 2 ਪੁੱਤਰ 500 ਮਰੀਦ ਸ਼ਹੀਦ ਹੋਏ, ਉਹਨਾਂ ਦਾ ਜ਼ਿਕਰ ਨਹੀਂ। ਤਾਂ ਕਿਹਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਦੱਸਾਂਗਾ। ਇਹ ਇਤਿਹਾਸਕ ਪੱਖੋਂ ਵੀ ਗ੍ਰੰਥ ਅਧੂਰਾ ਹੈ। ਜਿਹੜਾ ਦਸਮ ਗ੍ਰੰਥ ਹੈ ਨਾ ਜੀ, ਇਤਿਹਾਸ ਆਪਣੇ ਇਤਿਹਾਸ ਪੱਖੋਂ ਵੀ ਅਧੂਰਾ ਹੈ, ਤੇ ਇਹ ਧਰਮ ਦਾ ਜਿਹੜਾ ਅਸਲੀ ਮੁੱਢ ਜਿਹੜਾ ਸਿਧਾਂਤ ਹੁੰਦਾ ਹੈ ਉਹ ਉਸ ਨਾਂ ਦੀ ਤਾਂ ਇਹਦੇ 'ਚ ਚੀਜ਼ ਹੀ ਕੋਈ ਨਹੀਂ ਹੈਗੀ। ਹਾਂਜੀ, ਮੈਂ ਆਪਣੇ ਗੁਰਚਰਨ ਸਿੰਘ ਜੀ ਇਹਦਾ ਇੱਕ ਅਧਿਆਇ ਪੜਿਆ, ਰਾਮਾ ਅਵਤਾਰ, ਇਹਦਾ 24 ਅਵਤਾਰ ਦਾ ਜਿਹੜਾ 20ਵਾਂ ਅਧਿਆਇ ਆ, ਕਿਉਂਕਿ ਮੋਦੀ ਨੇ ਇਹ ਟਰਮ ਯੂਜ਼ ਕੀਤੀ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਗੋਬਿੰਦ ਰਾਮਾਇਣ। ਉਹ ਤਾਂ ਨਿਰੀ ਰਾਮਾਇਣ ਹੈ ਜੀ, ਤੇ ਉਹ ਇਤਿਹਾਸ ਥੋੜ੍ਹਾ, ਉਹ ਤਾਂ ਮਿਥਿਹਾਸ ਹੈ ਜੀ। ਫਿਰ ਇਹ ਤਾਂ ਹੁਣ ਆਪਾਂ ਤਾਂ ਮੰਨਦੇ ਆ ਨਾ। ਹਾਂਜੀ, ਆਪਾਂ ਤਾਂ ਮੰਨਦੇ ਆ ਵੀ ਇਹ ਸਾਰਾ ਮਿਥਿਹਾਸ ਹੈ। ਇਹ ਕਹਿੰਦੇ ਇਤਿਹਾਸ ਹੈ। ਅਸੀਂ ਇਤਿਹਾਸ ਤੇ ਮਿਥਿਹਾਸ ਦੋਨਾਂ ਤੋਂ, ਉਹਨਾਂ ਦੇ ਇਤਿਹਾਸ ਤੋਂ, ਉਹਨਾਂ ਦੇ ਮਿਥਿਹਾਸ ਤੋਂ ਅਸੀਂ ਕੀ ਲੈਣਾ। ਹਾਂਜੀ ਹਾਂ ਯਾਰ, 150 ਕੀ ਲੈਣਾ। 150 ਪੇਜ ਦੇ ਕਰੀਬ ਹੈਗਾ ਇਹ ਜਿਹੜਾ ਆਪਣੇ ਰਾਮਾ ਅਵਤਾਰ ਆ। ਔਰ ਮੈਨੂੰ ਹੈਰਾਨੀ ਇਹ ਹੁੰਦੀ ਆ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਭਗਤਾਂ, ਦੂਸਰੇ ਜਿਹੜੀ ਧਰਮ ਦੇ ਨਾਲ ਸੰਬੰਧਿਤ ਜਿਹੜੇ ਸ਼ਖਸੀਅਤਾਂ ਸੀਗੀਆਂ, ਭੱਟ ਸਾਹਿਬਾਨ ਸੀਗੇ, ਉਹਨਾਂ ਦੀਆਂ ਬਾਣੀਆਂ ਦਰਜ ਨੇ ਉਹਨਾਂ ਦੇ ਨਾਮ ਦੇ ਹੇਠ। ਹਾਂਜੀ, ਉਹਨਾਂ ਦੇ ਨਾਮ ਦੇ ਹੇਠ। ਜਿਹੜਾ ਇਹ ਦਸਮ ਗ੍ਰੰਥ ਆ, ਇਹ ਗੁਰੂ ਸਾਹਿਬ ਪਤਾ ਨਹੀਂ ਕਿਹੜੀ ਰਾਮਾਇਣ, ਵਾਲਮੀਕ ਦੀ ਰਾਮਾਇਣ ਦੀ ਉਹ ਮਤਲਬ ਕਿ ਕਾਪੀ ਕਰਦੇ ਨੇ, ਜਾਂ ਦੂਜੇ ਦੀ ਤੁਲਸੀਦਾਸ ਦੀ ਕਰਦੇ ਨੇ, ਤੇ ਉਹਦੀ ਕਾਪੀ ਕਰਕੇ ਉਹਨੂੰ ਸੰਖੇਪ ਰੂਪ ਉਹਦਾ ਆਪਣੇ ਕੋਲ ਬਣਾ ਕੇ ਲਿਖ ਦਿੰਦੇ ਨੇ। ਤੇ ਕਿਸੇ ਦੀ ਰਚਨਾ ਨੂੰ ਆਪਣੇ ਨਾਂ ਹੇਠ ਕਿਵੇਂ ਲਿਖ ਸਕਦੇ ਆ ਜੀ ਕੋਈ ਬੰਦਾ? ਨਾ ਉਹਨਾਂ ਨੇ ਦਿੱਤਾ ਨਹੀਂ ਜੀ, ਇਹਨਾਂ ਨੇ ਬਣਾਈਆਂ ਗੱਲਾਂ ਵੀ ਇਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈਗਾ। ਉਹੀ ਤਾਂ ਮੈਂ ਕਿਸੇ ਨੇ ਲਿਖਿਆ ਨੇ ਸਾਨੂੰ। ਇਹਦਾ ਲਿਖਾਰੀ ਜਿਹੜਾ ਦਸਮ ਗ੍ਰੰਥ ਦਾ ਲਿਖਾਰੀ ਹੈ ਜੀ, 323 333 ਪੰਨੇ ਤੇ ਸਪੈਸ਼ਲੀ ਜਾ ਕੇ ਜਿੱਥੇ ਕ੍ਰਿਸ਼ਨ ਅਵਤਾਰ ਸ਼ੁਰੂ ਹੁੰਦਾ ਹੈ ਜੀ, ਉਹਦੇ ਵਿੱਚ ਬਕਾਇਦਾ ਉਹਨੇ ਇੱਕ ਥਾਂ ਤੇ, ਜੇ ਉਹ ਕੱਲਾ ਕਵੀ ਨਹੀਂ ਲਿਖਿਆ, ਉਹਨੇ ਕੱਲਾ ਰਾਮ ਲਿਖਿਆ, ਤੇ ਅਗਲੇ ਨਾਲ ਦੇ ਬੰਦ ਚ ਕਵੀ ਰਾਮ ਇਉਂ ਕਹਿਤ ਹੈ, ਉਹ ਲਿਖਿਆ ਹੋਇਆ। ਮੇਰੀਆਂ ਨਿਸ਼ਾਨੀਆਂ ਲਾਈਆਂ ਹੋਈਆਂ, ਮੈਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾ ਦਿੰਦਾ ਜੀ। ਬਈ ਤੁਸੀਂ ਕ੍ਰਿਸ਼ਨ ਅਵਤਾਰ ਦੇ ਵਿੱਚ ਕਵੀ ਰਾਮ ਦੀ ਨਿਸ਼ਾਨੀ ਲਾਈ ਆ। ਮੈਂ ਰਾਮ ਅਵਤਾਰ ਮੈਂ ਰਾਮ ਅਵਤਾਰ ਕਵੀ ਕੱਲੇ ਸਿਆਮ ਦੀ, ਰਾਮ ਦੀ ਨਹੀਂ ਗੱਲ। ਮੈਂ ਗੱਲ ਤੁਹਾਨੂੰ ਇਹ ਕਹਿਣ ਲੱਗਾ ਵੀ ਜਿਹੜਾ ਇਹਦਾ ਲਿਖਾਰੀ ਹੈ ਦਸਮ ਗ੍ਰੰਥ ਦਾ, ਜੇ ਕਿਤੇ ਉਹ ਆਪਣਾ ਕੱਲਾ ਨਾਂ ਇੱਕ ਵਾਰੀ ਲਿਖ ਜਾਵੇ, ਹਾਂਜੀ, ਸਿਆਮ, ਤੇ ਦੂਸਰੀ ਵਾਰ ਉਹ ਕਵੀ ਸਿਆਮ ਨਾਲ ਦੇ ਚੀਜ਼ ਜ਼ਰੂਰ ਲਿਖੇਗਾ। ਕਾਨ ਬਿਲਾਜਤ ਗਵਾਰਨ ਮੈਂ ਕਵੀ श्याम कहे जिनको कश भो ना, तात की बात को नैक सुना जिम कह संग भ्रात करो बन गौना। कवि श्याम उन्हें लिख दिता। फिर कवि श्याम एक बार नहीं 332-33 पन्ने ते 7 वारी कवि श्याम लिखा होया। इवें ही कवि जिथे राम का जिक्र आएगा, राम एक बार लिख दिता तो उन्हें नाल अगले ही दोहरे दे विच कवि राम केव कहता है। हाँ जी, मैं वो गल करनी सी भी इहदा लिखण दा एक कवि ने अपनी जदों कवि छाप छड्डनी है ना, वो जे किते गलती नाल एक वेरा कला राम लिख गया जां कल भी ना आउंदा है, श्याम भी आउंदा है, तां अगले ही दोहरे दे विच कवि श्याम, कवि राम, कवि कल लिखेगा। हाँ जी, अगे चलो। खालसे पंथ की साजना का ही वजूद मिट जाता है भी सिख धर्म वखरा है। गुरु ग्रंथ साहिब महाराज विच जिहड़ा सिख लफ्ज आया वो सेवक लई आ रहा है। ये मोहर लाई कलगीधर ने। रोको जी, गुरु ग्रंथ साहिब दे विच सेवक सिख ये लफ्ज जिहड़ा आउंदा है ये अड अड आउंदा है। आवो सिख सतगुर के प्यारिओ, सिखण वास्ते जिहड़ा बंदा आउंदा है। ते मैं पहला कान सिंह नाभा दा मानकुश कढ के बैठा हां जी 192 पन्ने ते। सिख किहनूं कहंदे आ? सिख हिंदी दे लफ्ज शिश तो बनिया हैगा, जो शासन उपदेश योग होवे, चेला शगिरद लिखिया होया बकायदा शगिरद, वो सिख। हाँ जी, जिहड़ा 10 गुरुआं दी बाणी ते विश्वास करदा है ਅਤੇ 10 ਸਤਿਗੁਰਾਂ ਨੂੰ ਇੱਕ ਰੂਪ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਣਾ ਧਰਮ ਗ੍ਰੰਥ ਮੰਨਦਾ ਹੈ ਤੇ 10 ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ, ਉਹਨੂੰ ਸਿੱਖ ਕਹਿੰਦੇ ਆ ਜੀ। ਸੇਵਕ ਨਹੀਂ ਹੁੰਦਾ, ਸਿੱਖਣ ਵਾਲੇ ਨੂੰ ਸਿੱਖ ਕਿਹਾ ਹੋਇਆ। ਯਾਨੀ ਸਟੂਡੈਂਟ ਹੋ ਗਿਆ ਇੰਗਲਿਸ਼ ਦੇ ਵਿੱਚ, ਤੇ ਇਹਨਾਂ ਨੇ ਸਰਵੈਂਟ ਬਣਾ ਕੇ ਪੇਸ਼ ਕਰਤਾ ਜੀ ਸਿੱਖ ਨੂੰ। ਹਾਂਜੀ, ਸੇਵਕ ਨਹੀਂ ਹੁੰਦਾ, ਸਰਵੈਂਟ ਬਣਾਉਣਾ ਨਾ ਸਾਨੂੰ। ਸਿੱਖਣ ਦੇ ਨੇੜ ਤਾਂ ਇਹਨਾਂ ਨੇ ਜਾਣ ਨਹੀਂ ਦੇਣਾ ਨਾ, ਇਹੋ ਤਾਂ ਗੱਲ ਹੈ। 5 ਬਾਣੀਆਂ ਦਾ ਇਹਨਾਂ ਨੂੰ ਸੰਗਲ ਪਾ ਦਿਓ, 6ਵੀਂ ਪੜ੍ਹ ਨਾ ਲੈਣ ਕਿਤੇ ਕਿਸੇ ਵੀ ਬੰਦੇ। ਮੈਂ ਉਹ ਸ਼ੁਰੂ ਚ ਵੀ ਦੱਸ ਰਿਹਾ ਸੀ ਵੀ ਮੈਂ ਕਦੇ ਵੀ ਗਿਆਨੀ ਕਿਰਪਾਲ ਸਿੰਘ ਹੋਣਾ ਨੂੰ 5 ਬਾਣੀਆਂ ਬੈਠੇ ਪੜ੍ਹਦੇ ਨਹੀਂ ਵੇਖਿਆ। ਸਾਊਥ ਹਾਲ ਗੁਰਦੁਆਰੇ ਦਾ ਅੱਜ ਵੀ ਬੰਦਾ ਉਹ ਜਿਉਂਦਾ ਹੈ, ਗੁਰਦੇਵ ਸਿੰਘ, ਮਨਾਵਾ ਪਿੰਡ ਹੈ, ਮੋਗਾ ਜ਼ਿਲ੍ਹਾ ਪੈਂਦਾ ਜਾਂ ਫਿਰੋਜ਼ਪੁਰ ਪੈਂਦਾ, ਇਹ ਨਹੀਂ ਮੈਨੂੰ ਪਤਾ।
ਮੋਗੇ ਤੋਂ ਜਦੋਂ ਅਸੀਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਰਸਤੇ 'ਚ ਮਨਾਵਾ ਪਿੰਡ ਆਉਂਦਾ, ਉੱਥੋਂ ਦਾ ਇੱਕ ਗੁਰਦੇਵ ਸਿੰਘ ਬਹੁਤ ਚਿਰ ਸਾਊਥ ਹਾਲ ਗੁਰਦੁਆਰੇ ਦਾ ਹੈਡ ਗ੍ਰੰਥੀ ਰਿਹਾ। ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੇ ਪੁੱਤਰਾਂ ਨੂੰ ਉਹਨਾਂ ਦੀਆਂ ਦੋਨੋਂ ਮੇਰਾ ਖਿਆਲ ਭੈਣਾਂ ਵਿਆਹੀਆਂ ਹੋਈਆਂ ਅੱਛਾ ਤੇ ਉਹ ਇਸ ਪਰਿਵਾਰ ਨਾਲ ਜੁੜੇ ਹੋਏ। ਮੈਂ ਉਹਨਾਂ ਨੂੰ ਇੱਕ ਵਾਰ 79 ਚ ਪਹਿਲੀ ਵਾਰ ਇੰਗਲੈਂਡ ਗਿਆ ਸੀ ਜਰਮਨੀ ਤੋਂ, ਤੇ ਮੈਂ ਪੁੱਛਿਆ, ਮੈਂ ਕਿਹਾ ਉਹ ਮੇਰੇ ਜੀਜਾ ਲੱਗਦੇ ਆ, ਮੈਂ ਕਿਹਾ ਜੀਜਾ ਜੀ ਤੁਸੀਂ ਕਹਿੰਦੇ ਆ ਵੀ 5 ਬਾਣੀਆਂ ਪੜ੍ਹੋ, ਨਿਤਨੇਮ ਕਰੋ, ਤੁਸੀਂ ਕਦੋਂ ਕਰਦੇ? ਮੈਂ ਤਾਂ ਤੁਹਾਨੂੰ ਵੇਖਦਾ ਨਹੀਂ, ਤੁਸੀਂ ਸਾਰੀ ਦਿਹਾੜੀ ਕਦੇ ਖੰਡ ਪਾਠ ਤੇ ਚਲੇ ਗਏ, ਕਦੇ ਅਰਦਾਸ ਤੇ ਚਲੇ ਗਏ, ਕਦੇ ਕਿਤੇ ਚਲੇ ਗਏ, ਕਦੇ ਕਿਤੇ ਚਲੇ ਗਏ। ਕਹਿੰਦਾ ਮੈਂ ਨਾ ਆਪਣਾ ਨਿਤਨੇਮ ਜਮਾ ਕਰੀ ਜਾਂਦਾ, ਵਿਹਲਾ ਹੋ ਕੇ ਕਰੂੰ। ਇਹ ਇਹਨਾਂ ਦੀ ਸਟੇਟਮੈਂਟ ਹੈ। ਅੱਛਾ, ਇਹ ਇਹਨਾਂ ਦੀ ਸਟੇਟਮੈਂਟ ਹੈ। ਔਰ ਮੈਂ ਆਪਣੇ ਕੰਨਾਂ ਨਾਲ ਉਹਦੇ ਕੋਲ ਸੁਣਿਆ। ਮੈਂ ਨਾਂ ਲੈ ਕੇ ਕਹਿਣਾ, ਜੇ ਕਦੇ ਕੱਲ ਨੂੰ ਕੋਈ ਚੈਲੰਜ ਕਰੇ ਤਾਂ ਮੇਰੇ ਸਾਹਮਣੇ ਬਿਠਾਉਣ ਗੁਰਦੇਵ ਸਿੰਘ ਨੂੰ, ਅਜੇ ਜਿਉਂਦੇ ਆ ਉਹ। ਠੀਕ ਹੈ ਜੀ, ਕਲੀਅਰ। ਮੈਂ ਪੁੱਛਦਾ ਹਾਂ, ਮੈਂ ਇਹਨਾਂ ਲੋਕਾਂ ਨੂੰ ਪੁੱਛਦਾ ਰਿਹਾ ਵੀ ਤੁਸੀਂ ਭਾਈ ਕਦੋਂ ਕਰੋਗੇ, ਤੇ ਕਹਿੰਦੇ ਜੀ ਅਸੀਂ ਜਮਾ ਕਰੀ ਜਾਂਦੇ ਆ, ਵਿਹਲੇ ਹੋ ਕੇ ਕਰਾਂਗੇ। ਇਹ ਨਵਾਂ ਹੀ ਸਿੱਖ ਦਾ ਮਤਲਬ, ਹਾਂਜੀ, ਸਿੱਖ ਲਫ਼ਜ਼ ਨਾ ਤੀਸਰੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਲਫ਼ਜ਼ ਆ ਜਾਂਦਾ ਹੈ। ਪਹਿਲੇ ਵੇਲੇ ਨਹੀਂ, ਸਚਿਆਰ, ਗੁਰੂ ਨਾਨਕ ਸਾਹਿਬ ਵੇਲੇ ਸਚਿਆਰ ਲਫ਼ਜ਼ ਆਉਂਦਾ ਹੈ, ਜਿਹੜਾ ਸੱਚ ਨਾਲ ਜੋੜਨ ਵਾਲਾ ਹੈ। ਕਿਵ ਸਚਿਆਰਾਂ ਹੋਈ ਹੈ, ਕਿਵ ਕੂੜਾ ਟੱਟਾ। ਪਰ ਸਾਡਾ ਧਰਮ ਸ਼ੁਰੂ ਹੀ ਇੱਥੋਂ ਹੁੰਦਾ ਹੈ ਵੀ ਤੂੰ ਬੰਦੇ ਦਾ ਪੁੱਤ ਬਣ, ਸਚਿਆਰਾ ਮਨੁੱਖ ਬਣ। ਤੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕੌਣ ਗਾਏਗਾ? ਸਰਵੈਂਟ ਨਹੀਂ, ਉਹ ਜਿਹੜੇ ਸਿੱਖਣਗੇ ਬਾਣੀ ਉਹੀ ਗਾਉਣਗੇ। ਬਿਲਕੁਲ। ਜਿਹੜਾ ਸਿੱਖੇਗਾ ਨਹੀਂ ਨਾ, ਜਿਹੜਾ ਪੜ੍ਹੇਗਾ ਨਹੀਂ, ਜਿਹੜਾ ਸਮਝੇਗਾ ਨਹੀਂ, ਉਹ ਕਿੱਦਾਂ ਗਾਇਨ ਕਰੇਗਾ? ਗੁਰੂ ਸਾਹਿਬ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਹੁਣ ਇਸ ਤੋਂ ਵੱਧ ਹੋਰ, ਹਾਂਜੀ ਹਾਂ, ਇਹਦਾ ਮਤਲਬ ਇਹ ਸਿੱਧੀ ਗਲਤ ਇੰਟਰਪ੍ਰੀਟੇਸ਼ਨ ਹੋ ਰਹੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਸ਼ਬਦ ਦੀ, ਜਿਹੜਾ ਕਿ ਇੱਕ ਇੰਨਾ ਅਹਿਮ ਸ਼ਬਦ ਆਪਾਂ ਮੰਨ ਕੇ ਚੱਲਾਂਗੇ। ਆਪਣੇ ਜਿਹੜਾ ਸਿਧਾਂਤ ਦਾ ਨਾਂ, ਇਹਨਾਂ ਨੂੰ ਫੋਲੋ ਕਰਨ ਵਾਲੇ ਇਸ ਸਿਧਾਂਤ ਨੂੰ ਆਪਾਂ ਸਿੱਖ ਕਹਿੰਦੇ ਆ, ਤੇ ਸਿੱਖ ਦਾ ਮਤਲਬ ਇਹ ਬਦਲ ਕੇ ਰੱਖਤਾ ਜੀ ਇਹਨਾਂ ਨੇ। ਦਸਮ ਗ੍ਰੰਥ ਤਾਂ ਜੋ ਹੈਗਾ ਸੋ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਵੀ ਮਿਸ ਇੰਟਰਪ੍ਰੀਟੇਸ਼ਨ ਹੈਗੀ ਹੈ ਜੀ। ਬਿਲਕੁਲ ਬਿਲਕੁਲ ਜੀ। ਮੇਰੇ ਹਿਸਾਬ ਨਾਲ ਬਾਣੀ ਦੇ ਵਿੱਚ ਇਹਨਾਂ ਨੂੰ ਗਿਆਨੀ ਜੀ ਨੂੰ ਤਲਬ ਕਰਨਾ ਚਾਹੀਦਾ ਜੀ, ਜਿਹੜੇ ਹੈਗੇ ਨੇ, ਵੀ ਤੂੰ ਸਿੱਖ ਦਾ ਮਤਲਬ ਸੇਵਕ ਕਿੱਦਾਂ ਬਣਾਤਾ, ਤੇ ਬਣਾਓ ਕਮੇਟੀ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕੀ ਕਰ ਰਹੇ ਨੇ ਬੰਤਾ ਸਿੰਘ ਜੀ ਉੱਥੇ ਬੰਗਲਾ ਸਾਹਿਬ ਗੁਰਦੁਆਰੇ। ਚਲੇ ਅੱਜ ਇਹਨਾਂ ਦੀ ਆਖਰੀ ਕਥਾ ਹੈਗੀ ਆ, ਜਿਹੜੇ ਆਹ ਵਾਲੇ ਪਾਠ ਦੀ ਨਾ, ਅੱਜ 8ਵਾਂ ਦਿਨ ਹੈ ਜੀ ਇਹਨਾਂ ਦਾ। ਚਲੋ ਜੀ, ਆਖਰੀ ਹੋਵੇ ਚਾਹੇ ਨਾ ਹੋਵੇ, ਮੈਂ ਤਾਂ ਕਦੇ ਸੁਣਿਆ ਨਹੀਂ ਇਹਨਾਂ ਨੂੰ। ਮੈਂ ਤਾਂ ਆਪਣਾ ਤਾਂ ਤੁਸੀਂ ਸੁਣਾ ਦਿੱਤਾ ਅੱਜ ਜਿੱਦਾਂ ਮੋਦੀ ਨੇ ਬਿਆਨ ਦਿੱਤਾ ਨਾ ਜੀ, ਆ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਹੈ, ਤੇ ਉਹ ਦੂਜਾ ਪੰਡਤ ਇਕਬਾਲ ਚੰਦ ਪਟਨੇ ਵਾਲਾ ਜੀ, ਉਹ ਕਹਿੰਦਾ ਵੀ ਆਪਾਂ ਲਵ ਕੁਸ਼ ਦੇ ਵਿੱਚੋਂ ਨੇ ਸਿੱਖ ਗੁਰੂ ਸਾਹਿਬਾਨ। ਉਹ ਤੋਂ ਬਾਅਦ ਇਹ ਬੰਦਾ ਹੀਰੋ ਬਣਿਆ ਜੀ। ਉਹਨੂੰ ਮੈਨੂੰ ਲੱਗਦਾ ਉਹਦੀ ਸਟੇਟਮੈਂਟ ਨੂੰ ਜਸਟੀਫਾਈ ਕਰਨ ਵਾਸਤੇ ਨਾ, ਮੋਦੀ ਦੀ ਜੀ, ਇਹ ਬੰਦੇ ਨੂੰ ਲੱਭ ਕੇ ਲਿਆਂਦਾ ਇਹਨਾਂ ਨੇ, ਤੇ ਬੰਗਲਾ ਸਾਹਿਬ ਦੇ ਵਿੱਚ ਐਨ ਚੈਲੰਜ ਕਰਕੇ, ਇੱਕ ਕਿਸਮ ਦਾ ਐਡਵਰਟਾਈਜ਼ ਕਰਕੇ ਵੀ ਇਹ ਕਥਾ ਕਰ ਰਹੇ ਦਸਮ ਗ੍ਰੰਥ ਦੀ। ਬਿਲਕੁਲ ਬਿਲਕੁਲ ਠੀਕ। ਮੈਨੂੰ ਰੱਬ ਨੇ ਕੋਲ ਸੱਦਿਆ, ਆ ਸੁਣਿਓ ਜੀ ਮਾੜੀ ਜਿਹੀ ਟਾਈਮ, ਫਿਰ ਆਪਾਂ ਸਥਾਪਨਾ ਲਈ ਭੇਜਿਆ। ਤੁਸੀਂ ਦਸਮ ਨੂੰ ਛੱਡ ਦਿਓ ਤੇ ਤੁਹਾਡੀ ਖਾਲਸੇ ਪੰਥ ਦੀ ਸਾਜਨਾ ਦਾ ਹੀ ਵਜੂਦ ਮਿਟ ਜਾਂਦਾ ਹੈ, ਵੀ ਸਿੱਖ ਧਰਮ ਵੱਖਰਾ ਹੈ। ਗੁਰੂ ਗ੍ਰੰਥ ਸਾਹਿਬ ਫਿਰ ਰੋਕ ਲਓ ਜੀ। ਹਾਂਜੀ, ਸਿੱਖ ਧਰਮ ਦਾ ਬੰਤਾ ਸਿੰਘ ਜੀ ਇਹੋ ਜਿਹਾ ਕੋਈ ਰੱਬ ਹੀ ਨਹੀਂ ਹੈ ਜਿਹੜਾ ਉਹ ਰੱਬ ਨੂੰ ਸਾਨੂੰ ਬੁਲਾਵੇ ਕੋਲ। ਉਹ ਪੈਦਾ ਨਹੀਂ ਹੁੰਦਾ, ਜੂਨੀ ਹੈ, ਉਹਦਾ ਅਕਾਲ ਮੂਰਤ ਹੈ, ਮੂਰਤ ਰਹਿਤ ਹੈ, ਉਸ ਦੁਨੀਆ ਚ ਆਉਂਦਾ ਹੀ ਨਹੀਂ। ਤੇ ਜੇ ਆ ਗਿਆ ਤਾਂ ਉਹ ਮਰ ਗਿਆ ਹੋਏਗਾ, ਕਿਉਂਕਿ ਜੋ ਉਪਜਿਓ ਸੋ ਬਿੰਸ ਹੈ। ਪਰ ਉਹ ਅੱਜ ਕੱਲ ਜਿਹੜਾ ਅੱਜ ਜਾਂ ਕੱਲ ਉਹ ਮਰੇਗਾ। ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਦਿਸਦੀ ਹੈ ਨਾ, ਉਹਨੇ ਖਤਮ ਹੋਣਾ ਹੈ। ਗੁਰੂ ਨਾਨਕ ਪਾਤਸ਼ਾਹ ਜਿਹੜੀ ਡੈਫੀਨੇਸ਼ਨ ਰੱਬ ਦੀ ਦਿੰਦੇ ਆ, ਉਹ ਕਹਿੰਦਾ ਮੇਰਾ ਰੱਬ ਸਦਾ ਹੈ। ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ। ਉਹ ਆਉਂਦਾ ਵੀ ਨਹੀਂ ਤੇ ਨਾ ਹੀ ਜਾਂਦਾ ਹੈ। ਇਹ ਕਹਿ ਰਿਹਾ ਹੋਇਆ ਤਾਂ ਹੀ ਤੱਕ। ਹਾਂਜੀ, ਇਹ ਅੱਗੇ ਮੈਂ ਲਾਈਨ ਇੱਕ ਵਾਰੀ ਫੇਰ ਰਿਪੀਟ ਕਰ ਰਿਹਾ ਜੀ, ਇੱਕ ਵਾਰੀ ਸੁਣ ਲਈਏ ਜੀ। ਇਹ ਕਹਿ ਰਿਹਾ ਵੀ ਰੱਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾਇਆ, ਦੇ ਵਿੱਚ ਜਿਹੜਾ ਸਿੱਖ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਣਾ ਵੀ ਮੈਂ ਆਪਣਾ ਸੁੱਤ ਨਿਵਾਜਾ। ਉਹ ਆਪਣੇ ਵਿਚਿਤਰ ਨਾਟਕ ਦਾ ਹਿੱਸਾ ਹੈ। ਮੈਂ ਇੱਥੇ ਇਹ ਵੀ ਦੱਸਦਾ ਸੱਜਣਾ ਨੂੰ, ਸਾਡੇ ਕੋਲ ਇੱਥੇ WSO ਦੇ ਆਰਕਾਈਵ ਦੇ ਵਿੱਚ ਵਿਚਿਤਰ ਨਾਟਕ ਪਿਆ। ਉਸ ਵਿਚਿਤਰ ਨਾਟਕ ਦੇ 543 ਪੰਨੇ ਹੂ ਇਸ ਦਸਮ ਗ੍ਰੰਥ ਦੇ ਵਿੱਚ ਹੈ, ਤੇ 680 ਪੰਨੇ ਜਿਹੜੇ ਹੈਗੇ ਆ ਉਹ ਕਹਾਣੀਆਂ, ਚਰਿਤਰੋਪਾਖਿਆਨ, ਜਿਹਨੂੰ ਇਹਨਾਂ ਦਾ ਧੁੰਮਾ ਆਪ ਕਹਿ ਚੁੱਕਿਆ ਹੈ ਵੀ ਇਹ ਗੁਰੂ ਕਿਰਤ ਨਹੀਂ ਹੈ। 40 ਪੰਨੇ ਦੇ ਨੇੜ ਜਫਰਨਾਮੇ ਦੇ ਹੈ, ਜਿਹੜੇ ਇਹਨਾਂ ਚਰਿਤਰਾਂ ਦੇ ਨਾਲ ਬਿਲਕੁਲ ਮਿਲਦੇ ਆ, ਜਿਹੜੀਆਂ ਹਕਾਇਤਾਂ ਜਿਹਨੂੰ ਅਸੀਂ ਕਹਿੰਦੇ ਆ। ਇਹ ਜਿਹੜਾ ਜਫਰਨਾਮਾ ਹੈ ਉਹ ਵੀ ਗੁਰੂ ਦਾ ਨਹੀਂ ਲਿਖਿਆ ਹੋਇਆ, ਅਸੀਂ ਇਹ ਲਿਖ ਚੁੱਕੇ ਇਹਦੇ ਬਾਰੇ। ਸੋ ਸਾਰੇ ਦਾ ਸਾਰਾ ਗ੍ਰੰਥ ਇਹ ਬਹੁਤ ਦੇਰ ਬਾਅਦ 1812 ਤੋਂ ਪਹਿਲਾਂ ਕਿਧਰੇ ਵੀ ਇਹਦਾ ਨਾਂ ਦਸਮ ਗ੍ਰੰਥ ਜਾਂ ਦਸਮ ਸ੍ਰੀ ਗੁਰੂ ਗ੍ਰੰਥ ਜਾਂ
ਸ੍ਰੀ ਦਸਮ ਗੁਰੂ ਗ੍ਰੰਥ, ਇਸ ਨਾਂ ਦੀ ਕੋਈ ਕਿਤਾਬ ਇਸ ਦੁਨੀਆ 'ਚ ਐਗਜ਼ਿਸਟ ਨਹੀਂ ਸੀ ਕਰਦੀ। ਮੇਰੇ ਕੋਲ ਪੁਸਤਕਾਂ ਪਈਆਂ। ਹਾਂਜੀ, ਅੱਗੇ ਚਲੋ ਜੀ। ਉਹ ਸੇਵਕ ਲਈ ਆ ਰਿਹਾ ਹੈ। ਇਹ ਮੋਹਰ ਲਾਈ ਕਲਗੀਧਰ ਨੇ, ਕਹਿੰਦੇ ਮੈਨੂੰ ਰੱਬ ਨੇ ਕੋਲ ਸੱਦਿਆ 10ਵੇਂ ਜਾਮੇ ਵਿੱਚ ਭੇਜਣ ਲਈ। ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਹਾਂ, ਤੁਸੀਂ ਗੱਲ ਕਰਤੀ ਹੈ ਵੀ ਰੱਬ ਨੇ ਕੋਲ ਸੱਦਿਆ, ਮੀਨਸ ਰੱਬ ਨੂੰ ਫਿਜ਼ੀਕਲ ਬਣਾ ਕੇ ਪੇਸ਼ ਕਰਤਾ ਜੀ ਇਹਨਾਂ ਨੇ। ਨਹੀਂ, ਜੋ ਰੱਬ ਫਿਜ਼ੀਕਲ ਰੂਪ 'ਚ ਆਉਂਦਾ ਹੀ ਨਹੀਂ ਕਿਸੇ ਕੋਲੇ। ਨਹੀਂ, ਮੈਂ ਇਹਨਾਂ ਨੇ ਤਾਂ ਕਰਤਾ ਨਾ ਦਸਮ ਗ੍ਰੰਥ ਦੇ ਵਿੱਚ। ਹਾਂ, ਕਰਤਾ ਜੀ, ਬਿਲਕੁਲ। ਫਿਰ ਇਹ ਤਾਂ ਕਰਨਗੇ ਨਾ। ਹੁਣ ਪੰਡਤ ਕਹਿੰਦਾ ਵਾਹ ਪੱਥਰੋ ਜਬ ਪੜੇ ਤੇ पहाड़ों में तो पत्थर ते खड़े गए तो रब बन के बैठ गए। रब बन के बैठ गए। देखो भी। हाँ जी, हाँ जी, बोलो। यानी रब गुरु गोबिंद सिंह जी दे नाल खास है, यानी उन्हां दा राबता यानी कायम हुंदा, खास मोह आ उन्हां दे नाल। ਜਿਹੜੇ ਬਾਕੀ 9 ਗੁਰੂ ਸਾਹਿਬਾਨ ਨੇ ਉਹਨਾਂ ਨੂੰ ਨਹੀਂ ਕਿਤੇ ਰੱਬ ਮਿਲਿਆ ਹੈਗਾ ਜੀ ਨਾ। ਹਾਂਜੀ, ਕੱਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਮਿਲਿਆ ਹੈਗਾ। ਕੀ ਬਾਤ ਹੈ। ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ ਜੀ ਇਹ? ਚਲੋ ਇਹ ਆਪੇ ਸੁਣਨ ਵਾਲੇ ਹੁਣ ਆਪੇ ਡਿਸਾਈਡ ਕਰਨਗੇ ਜੀ। ਬਾਬਾ ਬੰਤਾ ਸਿੰਘ ਦੀ ਬੜੀ ਚੜ੍ਹਾਈ ਹੋਗੀ ਜੀ। ਕਹਿੰਦੇ ਪੰਥ ਦਾ, ਸਿੱਖ ਪੰਥ ਦਾ, ਕੌਮ ਦਾ ਹੀਰਾ ਆ ਇਹ, ਤੇ ਇਹਦੇ ਵਰਗਾ ਬੰਦਾ ਨਹੀਂ ਲੱਭਣਾ। ਤੇ ਆ ਸਾਹਮਣੇ ਆ ਜੀ ਇਹਨਾਂ ਦੇ ਜਿਹੜੇ ਇਹਨਾਂ ਨੇ ਅਨਮੋਲ ਬਚਨ ਬੋਲੇ ਨੇ ਇਸ ਕਥਾ ਦੇ ਦੌਰਾਨ। ਹਲੇ ਮੈਂ ਸਾਰੀਆਂ ਸੁਣੀਆਂ ਨਹੀਂ ਜੀ। ਇਹ ਤਾਂ ਇਹਨਾਂ ਨੇ ਜਿਹੜਾ ਬਾਬਾ ਜੀ ਨੇ ਸ਼ੁਰੂ ਤੋਂ ਚੈਲੰਜ ਕਰਤਾ ਸੀ ਨਾ, ਮੈਂ ਉਹੀ ਮੇਨ ਪਾਰਟ ਚਲਾਇਆ ਤੇ ਸੁਣ ਕੇ ਤਾਂ ਮੈਂ 2 ਗੱਲਾਂ ਕੱਢੀਆਂ ਨੇ ਜੀ। ਇੱਕ ਆ ਮੈਂ ਚਲਾ ਚੁੱਕਿਆ ਵੀ ਸਿੱਖ ਦਾ ਮਤਲਬ ਸੇਵਕ, ਦੂਜੀ ਮੈਂ ਹੋਰ ਚਲਾ ਰਿਹਾ ਜੀ। ਉਹ ਤੋਂ ਬਾਅਦ ਅਗਰ ਲੋੜ ਪਈ, ਕਿਉਂਕਿ ਮੈਂ ਇਹਨਾਂ ਦੀ ਕਥਾ ਸੁਣਨੀਆਂ ਨੇ 8 ਦਿਨਾਂ ਵਾਲੀਆਂ ਜੀ ਸਾਰੀਆਂ ਜੀ। ਉਹਨਾਂ ਚੋਂ ਅਗਰ ਕੁਝ ਮੈਨੂੰ ਲੱਭਿਆ ਤੇ ਮੈਂ ਤੁਹਾਨੂੰ ਜ਼ਰੂਰ ਫਿਰ ਸੰਪਰਕ ਕਰੂੰਗਾ ਜੀ। ਕੋਈ ਗੱਲ ਨਹੀਂ ਜੀ, ਧੰਨਵਾਦ ਤੁਹਾਡਾ। ਜਦੋਂ ਮਰਜ਼ੀ ਆਵਾਜ਼ ਮਾਰੋ, ਹਾਜ਼ਰ ਹੋ ਜਾਵਾਂਗੇ। ਹਾਂਜੀ, ਤੇ ਮੈਂ ਇੱਕ ਚਲਾ ਰਿਹਾ ਜੀ, ਆਪਣਾ ਆਖਰੀ ਹੋਊਗਾ ਅੱਜ ਦਾ, ਜਿਹੜਾ ਆਪਾਂ ਪੁਆਇੰਟ ਡਿਸਕਸ ਕਰਨਾ ਜੀ। ਖਾਲਸੇ ਵਿੱਚ ਨਾਰਾ ਮਹਾਰਾਜ ਕਾਮੰ, ਇਹ ਬੜਾ ਪ੍ਰਚਲਿਤ ਹੈ ਖਾਲਸੇ ਵਿੱਚ ਨਾਰਾ। ਮਹਾਰਾਜ ਕਹਿੰਦੇ ਜਿਤੈ ਸ਼ਸਤਰ ਨਾਮੰ। ਸ਼ਸਤਰ ਕੀ ਹੁੰਦਾ? ਸ਼ਸ਼ ਦਾ ਮਤਲਬ ਹੈ ਕੱਟਣਾ, ਹੱਥ ਵਿੱਚ ਫੜ ਕੇ ਜਿੱਦਾਂ ਤਲਵਾਰ ਹੈ। ਅੱਗੇ ਕਹਿੰਦੇ ਨੇ ਤੈਨੂੰ ਨਮਸਕਾਰ ਹੈ, ਇਹ ਸ਼ਸਤਰਾਂ ਦੇ ਸਰੂਪ ਵਾਲੇ ਪਰਮਾਤਮਾ, ਸਾਰੇ ਸ਼ਸਤਰਾਂ ਨੂੰ ਨਮਸਕਾਰ। ਜਿਤੈ ਅਸਤਰ ਭੇਅੰ ਨਮਸਕਾਰ ਤੇਅੰ ਭੇਅੰ, ਜਿਹੜੇ ਜਾਣੇ ਜਾਂਦੇ ਨੇ ਜਿੰਨੇ ਵੀ ਅਸਤਰ ਨੇ। ਅਸਤਰ ਕਹਿੰਦੇ ਨੇ ਹੱਥੋਂ ਛੱਡਣ ਵਾਲੇ ਨੂੰ, ਜਿਵੇਂ ਤੀਰ ਛੱਡੀਦਾ। ਬਾਬਾ ਬੰਤਾ ਸਿੰਘ ਜੀ, ਸ਼ਸਤਰ ਜਿਹੜਾ ਹੈਗਾ, ਜੇ ਕਿਰਪਾਨ ਹੈ, ਚਾਹੇ ਉਹ ਤੀਰ ਹੈ, ਚਾਹੇ ਉਹ ਬੰਦੂਕ ਹੈ, ਚਾਹੇ ਉਹ AK-47 ਹੈ, ਤੇ ਚਾਹੇ ਉਹ ਮਿਜ਼ਾਈਲ ਹੈ, ਇਹ ਸਾਰੇ ਸ਼ਸਤਰ ਹੈ। ਇਹਨਾਂ ਨੂੰ ਪੂਜਣ ਵਾਸਤੇ ਤੇਰਾ ਦਸਮ ਗ੍ਰੰਥ ਕਹਿੰਦਾ ਸ਼ਸਤਰ ਨਾਮ ਮਾਲਾ ਦੇ ਵਿੱਚ, ਪਰ ਸ਼ਸਤਰਾਂ ਦੇ ਨਾਂ ਲੈ ਕੇ ਪੂਜਾ ਫਿਰਦੀ ਵੀ ਨੂੰ ਜਾਂਦਾ ਹੈ। ਸਾਡਾ ਅਕਾਲ ਰੂਪ ਜਿਹੜਾ ਅਕਾਲ ਪੁਰਖ ਹੈਗਾ, ਉਹ ਅਕਾਲ ਰਹਿਤ, ਉਹ ਕਾਲ ਰਹਿਤ ਵੀ ਹੈ, ਉਹ ਸਰੀਰ ਰਹਿਤ ਵੀ ਹੈ, ਅਜੂਨੀ ਹੈ। ਉਹ ਆਉਂਦਾ ਨਹੀਂ, ਜਾਂਦਾ ਨਹੀਂ, ਜੰਮਦਾ ਨਹੀਂ, ਤੇ ਨਾ ਮਰਦਾ। ਉਹ ਨਾ ਉਹ ਸ਼ਸਤਰਾਂ ਦੇ ਵਿੱਚ ਸਾਨੂੰ ਦਿਖਾਈ ਦਿੰਦਾ, ਤੇ ਨਾ ਹੀ ਅਸੀਂ ਸ਼ਸਤਰ ਪੂਜਣੇ ਆ। ਜਿਹੜੀ ਰਹਿਤ ਮਰਜ਼ਾਦਾ ਅੱਜ ਸਾਡੇ ਕੋਲ ਅਕਾਲ ਤਖਤ ਤੇ ਸ਼ਾਮ ਨੂੰ ਅੱਧਾ ਪੌਣਾ ਘੰਟਾ ਹਰ ਰੋਜ਼ ਸ਼ਸਤਰ ਵਿਖਾਏ ਜਾਂਦੇ ਆ, ਇਹ ਸਭ ਝੂਠ ਹੈਗਾ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸ਼ਸਤਰ ਪੂਜਣ ਵਾਸਤੇ ਨਹੀਂ ਕਹਿੰਦੇ। ਕਿਉਂ ਨਹੀਂ ਕਹਿੰਦੇ? ਇੱਕ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ 'ਚ ਹੈ, ਇੱਕ ਤਲਵਾਰ, ਉਹੀ ਤਲਵਾਰ ਗੁਰੂ ਔਰੰਗਜ਼ੇਬ ਦੇ ਹੱਥ 'ਚ ਹੈ। ਤਲਵਾਰ ਉਹੀ ਹੈ, ਉਹੀ ਸਟੀਲ ਦੀ ਬਣੀ ਹੋਈ ਹੈ। ਉਹਦਾ ਬਣਾਉਣ ਵਾਲਾ ਕੋਈ ਹੋਰ ਹੋਏਗਾ, ਪਰ ਕੋਈ ਗੱਲ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਵੀ ਤਲਵਾਰ ਨੂੰ ਬਣਾਇਆ ਕਿਹਨੇ ਹੈ? ਇੱਕ ਕਿਸੇ ਮਿਸਤਰੀ ਨੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਆਪਣੇ ਅਨੰਦਪੁਰ ਸਾਹਿਬ ਮਿਸਤਰੀ ਸ਼ਸਤਰ ਬਣਾਉਂਦੇ ਆ। ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈਗਾ ਹੈ ਕਿ ਕਰਤਾ ਵੱਡਾ ਹੁੰਦਾ, ਕਿਰਤ ਨਹੀਂ ਵੱਡੀ ਹੁੰਦੀ। ਕਰਤਾ ਵੱਡਾ ਜਿਹੜਾ ਮਤਲਬ ਹੈ, ਜੇ ਸ਼ਸਤਰ ਨੂੰ ਬਣਾਉਣ ਵਾਲਾ ਵੱਡਾ ਹੈ, ਸ਼ਸਤਰ ਛੋਟਾ ਉਹਦੇ ਤੋਂ। ਸ਼ਸਤਰ ਨੂੰ ਜਿੱਧਰ ਨੂੰ ਮਰਜ਼ੀ ਮੋੜ ਲਵੇ, ਟੇਢਾ ਕਰ ਲੈ, ਮੇਢਾ ਕਰ ਲੈ, ਮੋਟਾ ਕਰ ਲੈ, ਚੌੜਾ ਕਰ ਲੈ, ਪਤਲਾ ਕਰ ਲੈ, ਲੰਮਾ ਕਰ ਲੈ, ਇਹ ਮਿਸਤਰੀ ਦੇ ਹੱਥ ਵਿੱਚ ਹੈ। ਤੇ ਜੇ ਸ਼ਸਤਰ ਹੀ ਰੱਬ ਰੂਪ ਹੈਗਾ, ਤੇ ਫਿਰ ਰੱਬ ਦਾ ਮਿਸਤਰੀ ਦੇ ਹੱਥ 'ਚ ਹੋਇਆ। ਸ਼ਸਤਰ ਲੋਹੇ ਦਾ ਧਰਤੀ 'ਚ ਦੱਬ ਦਿਓ, 150 ਸਾਲ ਬਾਅਦ ਗਲ ਕੇ ਉਹ ਮਿੱਟੀ ਬਣ ਜਾਏਗਾ। ਸਾਡਾ ਰੱਬ ਮਿੱਟੀ ਏਦਾਂ ਨਹੀਂ ਬਣਦਾ। ਉਹ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਹੈ। ਉਹ ਆਉਂਦਾ ਨਹੀਂ, ਜਾਂਦਾ ਨਹੀਂ। ਇਹ ਅੱਗੇ ਪੰਕਤੀਆਂ ਆਪਾਂ ਕੋਟ ਕਰ ਚੁੱਕੇ ਆ। ਰੱਬ ਰੂਪ ਸ਼ਸਤਰ ਨਹੀਂ ਹੋ ਸਕਦੇ। ਇੱਕ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ 'ਚ ਹੈ, ਇੱਕ ਤਲਵਾਰ ਔਰੰਗਜ਼ੇਬ ਦੇ ਹੱਥ 'ਚ ਹੈ। ਔਰੰਗਜ਼ੇਬ ਰਾਜਾ ਬਣਨ ਵਾਸਤੇ ਆਪਣੇ ਭਰਾਵਾਂ ਨੂੰ, ਆਪਣੇ ਪਿਓ ਨੂੰ ਕੈਦ ਕਰ ਦਿੰਦਾ ਹੈ। ਔਰ ਔਰੰਗਜ਼ੇਬ ਦੀ ਬਾਰੇ ਇੱਕ ਮੈਂ ਕੋਈ ਲੇਖ ਕਿਧਰੇ ਪੜ੍ਹ ਰਿਹਾ ਸੀ, ਜਦੋਂ ਉਹਦੇ ਬਾਪ ਨੇ ਜੇਲ੍ਹ 'ਚ ਬੈਠੇ ਨੇ ਉਹਦੇ ਕੋਲ ਪਾਣੀ ਦਾ ਗਲਾਸ ਹੋਰ ਮੰਗਿਆ, ਤੇ ਇਹ ਐਡਾ ਜ਼ਾਲਮ ਸੀਗਾ ਕਿ ਕਹਿੰਦਾ ਜਿਹੜੇ ਅੱਖਰ ਲਿਖ ਰਿਹਾ ਤੇ ਇਹਦੇ ਉੱਤੇ ਤੂੰ ਹੰਝੂ ਸਿੱਟੇ ਹੋਏ ਆ, ਹੰਝੂਆਂ ਨੂੰ ਆਪਣੇ ਗਲਾਸ 'ਚ ਇਕੱਠਾ ਕਰ ਤੇ ਇਹਨੂੰ ਪੀ ਲਿਆ ਕਰ। ਇੱਕ ਗਲਾਸ ਤੋਂ ਜ਼ਿਆਦਾ ਉਹ ਪੀਣ ਨੂੰ ਪਾਣੀ ਨਹੀਂ ਸੀ ਦਿੰਦਾ ਆਪਦੇ ਬਾਪ ਨੂੰ। ਇਹ ਯਾਨੀ ਫੈਕਟ ਹੈਗਾ ਜੀ, ਇਹ ਹਿਸਟੋਰੀਕਲ? ਹਾਂ, ਫੈਕਟ ਹੈ ਜੀ, ਹਿਸਟੋਰੀਕਲ ਫੈਕਟ ਹੈਗੇ ਆ।
ਹਾਂਜੀ, ਇਹ ਹਿਸਟੋਰੀਕਲ ਫੈਕਟ ਹੈ ਕਿ ਮੈਂ ਬਗੈਰ ਹਿਸਟੋਰੀਕਲ ਫੈਕਟ ਦੇ ਕਿਸੇ ਕੋਈ ਗੱਲ ਕਰਦਾ ਹੀ ਨਹੀਂ ਹੁੰਦਾ। ਕੱਲ ਨੂੰ ਪ੍ਰੂਵ ਕਰਨਾ ਪਵੇ ਤੇ ਮੁਸ਼ਕਲ ਹੋ ਜਾਂਦਾ ਹੈ। ਹਾਂਜੀ ਹਾਂਜੀ, ਬਹੁਤ ਜ਼ਾਲਮ ਸੀ ਜੀ, ਫਿਰ ਤਾਂ ਮੀਨਸ ਹਾਂਜੀ ਹਾਂਜੀ, ਉਹ ਲੋਕਾਂ ਨੂੰ ਦਿਖਾਵੇ ਦੇ ਤੌਰ ਤੇ ਕੁਰਾਨ ਸ਼ਰੀਫ ਹੱਥ ਨਾਲ ਲਿਖਦਾ ਸੀ ਤੇ ਕਹਿੰਦਾ ਸੀ ਵੀ ਮੈਂ ਆਪਣੇ ਘਰ ਦੀ ਰੋਟੀ ਪਾਣੀ ਇਹਦੇ ਵਿੱਚੋਂ ਚਲਾਉਣਾ ਹੈ, ਜਦੋਂ ਕਿ ਸਾਰਾ ਦਾ ਸਾਰਾ ਸਰਾਸਰ ਗਲਤ ਹੈ। ਖਰੀਦਣੀਆਂ ਵੀ ਆਪ ਤੇ ਲਿਖਣੀਆਂ ਵੀ ਆਪ, ਲੋਕਾਂ ਤੇ ਜ਼ੁਲਮ ਕਰਨਾ, ਪਰ ਲੋਕਾਂ ਦੀ ਅੱਖੀਂ ਘੱਟਾ ਪਾਉਣ ਵਾਸਤੇ ਉਹ ਕਹਿੰਦਾ ਸੀ ਵੀ ਮੈਂ ਕੁਰਾਨ ਸ਼ਰੀਫ ਲਿਖਦਾ ਤੇ ਇਸ ਦੀ ਜਿਹੜੀ ਕਮਾਈ ਹੁੰਦੀ ਉਹਦੇ ਨਾਲ ਮੇਰੇ ਘਰ ਦੀ ਰੋਟੀ ਚੱਲਦੀ ਹੈ। ਉਹਦੀ ਘਰ ਦੀ ਰੋਟੀ ਪਤਾ ਨਹੀਂ ਅੱਡ ਬਣਦੀ ਸੀ ਕਿਤੇ ਜਾਂ ਕਿੱਥੇ ਬਣਦੀ ਸੀ ਤੇ ਕਿੱਥੇ ਕਿਹੜੇ ਬਾਜ਼ਾਰ ਚੋਂ ਜਾ ਕੇ ਕਦੋਂ ਰਾਜ ਕਰਦਾ ਸੀ। ਲੜਾਈਆਂ ਪੜਾਈਆਂ ਚ ਹੋ ਰਿਹਾ, ਭਾਵੇਂ 50 ਸਾਲ ਰਾਜ ਕੀਤਾ ਪਰ ਇੱਕ ਦਿਨ ਵੀ ਉਹ ਟਿੱਕੇ ਨਹੀਂ ਬੈਠ ਸਕਿਆ। ਉਹਨੇ ਕੁਰਾਨ ਸ਼ਰੀਫ ਕਦੋਂ ਲਿਖਣੀ ਸੀ? ਚਲੋ ਅੱਗੇ ਚਲਾਈਏ ਜੀ, ਥੋੜਾ ਜਿਹਾ ਰਹਿ ਗਿਆ ਜੀ ਇਹਦਾ ਬਸ। ਸੋ ਇਸ ਕਰਕੇ ਜਿਹੜਾ ਰੱਬ ਹੈਗਾ, ਸਿੱਖ ਧਰਮ ਦਾ ਰੱਬ ਸ਼ਸਤਰਾਂ ਦੇ ਰੂਪ ਚ ਨਹੀਂ ਦੇਖਿਆ ਜਾ ਸਕਦਾ। ਤੇ ਜਿਹੜੇ ਸਾਨੂੰ ਆਪਣੇ ਅਕਾਲ ਤਖਤ ਤੇ ਜਾਂ ਆਪਣੇ ਦੂਸਰੇ ਸਾਊਥ ਦੇ ਵਿੱਚ ਹਜੂਰ ਸਾਹਿਬ ਨੰਦੇੜ ਦੇ ਥਾਂ ਤੇ ਜਾਂ ਆਨੰਦਪੁਰ ਸਾਹਿਬ ਕਿਧਰੇ ਵੀ ਇਹ ਸ਼ਸਤਰ ਵਿਖਾਉਂਦੇ ਆ, ਇਹ ਸ਼ਸਤਰਾਂ ਦੀ ਪੂਜਾ ਸਾਡੇ ਕੋਲੋਂ ਹਿੰਦੂ ਧਰਮ ਦੇ ਮਤ ਮੁਤਾਬਕ, ਸਿਧਾਂਤ ਮੁਤਾਬਕ ਸਾਤੋਂ ਸ਼ਸਤਰਾਂ ਨੂੰ ਮੱਥਾ ਟਿਕਵਾਉਂਦੇ ਆ, ਜਦੋਂ ਕਿ ਸ਼ਸਤਰ ਮੱਥਾ ਟੇਕਣ ਵਾਲੀ ਪੂਜਣ ਵਾਲੀ ਕੋਈ ਗੱਲ ਨਹੀਂ। ਪੂਜਣ ਵਾਸਤੇ ਸਿਰਫ ਅਸੀਂ ਪੂਜਾ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਮੁਕਤ ਕਰਦੇ। ਕਹਿੰਦਾ ਪੂਜਾ ਕੀਚਾ ਨਾਮ ਤੇ ਆਈ ਹੈ, ਬਿਨ ਨਾਮ ਹੈ ਪੂਜਣਾ ਹੋਏ। ਕਹਿੰਦੇ ਬੰਦਿਆ ਕਿਹੜੀਆਂ ਤੂੰ ਧੂਪ ਦੀਪ ਕਰੀ ਜਾਣਾ, ਸੱਚ ਦਾ ਧਾਰਨੀ ਬਣ, ਸੱਚ ਦਾ ਧਾਰਨੀ ਬਣ, ਇਹ ਪੂਜਾ ਹੈ। ਬਿਨ ਨਾਮ ਹੈ ਪੂਜਣਾ ਹੋਏ, ਨਾਮ ਤੋਂ, ਨਾਮ ਕੀ ਹੈ? ਪ੍ਰਮਾਤਮਾ ਦਾ ਸੱਚ, ਨਾਮ ਤੋਂ ਬਿਨਾਂ ਪੂਜਾ ਹੋ ਹੀ ਨਹੀਂ ਸਕਦੀ। ਜੇ ਪੂਜਾ ਕਰਨੀ ਹੈ ਤਾਂ ਪਰਮਾਤਮਾ ਦੀ ਕਰਨੀ, ਕੋਈ ਅਸਤਰ ਸ਼ਸਤਰ ਜਾਂ ਦੇਵੀ ਦੇਵਤੇ ਦੀ ਨਹੀਂ ਹੈ ਕੋਈ ਪੂਜਾ। ਉਹਨਾਂ ਨੇ ਇਸ ਸ਼ਲੋਕ ਦੇ ਵਿੱਚ ਪੂਜਾ ਕੀਚਾ ਨਾਮ ਤੇ ਆਈ ਹੈ, ਬਿਨ ਨਾਮ ਹੈ ਪੂਜਣਾ ਹੋਏ, ਤੇ ਇਹ ਗੱਲ ਸਾਰੀ ਕਰ ਦਿੱਤੀ। ਕਿਸੇ ਅਕਾਲ ਪੁਰਖ ਦੀ ਵੀ ਪੂਜਾ ਨਹੀਂ ਕਰਨੀ, ਅਸੀਂ ਉਹਦੇ ਸੱਚ ਨੂੰ ਧਾਰਨ ਕਰਨਾ ਹੈ ਤੇ ਅਸੀਂ ਪੂਜਾ ਕਰਤੀ। ਮੈਂ ਇੱਕ ਹੈਡਿੰਗ ਇਦਾਂ ਦਾ ਵੀ ਲਿਖਿਆ ਸੀ ਬਈ ਅਸੀਂ ਗਿਆਨ ਪੂਜਕ ਬਣਾ ਦਿੱਤੇ ਗਏ ਆ, ਗਿਆਨ ਧਾਰਕ ਬਣਨਾ ਸੀ। ਧਾਰਕ ਹੁੰਦਾ ਧਾਰਨ ਕਰਨਾ, ਅਸੀਂ ਗਿਆਨ ਧਾਰਨ ਕਰਨਾ ਸੀ। ਅਸੀਂ ਗਿਆਨ ਪੂਜਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਣ ਵਾਲੇ ਬਣਾਤੇ। ਕੋਈ ਪੁਜਾਰੀ ਸਾਨੂੰ ਨੇੜੇ ਨਹੀਂ ਢੁੱਕਣ ਦਿੰਦਾ। ਤੁਸੀਂ ਇਹ ਤਜਰਬਾ ਕਰਕੇ ਦੇਖ ਲੈਣਾ, ਜਿਸ ਬੰਦੇ ਦੀ ਦਾੜੀ ਕੇਸ ਕੱਟੇ ਹੋਣਗੇ ਤੇ ਭਾਵੇਂ ਉਹ ਪੱਗ ਬੰਨ ਕੇ ਜਾਂ ਰੁਮਾਲ ਰੱਖ ਕੇ ਚਲਾ ਜਾਵੇ ਗੁਰਦੁਆਰੇ 'ਚ, ਉਹਨੂੰ ਕਹੋ ਗਿਆਨੀ ਜੀ ਮੈਂ ਨਾ ਖੰਡ ਪਾਠੀ ਆ ਤੇ ਮੈਂ ਪਾਠ ਕਰਨਾ, ਉਹ ਤੁਹਾਨੂੰ ਕਹਿਣਗੇ ਦਾੜੀ ਕੇਸ ਰੱਖ ਕੇ ਆ। ਉਹ ਤੁਹਾਨੂੰ ਨੇੜੇ ਨਹੀਂ ਢੁੱਕਣ ਦਿੰਦੇ, ਹਾਲਾਂਕਿ ਤੁਸੀਂ ਬੇਸ਼ੱਕ ਉਹਨਾਂ ਦੇ ਪਾਠੀਆਂ ਨੂੰ ਜਿੰਨਾ ਮਰਜ਼ੀ ਵਧੀਆ ਪਾਠ ਕਰਦੇ ਹੋਵੋ, ਜਿੰਨਾ ਮਰਜ਼ੀ ਵਧੀਆ ਪਾਠ ਕਰਦੇ ਹੋ। ਮੈਨੂੰ ਬੜੀਆਂ ਲਾਹਨਤਾਂ ਪਾਉਂਦੀਆਂ ਜੀ। ਮੈਂ ਅਗਰ ਗੱਲ ਕਰਦਾ, ਕਿਉਂਕਿ ਮੈਂ ਵੀ ਵਾਲ ਕੱਟੇ ਨੇ, ਸ਼ੇਵ ਵੀ ਕਦੇ ਕਦੇ ਕਰ ਲਈਦੀ ਆ, ਵੀ ਤੂੰ ਤਾਂ ਸਿੱਖ ਹੈ ਹੀ ਨਹੀਂਗਾ ਤੇ ਤੂੰ ਗੱਲੇ ਕਰਦਾ ਚੰਗਾ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਦੀ। ਹਾਂਜੀ, ਮੈਂ ਕਿਹਾ ਮੈਂ ਤਾਂ ਹੁਣ ਪੜ੍ਹਨਾ ਸ਼ੁਰੂ ਕੀਤਾ ਜੀ, ਉਹਨੂੰ ਪੜ੍ਹ ਕੇ ਤੇ ਉਹਨੂੰ ਸਮਝਣਾ, ਜੋ ਵੀ ਨਾਲ ਉਹਦੇ ਟੀਕਾ ਕੀਤਾ ਹੋਇਆ ਹੈ। ਤੇ ਉਹਦੇ 'ਚ ਤੁਸੀਂ ਰੈਸਟ੍ਰਿਕਸ਼ਨ ਕਿਉਂ ਲਾ ਰਹੇ ਹੋ ਮੇਰੇ ਤੇ ਵੀ? ਤੁਸੀਂ ਯਾਨੀ ਸਿੱਖੀਜ਼ਮ ਨੂੰ ਸਪਰੈਡ ਕਰਨਾ ਕਿ ਇਹਨੂੰ ਖਤਮ ਕਰਨਾ ਤੁਸੀਂ ਵੀ? ਹਾਂ, ਕੰਡੀਸ਼ਨਾਂ ਲਾ ਕੇ ਜੀ ਤੁਸੀਂ ਆ ਵਧੀਆ ਇੱਕ ਗੱਲ ਕਰਤੀ। ਇਹ ਜਿਹੜੇ 5 ਬਾਣੀਆਂ ਦਾ ਧਾਰਨੀ, 5 ਕਕਾਰਾਂ ਦਾ ਧਾਰਨੀ, ਇਹ ਸਾਰੀ ਸਿੱਖ ਧਰਮ ਨੂੰ ਸਪਰੈਡ ਕਰਨ ਤੋਂ ਵਾੜ ਕੀਤੀ ਹੋਈ ਹੈ ਇਹਨਾਂ ਦੀ। ਵੀ ਕੋਈ ਬੰਦਾ ਜੇ ਕੋਈ ਸਿੱਖਣਾ ਵੀ ਚਾਹੁੰਦਾ ਹੋਵੇ, ਸਿੱਖ ਧਰਮ ਦਾ ਧਾਰਨੀ ਵੀ ਬਣਨਾ ਚਾਹੁੰਦਾ, ਨਾ ਬਣ ਸਕੇ, ਪਹਿਲਾਂ ਹੀ ਵਾੜ ਕਰ ਦਿਓ। ਉਹਨਾਂ ਨੇ ਵਾੜ ਕੀਤੀ ਹੋਈ ਹੈ, ਵਾੜ ਕਰਕੇ ਨਾਲ ਤਾਲਾ ਵੀ ਲਾ ਦਿੱਤਾ ਵੀ ਇਹਦੇ ਵਿੱਚ ਕੋਈ ਵੜ ਹੀ ਨਾ ਸਕੇ। ਜਿਹੜੇ ਹੈਗੇ ਨੇ ਉਹਨਾਂ ਨੂੰ ਬਾਹਰ ਕੱਢੀ ਜਾਓ ਫੜ ਕੇ ਜੀ, ਬਸ ਉਹਨਾਂ ਨੂੰ ਬਾਹਰ ਕੱਢੀ ਜਾਂਦੇ, ਖਤਮ ਕਰ ਦਿਓ ਐਂਡ ਦੇ ਵਿੱਚ ਸਾਰਾ ਵਿਚਾਰਧਾਰਾ। ਤੁਸੀਂ ਸ਼ਸਤਰ ਦੀ ਗੱਲ ਕੀਤੀ, ਮੈਨੂੰ ਯਾਦ ਆਇਆ ਸ਼ਸਤਰ ਪੂਜਾ ਦੀ। ਸ਼ਸਤਰ ਪਿੱਛੇ ਜੇ ਇੰਡੀਆ ਨੇ ਫਰਾਂਸ ਤੋਂ ਖਰੀਦਿਆ ਨਾ ਰਫੇਲ ਜਹਾਜ਼ ਜੀ, 35 ਖਰੀਦਣੇ ਸੀ ਤੇ ਇੱਕ ਖਰੀਦ ਕੇ ਲੈ ਕੇ ਆਇਆ ਸੀ। ਪਹਿਲਾ ਜਿਹੜਾ ਸੈਂਪਲ ਆਇਆ ਸੀ, ਇਹ ਆਪਣਾ ਰੱਖਿਆ ਮੰਤਰੀ ਗਿਆ ਸੀਗਾ ਜੀ, ਰਾਜਨਾਥ ਸਿੰਘ, ਫਰਾਂਸ। ਉਹਨੇ ਟਾਇਰਾਂ ਨਾਲ ਨਿੰਬੂ ਬੱਦੇ ਮਿਰਚਾਂ ਲਟਕਾਈਆਂ ਜੀ, ਉਹ ਸਾਰਾ ਕਿੰਨੀ ਉਹਦੀ ਜਾਨੀ ਆਲ ਓਵਰ ਦੁਨੀਆ ਦੇ ਉੱਤੇ ਉਹਦੀ ਮਿਲਕੇ ਚਰਚਾ ਹੋਈ ਸੀਗੀ ਵੀ ਇਹ ਕੀ ਮਜ਼ਾਕ ਹੋ ਰਿਹਾ ਹੈ। ਵੀ ਆਪਣੇ ਕੰਟਰੀ ਚਲੋ ਤੁਹਾਡਾ ਸ਼ਸਤਰ ਪੂਜਾ ਦਾ ਟ੍ਰੈਂਡ ਹੋਊਗਾ ਤੇ ਘੱਟੋ ਘੱਟ ਜੋ ਵੀ ਰਿਵਾਜ ਆ ਉਹਨੂੰ ਇੰਡੀਆ ਆ ਕੇ ਕਰ ਲਓ, ਉੱਥੇ ਕਾਸ ਨੂੰ ਜਲੂਸ ਕੱਢਣ ਲੱਗੇ ਹੋ ਤੁਸੀਂ ਸਾਰੀ ਦੁਨੀਆ ਦੇ ਸਾਹਮਣੇ। ਨਹੀਂ ਜੀ, ਜੇ ਤੁਹਾਡੇ ਨਿੰਬੂ ਤੇ ਮਿਰਚਾਂ ਹੀ ਕੰਮ ਕਰਦੇ ਆ ਤਾਂ ਰਫੇਲ ਤੇ ਕਰੋੜਾਂ ਰੁਪਈਆ ਲਾਉਣ ਦੀ ਕੀ ਲੋੜ ਹੈ? ਇਹ ਕਰੋੜਾਂ ਦਾ ਬਿਜ਼ਨਸ ਹੈ ਜੀ ਬੰਬੇ 'ਚ। ਆਪਾਂ ਇੱਧਰ ਨਾਰਥ ਵਾਲੀ ਸਾਈਡ ਤੇ ਮਿਰਚਾਂ ਤੇ ਨਿੰਬੂ ਬੰਨ ਕੇ ਇਕੱਠੇ ਕਰਕੇ ਨਾ 6-7 ਮਿਰਚਾਂ ਦੇ ਇੱਕ ਨਿੰਬੂ ਥੱਲੇ, ਇਹ ਉਧਰ ਹਰ ਦੁਕਾਨ ਤੇ ਲਟਕੇ ਹੁੰਦੇ, ਉਧਰ ਕਰੋੜਾਂ ਰੁਪਏ ਦਾ ਬਿਜ਼ਨਸ ਹੈ। ਮੈਂ 1987 ਜਨਵਰੀ ਦੇ ਵਿੱਚ ਜਦੋਂ ਮਰਸੀਡੀਜ਼ ਬੈਂਜ਼ ਇੰਪੋਰਟ ਕੀਤੀ ਹੈ ਜਰਮਨ ਤੋਂ, ਜਦੋਂ ਮੈਂ ਟ੍ਰਾਂਸਫਰ ਆਫ ਰੈਜ਼ੀਡੈਂਸ ਤੇ ਇੰਡੀਆ ਫਿਰ ਵਾਪਸ ਚਲਿਆ ਗਿਆ ਸੀ, ਉਦੋਂ ਮੈਂ ਦੇਖਿਆ ਉੱਥੇ ਬੰਬੇ ਵਾਲੀ ਸਾਈਡ ਤੇ ਹੈ ਮਿਰਚਾਂ ਤੇ ਨਿੰਬੂ ਬੰਨਣੇ। ਇਹ ਸ਼ੁਭ ਸ਼ਗਨ ਹੁੰਦਾ ਹੈ। ਜਾਂ ਖਾਣ ਵਾਸਤੇ ਲੋਕੀ ਖਰੀਦਣ ਨਾ ਖਰੀਦਣ, ਇਸ ਵਾਸਤੇ ਜ਼ਰੂਰ ਖਰੀਦਣਗੇ ਕਿਉਂਕਿ ਉਹਨਾਂ ਨੇ 2-4 ਦਿਨ ਚ ਸੜ ਜਾਣਾ ਆ। ਹਫ਼ਤੇ 10 ਦਿਨ ਬਾਅਦ ਫੇਰ ਨਵਾਂ ਨਿੰਬੂ ਲਿਆਓ ਤੇ ਮਿਰਚਾਂ।
ਦੁਕਾਨਦਾਰ ਲਾਉਂਦੇ ਆ ਜੀ, ਦੁਕਾਨਦਾਰ ਦਾ ਕੰਮ ਹੈ ਇਹ, ਆਮ ਬੰਦੇ ਦਾ ਕੰਮ ਨਹੀਂ ਹੈ। ਦੁਕਾਨਦਾਰ ਆਪਣੀ ਦੁਕਾਨ ਵੀ, ਇਹ ਸ਼ੁਭ ਮਹੂਰਤ ਹੁੰਦਾ ਹੈ ਮੂਰਤ ਹੁੰਦਾ ਆ। ਤੇ ਸਾਡੇ ਸ਼ਗਨ ਆਪ ਸ਼ਗਨ ਤੇ ਸਕੋ ਲੱਗਾ ਜਿਸ ਚੀਜ਼ ਨਾਲ ਹੈ। ਸਾਡੇ ਤਾਂ ਸ਼ਗਨ ਤੇ ਆਪ ਸ਼ਗਨ ਦੀ ਗੱਲ ਹੀ ਕੋਈ ਨਹੀਂ। ਸਾਡੇ ਤਾਂ ਗੁਰੂ ਸਾਹਿਬ ਕਹਿੰਦੇ ਆ ਵੀ ਸ਼ਗਨ ਆਪ ਸ਼ਗਨ ਜਿਹੜਾ ਸੱਚ ਨਾਲ ਟੁੱਟ ਗਿਆ ਇਹ ਉਹਨੂੰ ਲੱਗਣੇ ਆ। ਉਹਨੂੰ ਲੱਗਣੇ ਆਪ ਸ਼ਗਨ ਉਹ ਆ ਵੀ ਜਿਹੜਾ ਸੱਚ ਤੋਂ ਟੁੱਟਿਆ ਆ। ਹਾਂਜੀ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਓ ਜੀ। ਮੇਰੇ ਖਿਆਲ ਆਪਾਂ ਸਾਰੀ ਉਹਦੀ ਦੋ ਦਿਨਾਂ ਦੀ ਕਥਾ ਕੰਪਲੀਟ ਕਰ ਲਈ ਹੈ। ਹਾਂਜੀ, ਜੇ ਕੋਈ ਹੋਰ ਤੁਹਾਡਾ ਸਵਾਲ ਹੈ ਤੇ ਦੱਸ ਦਿਓ ਜੀ। ਨਹੀਂ ਬਹੁਤ ਧੰਨਵਾਦ ਜੀ, ਆਪਾਂ ਇਹ ਕਾਫੀ ਆਪਣਾ ਹੋ ਗਿਆ। ਅੱਗੇ ਜੇ ਕੋਈ ਮੈਨੂੰ ਲੱਭਿਆ, ਮੈਨੂੰ ਲੱਗ ਜਾਣੇ ਆ ਹਫਤਾ 10 ਦਿਨ ਇਹਨੂੰ ਸਾਰੀ ਸੁਣਦੇ ਨੂੰ। ਤੇ ਕੋਈ ਗੱਲ ਨਹੀਂ, ਸੁਣੋ ਉਹ ਇਹਦੀ ਸੁਣ ਕੇ ਜੇਕਰ ਕੋਈ ਮੈਨੂੰ ਲੱਗੀ ਵੀ ਜਿੱਥੇ ਟਿੱਪਣੀ ਦੀ ਲੋੜ ਹੈਗੀ ਹੈ, ਇਹਨੂੰ ਕਾਊਂਟਰ ਕਰਨ ਦੀ ਲੋੜ ਆ, ਇਹਨੇ ਗਲਤ ਜਾਣਕਾਰੀ ਦਿੱਤੀ ਹੈ, ਤੇ ਮੈਂ ਤੁਹਾਡੇ ਧਿਆਨ ਹੇਠ ਜ਼ਰੂਰ ਲਿਆ ਕੇ ਤੇ ਫਿਰ ਆਪਾਂ ਪ੍ਰੋਗਰਾਮ ਕਰਾਂਗੇ ਜੀ। ਚੰਗਾ ਜੀ, Okay ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਾ ਜਿਨ੍ਹਾਂ ਨੂੰ ਬੇਨਤੀ ਹੈ ਕਿ ਜੇ ਉਹਨਾਂ ਨੂੰ ਕੋਈ ਨਾ ਚੰਗੀ ਲੱਗਦੀ ਹੋਵੇ ਗੱਲ, ਤੇ ਜਰੂਰ ਮੈਨੂੰ ਕੰਟੈਕਟ ਕਰ ਲਓ ਜੀ। ਮੇਰਾ ਟੈਲੀਫੋਨ ਨੰਬਰ ਹੈ 6479663132 ਤੇ brar_ਜੀਵਨਵਾਲਾ@hotmail.com। ਜੇ ਕਿਸੇ ਨੇ ਪਰਸਨਲੀ ਗੱਲ ਨਹੀਂ ਵੀ ਕਰਨੀ ਤੇ ਕੋਈ ਈਮੇਲ ਰਾਹੀਂ ਮੈਸੇਜ ਕਰ ਸਕਦਾ ਤੇ ਜਾਂ ਰਾਣਾ ਜੀ ਨਾਲ ਗੱਲ ਕਰ ਲਓ, ਉਹਨਾਂ ਦੇ ਰਾਹੀਂ ਵੀ ਮੈਸੇਜ ਪਹੁੰਚ ਜਾਏਗਾ ਤੇ ਮੈਂ ਤੁਹਾਡੇ ਕਚਹਿਰੀ 'ਚ ਹਾਜ਼ਰ ਹੋ ਸਕਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ।